ਉਹ ਜ਼ਮੀਨ ਕਿੰਨੀ ਸੀ ਜੀ ਜਿਹੜੀ ਜ਼ਮੀਨ ਸਰਬੱਤ ਦੇ ਭੱਲੇ ਨੇ ਤੁਹਾਡੀ ਲਈ ਸੀ ਪਿੰਡ ਦੀ? ਉਹ ਸਾਡੀ ਪਿੰਡ ਦੀ ਜੀ ਜ਼ਮੀਨ ਐਸਪੀ ਵਰਾਏ ਹੈ ਜੀ, ਜਿਹੜਾ ਸਰਬੱਤ ਦਾ ਭਲਾ ਬਣਿਆ। ਹਾਂਜੀ ਹਾਂਜੀ, ਐਸਪੀ ਵਰਾਏ ਸਾਹਿਬ ਦੀ ਗੱਲ ਕਰ ਰਹੇ ਹਾਂ ਜੀ ਅਸੀਂ। ਹਾਂਜੀ ਹਾਂਜੀ, ਉਹ ਜੀ 12 ਏਕੜ ਜ਼ਮੀਨ ਸੀ ਜੀ। ਅੱਛਾ ਜੀ, ਤੇ ਇਹ ਪੰਚਾਇਤ ਨੇ ਇਹ ਕਿਵੇਂ ਵੇਚ ਦਿੱਤੀ ਪਿੰਡ ਦੀ ਜ਼ਮੀਨ ਜਿਹੜੀ ਹੈ? ਉਹ ਤਾਂ ਬਹੁਤ ਬੜਾ ਉਹਦੇ 'ਚ ਕਾਗਜ਼ ਪੱਤਰ ਚਾਹੀਦੇ ਆ, ਬੜੇ ਮਤੇ ਚਾਹੀਦੇ ਆ ਉਹਦੇ ਵਿੱਚ। ਮਤੇ ਸਰ ਪਏ ਵੇ ਨੇ ਪੂਰੇ ਨਾ, ਜਿਹੜੇ ਸਾਡੇ ਸਰਪੰਚ ਸਾਹਿਬ ਸੀ ਨਾ ਪਿਛਲੇ। ਅੱਛਾ ਜੀ, ਤੁਸੀਂ ਹੁਣ ਨਵੇਂ ਸਰਪੰਚ ਬੋਲ ਰਹੇ ਹੋ ਨਾ? ਹਾਂਜੀ। ਅੱਛਾ ਜੀ, ਪਿਛਲੇ ਸਰਪੰਚ ਨੇ ਵੇਚੀ ਸੀ? ਉਹ ਜੀ ਪਿਛਲੀ ਪੰਚਾਇਤ ਨੇ ਕਰਿਆ ਸੀ, ਉਹਦੇ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ ਜੀ। ਅਸੀਂ ਤਾਂ ਸੌਂਕਾ ਤੇ ਉਸ ਗੱਲ ਤੇ ਨਾਰਾਜ਼ ਹੈ ਜੀ, ਸਾਡਾ ਸਾਰਾ ਪਿੰਡ ਨਾਰਾਜ਼ ਹੈ, ਕਿਉਂਕਿ ਉਹ ਜਿਹੜੀ ਜ਼ਮੀਨ ਹੈ ਨਾ, ਹਾਂਜੀ, ਜਿਹੜੀ ਦਾ ਤਬਾਦਲਾ ਹੋਇਆ ਉਹ ਬਿਲਕੁਲ ਗਲਤ ਹੋਇਆ। ਠੀਕ ਹੈ ਜੀ, ਉਹ ਨਾ ਜਿਹੜੀ ਸਾਡੀ ਜ਼ਮੀਨ ਹੈ, ਜਿਹੜੀ ਦਾ ਤਬਾਦਲਾ ਹੋਇਆ, ਉਹ ਤਾਂ ਮੇਨ ਰੋਡ ਤੇ ਜ਼ਮੀਨ ਹੈ ਜੀ, ਉਹ ਤਾਂ ਬੜੀ ਕੀਮਤੀ ਹੈ ਜਿਹੜੀ ਲਈ ਗਈ ਹੈ ਟਰਸਟ ਵੱਲੋਂ। ਜਿਹੜੀ ਸਾਨੂੰ ਦਿੱਤੀ ਹੈ ਨਾ ਪਿੰਡ ਨੂੰ ਜੀ, ਉਹ ਤਾਂ ਬੜੀ ਜਮਾ ਪਿੱਛੇ ਹੈ ਜੀ ਜ਼ਮੀਨ। ਉਹਦਾ ਤਾਰਾਂ ਨੇ, ਉਹ ਤਾਂ 20 ਲੱਖ ਰੁਪਏ ਨੂੰ ਉਹਦੇ ਨਾਲ ਜ਼ਮੀਨ ਵਿਕੀ ਹੈ ਜੀ, 19 ਲੱਖ ਰੁਪਏ। ਅੱਛਾ, ਉਹ ਬਹੁਤ ਸਸਤੀ ਸੀ। ਜਿਹੜੀ ਲਈ ਗਈ ਆ ਉਹ ਬਹੁਤ ਮਹਿੰਗੀ ਹੈ। ਉਹ ਤਾਂ ਜੀ ਦੇਖੋ ਸਰ, ਸਾਰਿਆਂ ਨੂੰ ਪਤਾ ਉਹ ਤਾਂ ਮੇਨ ਰੋਡ ਤੇ ਸੀ। ਹਾਂ ਹਾਂ ਹਾਂ, ਅੱਛਾ। ਉਸ ਗੱਲ ਤੇ ਤਾਂ ਜੀ ਸਾਰਾ ਸਾਡਾ ਪਿੰਡ ਨਾਰਾਜ਼ ਸੀ, ਸਰਪੰਚ ਸਾਹਿਬ ਤੇ ਵੀ, ਇਹ ਕਿਉਂ ਦਿੱਤੀ, ਕਿਉਂ ਇਹ ਗਲਤ ਕੰਮ ਹੋਇਆ। ਤੇ ਫਿਰ ਜਦੋਂ ਤੁਸੀਂ ਆਏ ਤੇ ਤੁਸੀਂ ਪਿੰਡ ਦੇ ਲੋਕਾਂ ਨੂੰ ਨਾਰਾਜ਼ ਨਾ ਹੋਣ ਉਹਨਾਂ ਵਾਸਤੇ ਕੁਝ ਜ਼ੋਰ ਚਲਾਇਆ? ਜ਼ੋਰ ਚਲਾਇਆ ਜੀ ਅਸੀਂ, ਸਾਡਾ ਲੋਕਾਂ ਨੂੰ ਵਾਅਦਾ ਕਰਿਆ ਹੋਇਆ ਸੀ ਜੀ, ਹਨਾ ਜੀ, ਵੀ ਅਸੀਂ ਤੁਹਾਡੇ ਇਹਦੇ ਖਿਲਾਫ ਜੀ ਜਾਵਾਂਗੇ, ਵੀ ਜੋ ਜਿੰਨਾ ਹੋਇਆ ਅਸੀਂ ਕਰਾਂਗੇ ਜੀ। ਅਸੀਂ ਫਿਰ ਹਾਈ ਕੋਰਟ ਨਾਲ ਜੀ ਕੇਸ ਪਾਇਆ ਸੀ। ਅੱਛਾ, ਤੁਸੀਂ ਵੈਸੇ ਰਿਕੁਐਸਟ ਕੀਤੀ ਵਰਾਏ ਸਾਹਿਬ ਨੂੰ ਕਿ ਤੁਸੀਂ ਜੀ ਸਾਡੇ ਪਿੰਡ ਦੀ ਜ਼ਮੀਨ ਵਾਪਸ ਕਰ ਦਿਓ? ਨਹੀਂ ਜੀ, ਉਹ ਸਾਡੇ ਨਾਲ ਕਿੱਥੇ, ਉਹਨਾਂ ਦਾ ਤਾਲਮੇਲ ਹੋਇਆ ਹੀ ਨਹੀਂ ਜੀ ਸਾਡੇ ਨਾਲ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਸਮਾਜ ਸੇਵਕਾਂ ਨੂੰ ਲੈ ਕੇ ਬਹੁਤ ਬਵਾਲ ਮਚਿਆ ਹੋਇਆ ਹੈ। ਪੀਪੀ ਗੋਲਡੀ, ਪੀਪੀ ਪੁਨੀਤ ਨੇ ਜੋ ਕੁਝ ਸਮਾਜ ਸੇਵਾ ਦੇ ਨਾਮ ਤੇ ਕੀਤਾ ਉਹ ਦੁਨੀਆ ਦੇ ਸਾਹਮਣੇ ਹੈ, ਕਿਉਂਕਿ ਜੋ ਸਵਾਲ NRI ਵੀਰਾਂ ਵੱਲੋਂ ਪੁੱਛੇ ਗਏ, ਬਗੇਲ ਸਿੰਘ ਵੱਲੋਂ ਪੁੱਛੇ ਗਏ, ਉਸ ਦੇ ਜਵਾਬ ਅਜੇ ਤੱਕ ਇਹਨਾਂ ਸਮਾਜ ਸੇਵੀਆਂ ਨੇ ਨਹੀਂ ਦਿੱਤੇ। ਤੇ ਹੁਣ ਤਾਂ ਇਹਨਾਂ ਦੀ ਪੂਰੀ ਟੀਮ ਖੇਰੂ ਹੋ ਚੁੱਕੀ ਹੈ। ਹਰ ਕੋਈ ਆਪਣੀ ਸਫਾਈ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ, ਇੱਕ ਦੂਜੇ ਤੋਂ ਪੱਲਾ ਝਾੜਦਾ ਹੋਇਆ ਨਜ਼ਰ ਆ ਰਿਹਾ ਹੈ। ਪਰ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਸਰਬੱਤ ਦਾ ਭਲਾ ਟਰਸਟ ਦੀ, ਐਸਪੀ ਵਰਾਏ ਸਾਹਿਬ ਦੀ, ਤਾਂ ਉਹਨਾਂ ਨੂੰ ਲੈ ਕੇ ਵੀ ਐਡਵੋਕੇਟ ਮੇਜਰ ਸਿੰਘ ਸੰਧੂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਕਈ ਵੱਡੇ ਖੁਲਾਸੇ ਕੀਤੇ ਸਨ ਅਤੇ ਕਈ ਇਲਜ਼ਾਮ ਲਗਾਏ ਸਨ ਐਸਪੀ ਵਰਾਏ ਦੇ ਉੱਤੇ, ਜਿਹਨਾਂ ਦੀਆਂ ਵੀਡੀਓਜ਼ ਅਸੀਂ ਚੈਨਲ ਉੱਤੇ ਪਹਿਲਾਂ ਵੀ ਸ਼ੇਅਰ ਕੀਤੀਆਂ ਨੇ ਤੇ ਸਾਨੂੰ ਇਹ ਵੀਡੀਓਜ਼ ਡਿਲੀਟ ਕਰਨ ਵਾਸਤੇ ਵੀ ਜ਼ੋਰ ਪਾਇਆ ਗਿਆ। ਪਰ ਅਸੀਂ ਸੰਗਤ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਵੀ, ਚਾਹੇ ਵੱਡਾ ਸਿਆਸਤਦਾਨ ਹੈ ਜਾਂ ਸੋਸ਼ਲ ਵਰਕਰ, ਅਗਰ ਉਸ ਦੇ ਉੱਤੇ ਕੋਈ ਇਲਜ਼ਾਮ ਲਗਾਉਂਦਾ ਹੈ, ਉਸ ਨੂੰ ਗਲਤ ਠਹਿਰਾਉਂਦਾ ਹੈ, ਤਾਂ ਕੀ ਉਸ ਸਮਾਜ ਸੇਵਕ ਦੀ, ਉਸ ਵਿਅਕਤੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਸੰਗਤ ਦੀ ਕਚਹਿਰੀ ਦੇ ਵਿੱਚ ਉਸ ਦਾ ਜਵਾਬ ਦਿੱਤਾ ਜਾਵੇ? ਜਾਂ ਆਪਣੀ ਪਹੁੰਚ ਦਾ ਇਸਤੇਮਾਲ ਕਰਕੇ ਅਸੀਂ ਉਹਨਾਂ ਚੈਨਲਾਂ ਤੋਂ ਵੀਡੀਓਜ਼ ਡਿਲੀਟ ਕਰਵਾਉਣ ਦੀ ਕੋਸ਼ਿਸ਼ ਕਰੀਏ ਜਿਹੜੇ ਸੰਗਤ ਦੀ ਕਚਹਿਰੀ ਦੇ ਵਿੱਚ ਇਹ ਸਵਾਲ ਚੱਕਦੇ ਨੇ ਕਿ ਆਖਿਰ ਮੇਜਰ ਸਿੰਘ ਸੰਧੂ ਨੇ ਕਿਉਂ ਐਸਪੀ ਵਰਾਏ ਤੇ ਇਹ ਸਵਾਲ ਚੁੱਕੇ? ਤੇ ਇੱਕ ਵਾਰ ਮੁੜ ਅਸੀਂ ਇਹੀ ਸਵਾਲ ਐਸਪੀ ਵਰਾਏ ਜੀ ਤੋਂ ਵੀ ਪੁੱਛਦੇ ਹਾਂ ਤੇ ਸੰਗਤ ਤੋਂ ਵੀ ਪੁੱਛਦੇ ਹਾਂ ਕਿ ਅਜਿਹੇ ਇਲਜ਼ਾਮ ਮੁੜ ਕਿਉਂ ਲੱਗ ਰਹੇ ਨੇ ਐਸਪੀ ਵਰਾਏ ਉੱਤੇ ਅਤੇ ਪੰਜਾਬੀ ਯੂਨੀਵਰਸਿਟੀ ਦੇ ਇੱਕ ਛੋਟੇ ਜਿਹੇ ਅਹੁਦੇ ਤੇ ਪੱਕੀ ਮੁਲਾਜ਼ਮ ਨੈਂਸੀ ਘੁੰਮਣ ਉੱਤੇ। ਤੁਹਾਨੂੰ ਹੈਰਾਨੀ ਹੋਵੇਗੀ ਕਿ ਨੈਂਸੀ ਘੁੰਮਣ ਇੱਕ ਬਹੁਤ ਹੀ ਛੋਟੇ ਜਿਹੇ ਅਹੁਦੇ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੀ ਹੈ, ਪਰ ਇਸ ਦਾ ਰਹਿਣ ਸਹਿਣ ਤੇ ਵਿਦੇਸ਼ ਯਾਤਰਾ ਵੱਲ ਅਗਰ ਤੁਸੀਂ ਧਿਆਨ ਮਾਰੋਗੇ ਤਾਂ ਉਹ ਤੁਹਾਡੇ ਹੋਸ਼ ਉਡਾ ਦੇਵੇਗੀ। ਇਸ ਵੀਡੀਓ ਦੇ ਵਿੱਚ ਮੇਜਰ ਸਿੰਘ ਸੰਧੂ ਨੇ ਫੱਗਣ ਮਾਜਰਾ ਦੇ ਮੌਜੂਦਾ ਸਰਪੰਚ ਦੇ ਨਾਲ ਵੀ ਗੱਲ ਕੀਤੀ ਤੇ ਸਰਪੰਚ ਨੇ ਆਪ ਦੱਸਿਆ ਕਿ ਕਿੱਦਾਂ ਇਸ ਪਿੰਡ ਦੀ ਮੇਨ ਰੋਡ ਦੇ ਉੱਤੇ ਲੱਗਦੀ 12 ਏਕੜ ਜ਼ਮੀਨ ਪੁਰਾਣੇ ਸਰਪੰਚ ਨੇ ਪਿੰਡ ਵਾਸੀਆਂ ਦੀ ਰਜ਼ਾਮੰਦੀ ਦੇ ਵਿਰੁੱਧ ਜਾ ਕੇ ਸਰਬੱਤ ਦਾ ਭਲਾ ਟਰਸਟ ਦੀ ਝੋਲੀ ਵਿੱਚ ਪਾ ਦਿੱਤੀ। ਹੋਰ ਕੀ ਵੱਡੇ ਖੁਲਾਸੇ ਕੀਤੇ, ਤੁਸੀਂ ਆਪ ਸੁਣੋ। ਆਵਾਜ਼ ਨੂੰ ਦਬਾਉਣ ਦੀ ਵੱਡੇ ਲੋਕ, ਵੱਡੇ ਮਗਰਮੱਛ ਜਾਂ ਪੋਲੀਟੀਕਲ ਲੀਡਰ ਜਾਂ ਨਿਆਂ ਪ੍ਰਣਾਲੀਆਂ ਲੋਕ ਆਵਾਜ਼ ਨੂੰ ਦਬਾਉਣ ਦੀ ਜਿੰਨੀ ਕੋਸ਼ਿਸ਼ ਕਰਨਗੀਆਂ, ਉਨੀ ਲੋਕ ਆਵਾਜ਼ ਵੱਧਦੀ ਜਾਊਗੀ। ਤੇ ਉਹਦੇ ਮਾਮਲੇ 'ਚ ਸਾਡੇ ਹਰਕੇਸ਼ ਸਿੱਧੂ ਜੀ IAS ਸਾਬਕਾ DC ਸੰਗਰੂਰ ਨੇ ਇੱਕ ਕਵਿਤਾ ਲਿਖੀ ਹੈ, ਉਹ ਮੈਂ ਸ਼ੇਅਰ ਕਰਨੀ ਚਾਹੂੰਗਾ ਬਿਫੋਰ ਵੀ ਗੋ ਐਨੀ ਫਰਦਰ। ਆ ਸੱਚ ਤਾਂ ਸੁਕਰਾਤ ਯਾਰੋ, ਆ ਸੱਚ ਦਾ ਸੁਕਰਾਤ ਯਾਰੋ ਅਜੇ ਤੱਕ ਮਰਿਆ ਨਹੀਂ। ਜ਼ਹਿਰ ਪੀ ਕੇ ਝੂਠ ਹੱਥੋਂ
सच देखो फिर डरिया नहीं। अदालतां च बैठे हुए देवतेओ, सच तुसी क्यों जरिया नहीं। जे सच दी चिंगाड़ी बल गई तां ये फूक दिओ अदालतां। लोक राज दे ये चार थंम जो नित नित ने कर रहे जहालतां। सुनो चार थम्मा बिना भी तां होर बहुत सारे लोक ने। कदे सारे तुर पे जे कट्ठे हो के बन जाने थोड़े मंजी ठोक ने। जापे चंगे कर्मां दी निशानी इन्हां छेड़ लए अके बोक ने। सुकरात ने जे मरदा तां हक सच। सुकरात ना जे मरदा तां हक सच ते न्याय इंसाफ मर जाना सी। प्रशांत भूषण होरां दे नां हत्थों कदे मुड़ ए इतिहास दोहराना सी। लग गई है हक सच दी लड़ाई बिगल बज गया है। जंग घोल दा इलमी ते कलमी योधिओ ना उकिओ हुण अज डगा बज गया है ढोल दा। उठो गैर सियासी लोको। सियासी लोकां ते बिल्कुल भी इतबार नहीं कोई रहा कि ये कोई लोग पक्ष की गल करनगे जां नहीं करनगे, पर एक कल्ले कारे देखो इलमी ते कलमी योधिओ ना उकिओ अज डगा बज गया है ढोल दा। उठो गैर सियासी लोको कट्ठे हो जाओ। छेड़ देवो घोल मुद्दियां दी लहर दा। गला घोट दिओ हुण नाले रल सारे फिरके ते वड्डी खोरी वाली जहर दा। ये कल्ले कारे दी नहीं है जंग, इनू जानो लहर सारे आवाम दी। पहचान चों पहचान लो जुंडली कुछ परिवार ने घेरी जो जमात है। ये हराम दी लोक राज ते संविधान जो बचाउणा साडे हक्कां दे। जो लोटू छेती उखाड़ दो देश नूं आजाद जे कराउणा। इन्हां खून पीने भेड़ियां दी सताई हुई हेड़ तो। देखो जी ਡੀਸੀ ਸਾਹਿਬ ਨੇ, ਸੇਵਾ ਮੁਕਤ ਡੀਸੀ ਸਾਹਿਬ ਨੇ, ਸਾਬਕਾ ਸੰਗਰੂਰ ਦੇ ਹਰਕੇਸ਼ ਸਿੰਘ ਸਿੱਧੂ, ਉਹਨਾਂ ਦੀਆਂ 4 ਸਤਰਾਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੇ ਇੱਥੇ ਕਈਆਂ ਦੇ ਚਮਚੇ, ਕਈਆਂ ਦੇ ਫੀਲੇ, ਕਈਆਂ ਦੇ ਏਜੰਟ ਆਉਣਗੇ, ਉਹਨਾਂ ਦੀ ਸਾਨੂੰ ਕੋਈ ਬਿਲਕੁਲ ਪਰਵਾਹ ਨਹੀਂ ਹੈਗੀ ਤੇ ਅਸੀਂ ਆਪਣਾ ਕੰਮ ਜਿਹੜਾ ਆ ਉਹ ਜਾਰੀ ਰੱਖਣਾ। ਅੱਜ ਕੁਝ ਇੱਕ ਅਹਿਮ ਗੱਲਾਂ ਨੇ। ਪਿਛਲੇ 2 ਐਪੀਸੋਡ ਮੈਂ ਕੀਤੇ ਸੀ ਸਰਬੱਤ ਦੇ ਭਲੇ ਵਾਲੇ SP ਓਬਰਾਏ ਸਾਹਿਬ ਤੇ। ਉਹਨਾਂ ਦਾ ਕੋਈ ਜਵਾਬ ਨਹੀਂ ਆਇਆ, ਉਹਨਾਂ ਦੇ ਫੀਲਿਆਂ ਦੇ ਕੋਈ ਜਵਾਬ ਨਹੀਂ ਆਏ। ਉਹ ਚੁੱਪ ਨੇ। ਜੇ ਉਹਨਾਂ ਨੂੰ ਮੇਰੇ ਸਵਾਲ ਠੀਕ ਵੀ ਨਹੀਂ ਲੱਗਦੇ ਤਾਂ ਉਹ ਠੀਕ ਕੀ ਹੈ ਉਹਦਾ ਜਵਾਬ ਦੇ ਸਕਦੇ ਸੀ, ਪਰ ਉਹ ਬਿਲਕੁਲ ਚੁੱਪ ਨੇ। ਉਸ ਦੇ ਉਲਟ ਉਹਨਾਂ ਨੇ ਜਿਹੜੀ ਮੇਰੀ ਵੀਡੀਓ ਫੇਸਬੁੱਕ ਤੋਂ ਚੱਕ ਕੇ ਮੁੰਡਿਆਂ ਨੇ, ਲੋਕਾਂ ਨੇ, ਚੈਨਲ ਵਾਲਿਆਂ ਨੇ ਚੜਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਦਬਕੇ ਮਾਰ ਕੇ, ਉਹਨਾਂ ਨੂੰ ਬਹੁਤ ਵੱਡੀਆਂ ਧਮਕੀਆਂ ਦੇ ਕੇ SP ਓਬਰਾਏ ਸਾਹਿਬ ਦੇ ਕਰਿੰਦਿਆਂ ਨੇ ਉਹਨਾਂ ਤੋਂ ਲਹਾਉਣ ਦੀ ਕੋਸ਼ਿਸ਼ ਕੀਤੀ। ਪਰ ਬਹੁਤ ਸਾਰੇ ਮੁੰਡੇ ਬਹਾਦਰ ਨਿਕਲੇ, ਉਹਨਾਂ ਨੇ ਆਪਣੀਆਂ ਵੀਡੀਓ ਡਿਲੀਟ ਨਹੀਂ ਕੀਤੀਆਂ। ਉਹ ਕਹਿੰਦੇ ਕਿ ਜ਼ੋਰ ਲਾ ਕੇ ਆਓ ਜਿੰਨਾ ਆਉਣਾ, ਤੇ ਅਸੀਂ ਨਹੀਂ ਡਿਲੀਟ ਕਰਦੇ। ਜੋ ਕੁਝ ਕਰਨਾ ਤੁਸੀਂ, ਮੇਜਰ ਸੰਧੂ ਨੇ ਬੋਲਿਆ, ਅਸੀਂ ਤਾਂ ਉਹਦਾ ਬੋਲਿਆ ਹੋਇਆ ਚੈਨਲਾਂ ਤੇ ਚੜਾਇਆ, ਤੇ ਤੁਸੀਂ ਸਾਨੂੰ ਨਹੀਂ ਕੁਝ ਕਰ ਸਕਦੇ। ਉਹ ਅੜ ਕੇ ਖੜ ਗਏ ਤੇ ਉਹਨਾਂ ਨੇ ਕਿਹਾ ਕਿ ਅਸੀਂ ਚਲਾਉਣਾ ਹੈ। ਜ਼ਰੂਰੀ ਨਹੀਂ ਹੈਗਾ ਕਿ ਤੁਹਾਡੀ ਜਿਹੜੀ ਪ੍ਰਸ਼ੰਸਾ ਦੀਆਂ ਵੀਡੀਓ ਉਹੀ ਅਸੀਂ ਆਪਣੇ ਚੈਨਲਾਂ ਤੇ ਚੜਾਈਏ। ਜੋ ਸਾਨੂੰ ਚੰਗਾ ਲੱਗੂਗਾ, ਸਾਡੀ ਆਜ਼ਾਦੀ ਹੈ। ਤੇ ਨਾਲੇ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਰਾਈਟ ਹੈ, ਫੰਡਾਮੈਂਟਲ ਰਾਈਟ ਹੈ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ, ਉਹਦੇ ਤਹਿਤ ਜਿਹੜਾ ਆਰਟੀਕਲ ਹੈਗਾ ਉਹ ਸਾਨੂੰ ਇਜਾਜ਼ਤ ਦਿੰਦਾ ਕਿ ਅਸੀਂ ਬੋਲ ਸਕਦੇ ਹਾਂ। ਆਪਣੀ ਸਪੀਚ ਜਿਹੜੀ ਹੈ, ਐਕਸਪ੍ਰੈਸ਼ਨ ਦਾ ਸਾਨੂੰ ਅਧਿਕਾਰ ਹੈ, ਇੰਡੀਆ ਦੀ ਕਨਸਟੀਟਿਊਸ਼ਨ ਨੇ ਦਿੱਤਾ, ਉਹ ਤੁਸੀਂ ਦਬਾ ਨਹੀਂ ਸਕਦੇ। ਤੇ ਉਹਨਾਂ ਦੀ ਜਿਹੜੀ ਕਨਵਰਸੇਸ਼ਨ ਹੋਈ ਹੈ ਉਹ ਵੀ ਮੇਰੇ ਕੋਲ ਹੈ, ਤੇ 1-2 ਦਿਨਾਂ ਦੇ ਵਿੱਚ ਮੈਂ ਜਿਹੜੀ ਆਡੀਓ ਹੈ ਉਹਦੀ ਇਸੇ ਪੇਜ ਦੇ ਉੱਤੇ ਉਹ ਵੀ ਮੈਂ ਛੇਤੀ ਰਿਲੀਜ਼ ਕਰ ਦੂੰਗਾ। ਤੇ ਉਹ ਕੀ ਧਮਕੀਆਂ ਦਿੱਤੀਆਂ, ਕਿਹੜੇ ਬੰਦੇ ਉਹਦੇ ਵਿੱਚ ਸ਼ਾਮਲ ਨੇ, ਕਿੱਥੇ ਅਪਰੋਚ ਕੀਤੀ ਗਈ ਕਿ ਇਹਨੂੰ ਅੱਗੇ ਹੋਰ ਨਾ ਵਧੇ ਤੇ ਸਾਡੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਅਸੀਂ ਜਿੰਨੀ ਦੇਰ ਤੱਕ ਸਾਡਾ ਪੇਜ ਜਾਂ ਸੋਸ਼ਲ ਮੀਡੀਆ ਕਾਇਮ ਹੈ, ਚੈਨਲ ਭਾਵੇਂ ਕੋਈ ਚਲਾਵੇ ਤੇ ਨਾ ਚਲਾਵੇ, ਚੈਨਲਾਂ ਦੀ ਕੀ ਮਜਬੂਰੀ ਹੁੰਦੀ ਹੈ, ਚੈਨਲਾਂ ਦੇ ਖਰਚੇ ਬਹੁਤ ਹੁੰਦੇ ਆ, ਸਟਾਫ ਬਹੁਤ ਹੁੰਦਾ, ਸਟੂਡੀਓ ਹੁੰਦਾ, ਬਿਜਲੀ ਦੇ ਬਿੱਲ ਹੁੰਦੇ ਨੇ, ਕੈਮਰੇ ਹੁੰਦੇ ਨੇ, ਉਹਨਾਂ ਨੇ ਸਪਾਂਸਰਸ਼ਿਪ ਲੈਣੀ ਹੁੰਦੀ ਹੈ। ਸਪਾਂਸਰਸ਼ਿਪ ਅਮੀਰ ਬੰਦੇ ਜਾਂ ਬਿਜ਼ਨਸਮੈਨ ਕਰਦੇ ਆ,
ਜਿਹੜੇ ਚੈਨਲ ਨੂੰ ਚਲਾਉਣ ਵਾਸਤੇ ਸਪਾਂਸਰ ਕਰਦੇ ਆ, ਤੇ ਉਹ ਜਦੋਂ ਸਪਾਂਸਰਸ਼ਿਪ ਦਿੰਦੇ ਆ ਚੈਨਲ ਉਹਨਾਂ ਦੀਆਂ ਖਬਰਾਂ ਵੀ ਚਲਾਉਂਦਾ, ਉਹਨਾਂ ਦੀ ਐਡ ਵੀ ਚਲਾਉਂਦਾ, ਪਰ ਜਦੋਂ ਉਹਨਾਂ ਦੇ ਅਗੇਂਸਟ ਕੋਈ ਗੱਲ ਉੱਠਦੀ ਹੋਵੇ ਤਾਂ ਚੈਨਲ ਵਾਲੇ ਉਹਨੂੰ ਹੱਥ ਨਹੀਂ ਪਾਉਂਦੇ। ਉਹਨੂੰ ਹੱਥ ਪਾਉਣਾ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਹੁੰਦਾ, ਕਿਉਂਕਿ ਚੈਨਲ ਦਾ ਸਾਰਾ ਬਿਜ਼ਨਸ ਜਾਂਦਾ। ਜੇ ਤੁਸੀਂ ਕਹੋਗੇ ਕਿ ਜਿਹੜਾ ਮੀਡੀਆ ਦੇ ਸੋਸ਼ਲ ਮੀਡੀਆ ਦੇ ਉੱਤੇ ਚੈਨਲ ਬੈਠੇ ਨੇ ਇਹ ਸਾਰੇ ਲੋਕ ਆਵਾਜ਼ ਨੇ, ਇਹ ਬਿਲਕੁਲ ਤੁਹਾਡੀ ਸੋਚਣੀ ਗਲਤ ਹੈ। ਇਹ ਲੋਕ ਆਵਾਜ਼ ਨਹੀਂ ਹੈਗੇ, ਇਹ ਲੋਕ ਆਵਾਜ਼ ਬਣਦੇ ਐ ਸਮੇਂ ਤੋਂ ਸਮੇਂ, ਪਰ ਜਦੋਂ ਕਿਸੇ ਮਗਰਮੱਛ ਜਿਹੜਾ ਇਹਨਾਂ ਨੂੰ ਸਪਾਂਸਰ ਕਰਦਾ ਹੋਵੇ, ਇਹਨਾਂ ਨੂੰ ਪੈਸੇ ਦੇ ਕੇ ਆਪਣੀ ਪ੍ਰਸਿੱਧੀ ਹਾਸਲ ਕਰਦਾ ਹੋਵੇ, ਜਦੋਂ ਉਹਦਾ ਬਿਜ਼ਨਸ ਡਾਮਾਡੋਲ ਹੁੰਦਾ ਤਾਂ ਉਹਦੇ ਅਗੇਂਸਟ ਕੋਈ ਵੀ ਖਬਰ ਨਹੀਂ ਚਲਾ ਸਕਦੇ, ਕਿਉਂਕਿ ਇਹਨਾਂ ਨੇ ਆਪਣੇ ਸਟਾਫ ਨੂੰ ਤਨਖਾਹਾਂ ਦੇਣੀਆਂ। ਸੋ ਇਹ ਮੀਡੀਆ ਦੀ ਮਜਬੂਰੀ ਹੁੰਦੀ ਹੈ। ਤੁਹਾਡੇ ਸੋਚਣ ਦਾ ਤਰੀਕਾ ਹੋਰ ਹੈ, ਮੀਡੀਆ ਦੇ ਕੰਮ ਕਰਨ ਦਾ ਤਰੀਕਾ ਹੋਰ ਹੁੰਦਾ ਜੀ। ਇੱਦੋਂ ਅੱਗੇ ਚੱਲੀਏ ਜੀ ਆਪਾਂ, ਤੇ ਆਪਾਂ 2-3 ਗੱਲਾਂ ਕੀਤੀਆਂ ਸੀ ਕਿ ਸਰਬੱਤ ਦਾ ਭਲਾ ਜਿਹੜਾ ਟਰਸਟ ਹੈ ਉਹਦੇ ਵਾਸਤੇ SP ਓਬਰਾਏ ਜੀ ਉਹਨੂੰ ਚਲਾਉਂਦੇ ਆ। ਉਹਨਾਂ ਦੇ ਵਿੱਚੋਂ ਇੱਕ ਇਹ ਵੀ ਸਵਾਲ ਸੀ ਕਿ ਫੱਗਣ ਮਾਜਰਾ ਦੇ ਵਿੱਚ, ਫੱਗਣ ਮਾਜਰਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਕਿ ਉੱਥੋਂ ਦੀ ਜਿਹੜੀ ਇਹਨਾਂ ਨੇ ਜ਼ਮੀਨ ਬਹੁਤ ਇੱਕ ਇਨਡਾਇਰੈਕਟ ਤਰੀਕੇ ਦੇ ਨਾਲ ਹਥਿਆਈ ਸੀ, ਖਰੀਦੀ ਸੀ ਬਹੁਤ ਸਸਤੇ ਰੇਟ ਦੇ ਵਿੱਚ, ਪੰਚਾਇਤ ਨੂੰ ਵਿੱਚ ਮਿਲਾ ਕੇ, ਕੁਝ ਅਫਸਰਾਂ ਨੂੰ ਵਿੱਚ ਮਿਲਾ ਕੇ, ਕੁਝ ਤਹਿਸੀਲਦਾਰਾਂ ਨੂੰ ਵਿੱਚ ਮਿਲਾ ਕੇ, ਤੇ ਉਹਦਾ ਜਵਾਬ ਜਿਹੜਾ ਦੇਣਾ ਬਣਦਾ ਸੀ SP ਓਬਰਾਏ ਨੂੰ ਕਿ ਨਹੀਂ ਜੀ ਅਸੀਂ ਤਾਂ ਕਿਸੇ ਨਾਲ ਧੋਖਾਧੜੀ ਨਹੀਂ ਕੀਤੀ, ਅਸੀਂ ਤਾਂ ਸਰਬੱਤ ਦੇ ਭਲੇ ਲਈ, ਭਲੇ ਕਾਰਜਾਂ ਲਈ ਜ਼ਮੀਨ ਖਰੀਦੀ ਤੇ ਅਸੀਂ ਉੱਥੇ ਬਿਲਡਿੰਗ ਬਣਾਈ ਤੇ ਬਿਲਡਿੰਗ ਬਣਾ ਕੇ 4 ਦੀਵਾਰੀ ਕੀਤੀ ਹੋਈ ਹੈ, ਬਿਲਡਿੰਗ ਬਣਾਉਣੀ ਸ਼ੁਰੂ ਕੀਤੀ ਹੈ। ਜਿਸ ਕਾਰਜ ਲਈ ਅਸੀਂ ਜ਼ਮੀਨ ਲਈ ਸੀ ਤੇ ਉਸੇ ਕਾਰਜ ਵਾਸਤੇ ਹੀ ਅਸੀਂ ਉਹਨੂੰ ਯੂਜ਼ ਕਰ ਰਹੇ ਹਾਂ, ਪਰ ਨਹੀਂ, ਇੱਦਾਂ ਨਹੀਂ ਹੋਇਆ। SP ਓਬਰਾਏ ਸਾਹਿਬ ਜਾਂ ਉਹਨਾਂ ਦੇ ਆਫੀਸ਼ੀਅਲ ਕਿਸੇ ਵੀ ਬੰਦੇ ਨੇ ਇਸ ਗੱਲ ਦਾ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕੀਤੀ, ਤੇ ਮੈਂ ਕੋਸ਼ਿਸ਼ ਕਰਦਾ ਕਿ SP ਓਬਰਾਏ ਸਾਹਿਬ ਨੇ ਜਿਹੜੇ ਪਿੰਡ ਜ਼ਮੀਨ ਲਈ, ਉਸ ਜ਼ਮੀਨ ਜਿਹੜੇ ਲੈਣ ਵਾਲੇ ਲੋਕ ਸੀਗੇ ਜਾਂ ਦੇਣ ਵਾਲੇ ਲੋਕ ਸੀਗੇ, ਉਹਦੇ ਵਿੱਚ ਉਹਦੇ ਪਿੰਡ ਦੀ ਪੰਚਾਇਤ ਸ਼ਾਮਲ ਸੀ। ਪਿੰਡ ਦਾ ਜਿਹੜਾ ਸਰਪੰਚ ਸੀ ਉਸ ਵੇਲੇ ਉਹਦੇ ਨਾਲ ਵੀ ਲੈਣ ਦੇਣ ਕੀਤਾ ਗਿਆ। ਮੌਕੇ ਤੇ ਜਿਹੜੇ ਪੋਲੀਟੀਕਲ ਲੋਕ ਸੀ, ਤਹਿਸੀਲਦਾਰ ਸੀ, ਹੋਰ ਵੱਡਾ ਅਮਲਾ ਸੀ ਜਿਹੜਾ, ਉਹਨਾਂ ਨੂੰ ਵੀ ਸ਼ਾਇਦ ਇਹ ਖਦਸ਼ਾ ਹੈ ਕਿ ਸ਼ਾਇਦ ਉਹਨਾਂ ਨੂੰ ਬੁਰਕੀ ਪਾ ਕੇ ਕੰਮ ਕਰਾਇਆ ਗਿਆ ਹੋਵੇ, ਪਰ ਇਸ ਤਰ੍ਹਾਂ ਲੋਕਾਂ ਨੂੰ ਇਹ ਲਾਰਾ ਕਹਿੰਦੇ ਲਾਇਆ ਗਿਆ ਸੀ ਜਦੋਂ ਮਤਾ ਪਵਾਇਆ ਸੀ, ਸਾਈਨ ਕਰਾਇਆ ਸੀ, ਕਿਉਂਕਿ ਪਿੰਡ ਦੀ ਪੰਚਾਇਤੀ ਜ਼ਮੀਨ ਜਿਹੜੀ ਹੈ ਉਹ ਪੰਚਾਇਤ ਦੇ ਜਿਹੜਾ ਮਤਾ ਪਾਇਆ ਹੁੰਦਾ, ਪੰਜਾਬੀ 'ਚ ਉਹਨੂੰ ਮਤਾ ਕਹਿੰਦੇ ਆ, ਤੇ ਉਹ ਮਤੇ ਤੋਂ ਬਿਨਾਂ ਇਹ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ ਜ਼ਮੀਨ। ਤੇ ਉਹ ਸਰਪੰਚ ਸਾਹਿਬ ਬਦਲ ਗਏ ਨੇ ਜਿਨ੍ਹਾਂ ਨੇ ਜ਼ਮੀਨ ਵੇਚੀ ਸੀ। ਉਸ ਤੋਂ ਬਾਅਦ ਫਿਰ ਦੂਜੇ ਸਰਪੰਚ ਸਾਹਿਬ ਆਏ, ਉਹਨਾਂ ਨੂੰ ਘਪਲੇ ਦਾ ਪਤਾ ਲੱਗਿਆ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਹਿੰਦੇ ਕਿ ਤਾਰਾਂ ਬਹੁਤ ਉੱਪਰ ਤੱਕ ਜੁੜੀਆਂ ਹੋਈਆਂ ਨੇ, ਬਹੁਤ ਸਾਰੇ ਲੀਡਰ ਇਹਦੇ 'ਚ ਅਕਾਲੀਆਂ ਦੇ ਇਨਵੋਲਵ ਨੇ, ਇਸ ਕਰਕੇ ਇਹ ਚੀਜ਼ ਜਿਹੜੀ ਹੈ ਅੱਗੇ ਨਹੀਂ ਵੱਧ ਸਕੀ। ਪਰ ਉਹ ਕੋਸ਼ਿਸ਼ ਕਰ ਰਹੇ ਹੈ ਕਿ ਇਸ ਘਪਲੇ ਨੂੰ ਵਾਪਸ ਕੀਤਾ ਜਾਵੇ ਤਾਂ ਕਿ ਸਾਡੇ ਪਿੰਡ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਆਵੇ। ਆਪਾਂ ਸਰਪੰਚ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜੇ ਉਹਨਾਂ ਦਾ ਨੰਬਰ ਮਿਲ ਗਿਆ ਤਾਂ। ਦੋਸਤੋ ਇਹਨੂੰ ਸ਼ੇਅਰ ਕਰ ਲਓ ਵੱਧ ਤੋਂ ਵੱਧ। ਮੇਰਾ ਖਿਆਲ ਹੈ ਕਿ ਜਾਂ ਤਾਂ ਬੈਲ ਜਾ ਨਹੀਂ ਰਹੀ ਜਾਂ ਉਹ ਚੱਕ ਨਹੀਂ ਰਹੀ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ। ਹੈਲੋ, ਹਾਂ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਸੰਧੂ ਬੋਲ ਰਿਹਾ ਜੀ। ਕੀ ਹਾਲ ਚਾਲ ਹੈ? ਠੀਕ ਹੈ। ਮੈਂ ਤੁਹਾਨੂੰ ਕਿਹਾ ਸੀ 7:30 ਕਾਲ ਕਰੂੰਗਾ, ਮੈਂ ਕਰ ਦਿੱਤੀ, ਦੇਖ ਲਓ। ਹਾਂਜੀ 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 ਵੀਰ ਜੀ, ਹੋਰ ਠੀਕ ਹੋ? ਸਭ ਠੀਕ ਠਾਕ ਹੋ? ਤੁਸੀਂ ਕੰਫਰਟੇਬਲ ਹੋ 5-7 ਮਿੰਟ ਗੱਲ ਕਰਨ ਵਾਸਤੇ ਸਰ? ਹਾਂਜੀ ਹਾਂਜੀ। ਫੱਗਣ ਮਾਜਰੇ ਦੇ ਸਰਪੰਚ ਸਾਹਿਬ ਹੀ ਬੋਲ ਰਹੇ ਹੋ ਨਾ? ਹਾਂਜੀ ਹਾਂਜੀ ਹਾਂਜੀ। ਅੱਛਾ, ਮੈਂ ਨਾ ਇੱਕ ਮਾਮਲੇ 'ਚ ਤੁਹਾਡੇ ਤੋਂ ਥੋੜੀ ਜਿਹੀ ਖਬਰ ਲੈਣੀ ਸੀ ਕਿ ਇੱਕ ਸਰਬੱਤ ਦੇ ਭਲੇ ਟਰਸਟ ਨੇ ਤੁਹਾਡੇ ਪਿੰਡ ਦੀ ਜ਼ਮੀਨ ਲਈ ਸੀ। ਉਹ ਕਿੰਨੀ ਜ਼ਮੀਨ ਸੀ ਜੀ? 12 ਕਿੱਲੇ 13 ਕਿੱਲੇ? ਹਾਂਜੀ, ਉਹ ਕਿੰਨੀ ਜ਼ਮੀਨ ਸੀ ਸਰ? ਹੈਲੋ ਹੈਲੋ ਜੀ, ਉਹ ਜ਼ਮੀਨ ਕਿੰਨੀ ਸੀ ਸਰ? ਹੈਲੋ ਜੀ, ਤੁਹਾਨੂੰ ਮੇਰੀ ਗੱਲ ਸੁਣਾਈ ਦੇ ਰਹੀ ਹੈ ਕਿ ਨਹੀਂ? ਹਾਂਜੀ 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 ਹਾਂਜੀ। ਉਹ ਜ਼ਮੀਨ ਕਿੰਨੀ ਸੀ ਜੀ, ਜਿਹੜੀ ਜ਼ਮੀਨ ਸਰਬੱਤ ਦੇ ਭਲੇ ਨੇ ਤੁਹਾਡੀ ਲਈ ਸੀ ਪਿੰਡ ਦੀ? ਉਹ ਸਾਡੇ ਪਿੰਡ ਦੀ ਜੀ ਜ਼ਮੀਨ SP ਓਬਰਾਏ ਹੈ ਜੀ, ਜਿਹੜਾ ਸਰਬੱਤ ਦਾ ਭਲਾ ਬਣਿਆ ਟਰਸਟ। ਹਾਂਜੀ ਹਾਂਜੀ, SP ਓਬਰਾਏ ਸਾਹਿਬ ਦੀ ਗੱਲ ਕਰ ਰਹੇ ਹਾਂ ਜੀ ਅਸੀਂ। ਹਾਂਜੀ ਹਾਂਜੀ, ਉਹ ਜੀ 12 ਏਕੜ ਜ਼ਮੀਨ ਸੀ ਜੀ।
ਅੱਛਾ ਜੀ। ਤੇ ਇਹ ਪੰਚਾਇਤ ਨੇ ਇਹ ਕਿਵੇਂ ਵੇਚ ਦਿੱਤੀ ਪਿੰਡ ਦੀ ਜ਼ਮੀਨ ਜਿਹੜੀ ਹੈ? ਉਹ ਤਾਂ ਬਹੁਤ ਬੜਾ ਉਹਦੇ 'ਚ ਕਾਗਜ਼ ਪੱਤਰ ਚਾਹੀਦੇ ਆ, ਬੜੇ ਮਤੇ ਚਾਹੀਦੇ ਆ ਉਹਦੇ ਵਿੱਚ। ਮਤੇ ਸਰ ਪਏ ਵੇ ਨੇ ਕੋਈ ਨਾ, ਜਿਹੜੇ ਸਾਡੇ ਸਰਪੰਚ ਸਾਹਿਬ ਸੀ ਨਾ ਪਿਛਲੇ। ਅੱਛਾ ਜੀ, ਤੁਸੀਂ ਹੁਣ ਨਵੇਂ ਸਰਪੰਚ ਬੋਲ ਰਹੇ ਹੋ ਨਾ? ਹਾਂਜੀ। ਅੱਛਾ ਜੀ, ਪਿਛਲੇ ਸਰਪੰਚ ਨੇ ਵੇਚੀ ਸੀ? ਉਹ ਜੀ ਪਿਛਲੀ ਪੰਚਾਇਤ ਨੇ ਕਰਿਆ ਸੀ, ਉਹਦੇ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ ਜੀ। ਅਸੀਂ ਤਾਂ ਸੌਕਾ ਤੇ ਉਸ ਗੱਲ ਤੇ ਨਾਰਾਜ਼ ਹੈ ਜੀ, ਸਾਡਾ ਸਾਰਾ ਪਿੰਡ ਨਾਰਾਜ਼ ਹੈ, ਕਿਉਂਕਿ ਉਹ ਜਿਹੜੀ ਜ਼ਮੀਨ ਹੈ ਨਾ, ਹਾਂਜੀ, ਜਿਹੜੀ ਦਾ ਤਬਾਦਲਾ ਹੋਇਆ ਉਹ ਬਿਲਕੁਲ ਗਲਤ ਹੋਇਆ। ਠੀਕ ਹੈ ਜੀ। ਉਹ ਨਾ ਜਿਹੜੀ ਸਾਡੀ ਜ਼ਮੀਨ ਹੈ, ਜਿਹੜੀ ਦਾ ਤਬਾਦਲਾ ਹੋਇਆ, ਉਹ ਤਾਂ ਮੇਨ ਰੋਡ ਤੇ ਜ਼ਮੀਨ ਹੈ ਜੀ, ਉਹ ਤਾਂ ਬੜੀ ਕੀਮਤੀ ਹੈ, ਜਿਹੜੀ ਲਈ ਗਈ ਹੈ ਟਰਸਟ ਵੱਲੋਂ। ਜਿਹੜੀ ਸਾਨੂੰ ਦਿੱਤੀ ਹੈ ਨਾ ਪਿੰਡ ਨੂੰ ਜੀ, ਉਹ ਤਾਂ ਬੜੀ ਜਮਾ ਪਿੱਛੇ ਹੈ ਜੀ ਜ਼ਮੀਨ। ਉਹਦੇ ਤਾਰਾਂ ਨੇ, ਉਹ ਤੁਹਾਡਾ 20 ਲੱਖ ਰੁਪਏ ਨੂੰ ਉਹਦੇ ਨਾਲ ਜ਼ਮੀਨ ਵਿਕੀ ਹੈ ਜੀ, 19 ਲੱਖ ਰੁਪਏ। ਅੱਛਾ, ਉਹ ਬਹੁਤ ਸਸਤੀ ਸੀ, ਜਿਹੜੀ ਲਈ ਗਈ ਆ ਉਹ ਬਹੁਤ ਮਹਿੰਗੀ ਹੈ। ਉਹ ਤਾਂ ਜੀ ਦੇਖੋ ਸਰ, ਸਾਰਿਆਂ ਨੂੰ ਪਤਾ ਉਹ ਤਾਂ ਮੇਨ ਰੋਡ ਤੇ ਸੀ। ਹਾਂ। ਅੱਛਾ, ਉਸ ਗੱਲ ਤੇ ਤਾਂ ਜੀ ਸਾਰਾ ਸਾਡਾ ਪਿੰਡ ਨਾਰਾਜ਼ ਸੀ ਸਰਪੰਚ ਸਾਹਿਬ ਤੇ ਵੀ, ਇਹ ਕਿਉਂ ਦਿੱਤੀ, ਕਿਉਂ ਇਹ ਗਲਤ ਕੰਮ ਹੋਇਆ। ਤੇ ਫਿਰ ਜਦੋਂ ਤੁਸੀਂ ਆਏ ਤੇ ਤੁਸੀਂ ਪਿੰਡ ਦੇ ਲੋਕਾਂ ਨੂੰ ਨਾਰਾਜ਼ ਨਾ ਹੋਣ ਉਹਨਾਂ ਵਾਸਤੇ ਕੁਝ ਜ਼ੋਰ ਚਲਾਇਆ? ਜ਼ੋਰ ਚਲਾਇਆ ਜੀ ਅਸੀਂ, ਸਾਡਾ ਲੋਕਾਂ ਨੂੰ ਵਾਅਦਾ ਕਰਿਆ ਹੋਇਆ ਸੀ ਜੀ, ਹਨਾ ਜੀ, ਵੀ ਅਸੀਂ ਤੁਹਾਡੇ ਇਹਦੇ ਖਿਲਾਫ ਜੀ ਜਾਵਾਂਗੇ, ਵੀ ਜੋ ਜਿੰਨਾ ਹੋਇਆ ਅਸੀਂ ਕਰਾਂਗੇ ਜੀ। ਅਸੀਂ ਫਿਰ ਹਾਈ ਕੋਰਟ ਨਾਲ ਜੀ ਕੇਸ ਪਾਇਆ ਸੀ। ਅੱਛਾ, ਤੁਸੀਂ ਵੈਸੇ ਰਿਕੁਐਸਟ ਕੀਤੀ ਓਬਰਾਏ ਸਾਹਿਬ ਨੂੰ ਕਿ ਤੁਸੀਂ ਜੀ ਸਾਡੇ ਪਿੰਡ ਦੀ ਜ਼ਮੀਨ ਵਾਪਸ ਕਰ ਦਿਓ? ਨਹੀਂ ਜੀ, ਉਹ ਸਾਡੇ ਨਾਲ ਕਿੱਥੇ, ਉਹਨਾਂ ਦਾ ਤਾਲਮੇਲ ਹੋਇਆ ਹੀ ਨਹੀਂ ਜੀ ਸਾਡੇ ਨਾਲ ਤਾਂ। ਅੱਛਾ, ਤੁਹਾਡੇ ਨਾਲ ਗੱਲ ਨਹੀਂ ਕਰਦੇ ਇਸ ਮੌਕੇ? ਹਾਈ ਕੋਰਟ ਜੀ ਦੇਖੋ ਐਡੇ ਫੈਸਲੇ ਜੀ ਕਿਤੇ ਰਿਕੁਐਸਟ ਨਾਲ, ਕਿਹੜਾ ਜਦੋਂ ਤਬਾਦਲਾ ਹੀ ਹੋ ਗਿਆ ਜੀ, ਹਨਾ, ਪ੍ਰੋਪਰ ਤਬਾਦਲਾ ਅਗਲੇ ਨੇ ਕਰਿਆ ਜੀ, ਹਨਾ। ਅੱਛਾ, ਟਾਈਮ ਲੱਗਿਆ ਜੀ, ਆਪਣੀਆਂ ਅੜਚਣਾਂ ਆਈਆਂ ਨੇ, ਕਿਹੜਾ ਸਾਡੇ MLA ਸਾਹਿਬ ਨੇ ਵੀ ਇੱਥੇ ਪੱਤਰਕਾਰ ਕਾਨਫਰੰਸ ਕਰਤੀ ਸੀ ਜੀ ਪਿੰਡ 'ਚ। ਅੱਛਾ, ਇਹਨਾਂ ਨੇ ਜੀ ਨਾ ਇੱਕ ਅਖਬਾਰ 'ਚ ਦੇਤੀ ਸੀ ਜੀ, ਕੋਈ ਇੰਗਲਿਸ਼ ਦਾ ਅਖਬਾਰ ਹੈ, ਉਹ ਸਾਡੇ MLA ਸਾਹਿਬ ਨੂੰ ਪਤਾ ਲੱਗ ਗਿਆ ਸੀ ਜੀ, ਉਹਦਾ ਸਾਡੇ ਪਿੰਡ ਨੂੰ ਨਹੀਂ ਪਤਾ ਸੀ। ਇਹਨਾਂ ਨੇ 2 ਲਾਈਨਾਂ ਲਿਖਤੀਆਂ ਸੀ ਜੀ, ਵੀ ਫੱਗਣ ਮਾਜਰੇ ਫਲਾਨੀ ਤਰੀਕ ਨੂੰ ਜੀ, ਠੀਕ ਹੈ ਜੀ, ਇਸ ਦਾ ਮਤਾ ਪਾਇਆ ਜਾਊਗਾ ਜੀ, ਜ਼ਮੀਨ ਦਿੱਤੀ ਜਾਊਗੀ ਜੀ। ਉਹ ਕਿਸੇ ਨੂੰ ਪਤਾ ਹੀ ਨਹੀਂ ਸੀ ਜੀ ਇਹ ਗੱਲ ਦਾ। ਅੱਛਾ ਜੀ, ਉਹ ਇਸ਼ਤਿਹਾਰ ਦੇਣਾ ਪੈਂਦਾ ਕਾਨੂੰਨੀ ਤੌਰ ਤੇ? ਹਾਂਜੀ, ਹਾਂਜੀ, ਉਹ ਇਸ਼ਤਿਹਾਰ ਜੀ ਇੱਕ ਨਾ ਇੰਗਲਿਸ਼ ਅਖਬਾਰ 'ਚ ਦਿੱਤਾ ਗਿਆ, ਜਿਹੜਾ ਕਿ ਹੁਣ ਪਿੰਡਾਂ 'ਚ ਕਿੱਥੋਂ ਇੰਗਲਿਸ਼ ਅਖਬਾਰ ਕੋਈ ਪੜ੍ਹਦਾ ਨਹੀਂ ਜੀ, ਨਾ ਹੁੰਦਾ। ਉਹ ਪਿਛਲੇ ਸਾਡੇ MLA ਸੀ ਜੀ ਉਦੋਂ, ਸ਼੍ਰੀ ਬ੍ਰਹਮ ਮਹਿੰਦਰਾ ਜੀ, ਹਨਾ, ਉਹਨਾਂ ਨੇ ਸਾਨੂੰ ਦੱਸਿਆ ਜੀ, ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਉਹਨਾਂ ਨੇ ਵੀ ਇਹ ਗੱਲ ਹੈ ਜੀ। ਫਿਰ ਉਰੇ ਆਏ ਪਿੰਡ 'ਚ ਜੀ। ਅੱਛਾ ਜੀ। ਫਿਰ ਉਸ ਦਿਨ ਕੋਈ ਕੁਛ ਨਹੀਂ ਹੋਇਆ ਜੀ, ਕਿਤੇ ਬਾਅਦ 'ਚ ਨਾ ਜੀ ਫਿਰ ਸਾਡੇ ਲੋਕਾਂ ਨੂੰ ਪਲਾਟਾਂ ਦਾ ਝਾਸਾ ਸੀ, ਵੀ ਪਲਾਟਾਂ ਦੇ ਝਾਸੇ 'ਚ ਨਾ ਲੋਕਾਂ ਦੇ ਸਾਈਨ, ਜਿਹੜੀ ਗਰੀਬ ਜਨਤਾ ਉਹ ਕਰੇਂਗੀ ਜਾ ਕੇ। ਅੱਛਾ ਜੀ, ਉਹ ਕੀ ਕਿਹਾ ਗਿਆ ਸਰਪੰਚ ਸਾਹਿਬ ਵੱਲੋਂ? ਕੀ ਕਿਹਾ ਗਿਆ ਕਿ ਪਲਾਟ ਮਿਲਣਗੇ ਤੁਹਾਨੂੰ? ਹਾਂਜੀ ਬਈ, ਪਲਾਟ ਮਿਲਣਗੇ ਜੀ। ਗ੍ਰਾਮ ਸਭਾ ਦਾ ਮਤਾ, ਉਹਦੇ ਪਲਾਟਾਂ ਦਾ ਝਾਸਾ ਦੇ ਕੇ ਨਾ ਗ੍ਰਾਮ ਸਭਾ ਦਾ ਮਤਾ ਤਿਆਰ ਹੋ ਗਿਆ ਜੀ, ਮਤਾ ਪਾਇਆ ਗਿਆ। ਅੱਛਾ ਜੀ। ਤੇ ਪਰ ਜਿਹੜਾ ਮਤਾ ਸੀ ਉਹਦੇ 'ਚ ਲਿਖਿਆ ਹੋਇਆ ਸੀ ਜ਼ਮੀਨ ਵੇਚਣ ਦਾ, ਪਰ ਲੋਕਾਂ ਨੂੰ ਕਿਹਾ ਗਿਆ ਕਿ ਇਹ ਪਲਾਟ ਜਿਹੜੇ ਆ ਉਹ ਕੱਟ ਕੇ ਦਿੱਤੇ ਜਾਣਗੇ ਤੁਹਾਨੂੰ। ਜ਼ਮੀਨ ਦਾ ਵੇਚਣ ਦਾ ਨਹੀਂ ਸਰ, ਇਹ ਤਬਾਦਲਾ ਹੋਇਆ ਵਾ, ਵੇਚੀ ਵੀ ਨਹੀਂ, ਇਹ ਤਬਾਦਲਾ ਹੈ। ਅੱਛਾ, ਤਬਾਦਲੇ ਜਿਹੜੀ ਜ਼ਮੀਨ ਦਿੱਤੀ ਗਈ ਹੈ ਨਾ, ਉਹ ਜਮੀ ਸਸਤੀ ਹੈ, ਇਹ ਤਾਂ ਮੇਨ ਜੀ। ਤੇ ਇਹਦੇ ਵਿੱਚ ਫਿਰ ਕਿਹੜੇ ਬੰਦੇ ਇਨਵੋਲਵ ਸੀ? ਕਿਉਂਕਿ ਜਦੋਂ ਰਜਿਸਟਰੀ ਹੁੰਦੀ ਹੈ ਇਦਾਂ ਦੀ ਸਰਪੰਚ ਸਾਹਿਬ, ਉਹਦੇ ਵਿੱਚ ਤਾਂ ਤਹਿਸੀਲਦਾਰ ਹੁੰਦੇ ਆ, ਹੋਰ ਬਹੁਤ ਅਮਲਾ ਇਨਵੋਲਵ ਹੁੰਦਾ, ਤੇ ਉਹ ਕਿਵੇਂ ਕਰਾਇਆ ਫਿਰ ਇਹਨਾਂ ਨੇ? ਉਹ ਤਾਂ ਜੀ ਇਹਨਾਂ ਦੇ ਸਾਰਿਆਂ ਦੇ ਫਿਰ ਉਹ ਇਨਵੋਲਵ ਨੇ ਨਾ ਉਹ 'ਚ ਸਾਰੇ। ਦੇਖੋ ਜੀ, ਪੰਚਾਇਤ ਮੰਤਰੀ ਦੀ ਮਨਜ਼ੂਰੀ ਹੈ ਜੀ, ਪਹਿਲਾਂ ਪੰਚਾਇਤ ਦਾ ਮਤਾ ਹੈ ਜੀ, ਗ੍ਰਾਮ ਸਭਾ ਦਾ ਮਤਾ ਹੈ ਜੀ, ਹਨਾ ਜੀ, ਤੇ ਡਾਇਰੈਕਟਰ ਦੀ ਮਨਜ਼ੂਰੀ ਹੈ ਜੀ। ਪੰਚਾਇਤ ਮੰਤਰੀ ਕੌਣ ਸੀ ਜੀ ਉਸ ਵੇਲੇ? ਰਖੜਾ ਸਾਹਿਬ? ਸਿੰਘ ਰਖੜਾ ਸੀ। ਸੁਰਜੀਤ ਸਿੰਘ ਰਖੜੇ ਨਾਲ ਇਹਨਾਂ ਦੀ ਓਬਰਾਏ ਸਾਹਿਬ ਦੀ ਗੱਲਬਾਤ ਸਿੱਧੀ ਸੀ? ਹਾਂਜੀ, ਉਹ ਤਾਂ ਹੈਗੇ ਜੀ, ਪੋਲੀਟੀਕਲ ਲੀਡਰਾਂ ਨਾਲ ਉਹਨਾਂ ਦੀ ਹੈਗੀ ਹੋਇਆ। ਅੱਛਾ, ਉਹ ਸੁਰਜੀਤ ਸਿੰਘ ਰਖੜਾ ਤੇ ਹੋਰ ਕੌਣ ਇਨਵੋਲਵ ਸੀਗੇ? ਤੇ ਜਿਹੜੇ ਜਿਨ੍ਹਾਂ ਨੇ ਸਾਈਨ ਕੀਤੇ, ਰਜਿਸਟਰੀ ਕੀਤੀ, ਤੇ ਉਹਨੇ ਨਹੀਂ ਕੋਈ ਨੱਕ ਨੁੱਕ ਮਾਰਿਆ? ਨਹੀਂ ਸਰ, ਉਹਨਾਂ ਨੇ ਤਾਂ ਕੀ ਨੱਕ ਮਾਰਨਾ ਸੀ, ਉਹਨਾਂ ਨਾਲ ਇਹਨਾਂ ਦੀ ਗੱਲਬਾਤ ਜਿਵੇਂ ਵੀ ਹੋਊਗੀ, ਠੀਕ ਹੈ ਨਾ ਜੀ। ਇੱਥੇ BDPO 2 ਘੰਟੇ ਵਾਸਤੇ ਬਦਲਾ ਕੇ ਲਿਆਂਦਾ ਗਿਆ ਜੀ। BDPO? ਹਾਂਜੀ ਹਾਂ, BDPO ਜੀ, ਜਿਹੜਾ BDO ਕਹਿੰਦੇ ਆ ਜੀ ਆਪਾਂ, ਪੰਚਾਇਤ ਅਫਸਰ ਹੁੰਦਾ। ਪੰਚਾਇਤ ਅਫਸਰ? ਅੱਛਾ, ਉਹ ਕਰਦਾ ਨਹੀਂ ਸੀ ਸਾਈਨ? ਹਾਂਜੀ, ਉਹਨੇ ਮਤਾ ਪਾਸ ਉਸਨੇ ਕਰਨਾ ਹੁੰਦਾ ਨਾ ਜੀ। ਪੰਚਾਇਤ ਦੀ ਇਹੀ ਜੀ ਮਨਜ਼ੂਰੀ ਹੈ, ਜਿਹੜੀ ਪਹਿਲਾਂ ਪੰਚਾਇਤ ਨੂੰ ਮਨਜ਼ੂਰੀ ਉਹ ਦਿੰਦਾ ਜੀ BDPO, ਫਿਰ DDPO ਦਿੰਦਾ ਜੀ। ਹਾਂਜੀ, ਹੈਲੋ ਜੀ। ਫਿਰ DDPO ਦਿੰਦਾ ਜੀ, ਫਿਰ ਡਾਇਰੈਕਟਰ ਸਾਹਿਬ ਦੀ ਵੀ ਮਨਜ਼ੂਰੀ ਹੋਈ ਵੀ ਹੈ ਜੀ। ਅੱਛਾ, ਤੇ ਫਿਰ ਉਹ ਜਿਹੜਾ ਸਾਈਨ ਨਹੀਂ ਸੀ ਕਰਦਾ ਉਹਨੂੰ ਬਦਲ ਦਿੱਤਾ ਗਿਆ? ਹਾਂਜੀ, ਉਹ BDPO ਬਦਲਿਆ ਗਿਆ ਜੀ। ਉਸ ਦੀ ਅਸੀਂ ਤਰੀਕਾਂ ਵਗੈਰਾ ਕਢਾ ਕੇ ਦੇਖੀਆਂ ਨੇ ਨਾ ਜੀ। ਉਹ 2 ਘੰਟੇ ਵਾਸਤੇ ਕੋਈ BDPO ਬਦਲਿਆ ਗਿਆ ਜੀ। 2 ਘੰਟੇ ਲਈ BDPO ਬਦਲ ਦਿੱਤਾ ਇਹ ਕੰਮ ਕਰਾਉਣ ਵਾਸਤੇ? ਹਾਂਜੀ ਬੱਲੇ। ਇਹ ਤਾਂ ਬੜਾ ਹਾਈਲਾਈਟ ਹੋਇਆ ਜੀ ਸਾਡੇ ਇਲਾਕੇ 'ਚ ਗੱਲ, ਵੀ ਪਿੰਡ ਨਾਲ ਠੱਗੀ ਵੱਜੀ ਹੈ ਜੀ, ਗਲਤ ਹੋਇਆ।
ਸਾਨੂੰ ਵੀ ਲੋਕਾਂ ਨੇ ਬੜਾ ਇਹ ਗੱਲ ਤੇ ਸਾਡੇ ਤੇ ਵੀ ਪ੍ਰੈਸ਼ਰ ਸੀ ਜੀ ਇਹ ਗੱਲ ਦਾ ਵੀ ਤੁਸੀਂ ਇਸ ਨੂੰ ਇਹ ਮੁੱਦੇ ਨੂੰ ਚੱਕੋ। ਪਰ ਚਲੋ ਹੁਣ ਅਸੀਂ ਜੋ ਕਰ ਸਕਦੇ ਸੀ, ਪੰਚਾਇਤ ਕਰ ਸਕਦੀ ਸੀ ਹਨਾ। ਅਸੀਂ ਤਾਂ ਦੇਖੋ ਪੰਚਾਇਤ ਲੜਾਈ ਤਾਂ ਕਿਸੇ ਨਾਲ ਕਰ ਨਹੀਂ ਸਕਦੀ। ਪੰਚਾਇਤ ਨੇ ਦੇਖੋ ਜੀ ਮਤਾ ਪਾ ਕੇ ਅਸੀਂ ਵਕੀਲ ਕਰਕੇ ਨਾ ਜੀ ਤੇ ਹਾਈ ਕੋਰਟ ਪਾਤਾ ਸੀ। ਹਾਈ ਕੋਰਟ ਨੇ ਸਾਨੂੰ ਖਾਰਜ ਕਰਤਾ। ਹਾਈ ਕੋਰਟ ਦਾ ਸਾਨੂੰ ਫੈਸਲਾ ਜਿਹੜਾ ਉਹ ਸਿਰ ਮੱਥੇ ਹੈ ਜੀ, ਅਸੀਂ ਉਹਨੂੰ ਕੀ ਕਰ ਸਕਦੇ। ਤੇ ਫਿਰ ਤੁਸੀਂ ਪ੍ਰਪੇਅਰ ਹੈਗੇ ਹੋ ਇਹਨੂੰ ਅੱਗੇ ਲੈ ਕੇ ਜਾਣ ਨੂੰ, ਖੋਲਣ ਵਾਸਤੇ ਕਿ ਤੁਹਾਡੇ ਨਾਲ ਧੋਖਾ ਹੋਇਆ? ਹਾਂਜੀ, ਇਹ ਤਾਂ ਸਾਰਾ ਪਿੰਡ ਕਹਿ ਰਿਹਾ ਜੀ ਇਹ ਤਾਂ ਵੀ ਤਾਂ ਧੋਖਾ ਹੈ ਜੀ। ਤਾਂ ਇਹ ਤਾਂ ਤੁਸੀਂ ਲੰਘਦੇ ਵੜਦੇ ਜੇ ਕਿਤੇ ਦੇਖੋ ਨਾ, ਤੁਸੀਂ ਦੇਖ ਕੇ ਵੀ ਕਹੋਗੇ ਵੀ ਇਹ ਧੋਖਾ। ਬਾਹਰ ਦੇ ਲੋਕ ਵੀ ਸਾਨੂੰ ਫੋਨ ਕਰਕੇ ਕਹਿੰਦੇ ਨੇ ਵੀ ਇਹ ਗਲਤ ਹੋਇਆ, ਪਿੰਡ ਨਾਲ ਧੋਖਾ ਹੀ ਹੈ ਜੀ। ਤਾਂ ਪਰ ਉਹ ਤਾਂ ਕਹਿੰਦੇ ਆ ਕਿ ਮੈਂ ਸਰਬੱਤ ਦਾ ਭਲਾ ਕਰਦਾ ਆ ਤੇ ਮੈਂ ਤਾਂ ਬਹੁਤ ਚੈਰਿਟੀਆਂ ਕਰਦਾ, ਮੈਂ ਤਾਂ ਆਪਦੇ ਪੱਲਿਓਂ ਪੈਸਾ ਖਰਚ ਕਰਦਾ। ਤੁਹਾਡੇ ਪਿੰਡ ਦੀ ਜ਼ਮੀਨ ਫਿਰ ਉਹਨੂੰ ਹੜੱਪਣ ਦੀ ਕੀ ਲੋੜ ਪੈ ਗਈ ਸੀ? ਉਹ ਤਾਂ ਜੀ ਹੁਣ ਉਹ ਦੱਸਣਗੇ, ਉਹ ਜਵਾਬ ਉਹ ਦੇ ਸਕਦੇ ਨੇ। ਪਰ ਉਹਨਾਂ ਨੂੰ ਮੈਂ ਸਵਾਲ ਪੁੱਛੇ ਆ, ਉਹ ਜਵਾਬ ਨਹੀਂ ਦੇ ਰਹੇ ਕੋਈ ਵੀ। ਅੱਛਾ ਜੀ। ਹਾਂਜੀ, ਤੇ ਉਹ ਕੀ ਚੱਕਰ ਕੀ ਹੈ ਕਿ ਇਹ ਮਤਲਬ ਜਾਂ ਫਿਰ ਇਸ ਗਵਰਨਮੈਂਟ ਦੇ ਵਿੱਚ ਵੀ ਇਹਨਾਂ ਦੀ ਕੋਈ ਸਮੂਲੀਅਤ ਹੈ ਜਾਂ ਬਹੁਤ ਲੈਣ ਦੇਣ ਹੈ ਪੋਲੀਟੀਕਲ ਲੀਡਰਾਂ ਨਾਲ? ਬਿਲਕੁਲ ਹੋ ਸਕਦਾ ਜੀ। ਦੇਖੋ ਹੁਣ ਆਪਾਂ ਕਲੀਅਰ ਕੱਟ ਨਹੀਂ ਕਹਿ ਸਕਦੇ ਜੀ ਕਿਸੇ ਨੂੰ, ਜਦੋਂ ਆਪਾਂ ਨੇ ਕੁਝ ਦੇਖਿਆ ਨਹੀਂ ਜੀ ਕੁਝ ਨਾ, ਇਹ ਗੱਲ ਤਾਂ ਨਹੀਂ ਨਾ ਕਹਿ ਸਕਦੇ। ਪਰ ਇਸ ਗੱਲ 'ਚ ਜਿਹੜਾ ਫੱਗੜ ਮਾਜਰਾ ਪਿੰਡ ਹੈ ਉਹ ਤਾਂ ਫਿਰ ਬਹੁਤ ਜ਼ਿਆਦਾ ਨਿਰਾਸ਼ ਹੈ ਕਿ ਸਾਡੇ ਪਿੰਡ ਦੀ ਜ਼ਮੀਨ ਖੋਈ ਗਈ। ਬਹੁਤ ਜ਼ਿਆਦਾ ਨਾਰਾਜ਼ ਹੈ ਸਰ। ਦੇਖੋ ਤਾਂ ਤੁਹਾਨੂੰ ਵੀ ਇਹ ਗੱਲ ਸੁਣ ਕੇ ਹੀ ਪਤਾ ਲੱਗਦਾ ਵੀ ਸਾਨੂੰ ਪਿੱਛੇ ਜ਼ਮੀਨ ਦਿੱਤੀ ਗਈ ਜੀ ਹਨਾ, ਉਹਦਾ ਸਾਨੂੰ ਕੀ ਲਾਭ ਹੈ ਪਿੱਛੇ ਜ਼ਮੀਨ ਦਾ ਜੀ। ਮੇਨ ਰੋਡ ਤੇ ਸਾਡੀ ਜ਼ਮੀਨ, ਹੁਣ ਮੇਰੇ ਕੋਲ 2-4 ਮੁੰਡੇ ਹੋਰ ਵੀ ਬੈਠੇ ਨੇ, ਇਹਨਾਂ ਨਾਲ ਵੀ ਜੇ ਗੱਲ ਕਰਨੀ ਹੈ ਤਾਂ ਕਰ ਸਕਦੇ ਹੋ, ਇਹ ਵੀ ਨਾਰਾਜ਼ ਨੇ। ਨਹੀਂ, ਪਰ ਉਹ ਤੁਸੀਂ ਜਦੋਂ ਜਿਹੜਾ ਸਰਪੰਚ ਹੈ ਉਹ ਪਿੰਡ ਦੀ ਨੁਮਾਇੰਦਗੀ ਕਰ ਰਿਹਾ, ਮੈਂ ਤੁਹਾਡੇ ਤੇ ਪੂਰਾ ਵਿਸ਼ਵਾਸ ਕਰਦਾ ਕਿ ਬਾਕੀ ਵੀ ਨਾਰਾਜ਼ ਹੋਣਗੇ। ਪਰ ਇਹ ਜਿਹੜਾ ਮੁੱਦਾ ਆ ਇਹ ਆਪਾਂ ਨੂੰ ਹੋਰ ਵੱਡੇ ਲੈਵਲ ਤੇ ਇਹ ਲੈ ਕੇ ਜਾਣਾ ਬਣਦਾ ਕਿ ਪਿੰਡ ਵਾਲਿਆਂ ਨਾਲ ਧੋਖਾ ਹੋਇਆ, ਕਿਉਂਕਿ ਪਿੰਡ ਦੇ ਲੋਕ ਭੋਲੇ ਹੁੰਦੇ ਆ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਈਨ ਕਿੱਥੇ ਕਰਤੇ ਅਸੀਂ। ਬਿਲਕੁਲ ਇਹ ਕਹਿੰਦੇ ਰਹੇ ਨਾ ਜੀ ਲੋਕ ਵੀ ਸਾਨੂੰ ਤਾਂ ਇਹ ਸੀ ਵੀ ਪਲਾਟ ਦਿੱਤੇ ਜਾਣਗੇ ਜੀ ਹਨਾ। ਕਹਿੰਦੇ ਵੀ ਸੀ ਸਰਪੰਚ ਸਾਹਿਬ ਸਾਡੇ ਵੀ ਭਾਈ ਪਲਾਟ ਦੇਵਾਂਗੇ ਤੁਹਾਨੂੰ, ਵੀ ਸਾਈਨ ਕਰ ਦਿਓ। ਉਹ ਮਾਮਲਾ ਫਿਰ ਰਫਾ ਦਫਾ ਹੋ ਗਿਆ। ਇਹ ਕਿੰਨੇ ਸਾਲ ਹੋ ਗਏ ਜੀ ਜ਼ਮੀਨ ਲਈ ਨੂੰ? ਇਹ ਜ਼ਮੀਨ ਤਾਂ ਕਈ ਸਾਲ ਹੋ ਗਏ ਜੀ। ਤੇ ਇੱਥੇ ਜਿਹੜੇ ਚੀਜ਼ ਕਹਿ ਕੇ ਇਹਨਾਂ ਨੇ ਜ਼ਮੀਨ ਲਈ ਸੀ ਕਿ ਅਸੀਂ ਸਾਡੇ ਜੀ ਇੱਕ ਮਿੰਟ ਸੁਣੋ ਜੀ ਮੇਰੀ। ਇੱਕ ਜੀ ਸਾਡੇ ਫਿਰ ਨਾ ਪ੍ਰਾਈਵੇਟ ਬੰਦਿਆਂ ਨੇ ਕੇਸ ਲਾਤਾ ਸੀ ਜੀ ਇਹਦੇ ਤੇ। ਇੱਕ ਕੁਲਦੀਪ ਸਿੰਘ ਨਿਹੰਗ ਹੈ ਜੀ। ਅੱਛਾ ਜੀ। ਨਿਹੰਗ ਸਿੰਘ ਹੈ ਜੀ। ਅੱਛਾ, ਉਹਨਾਂ ਨੇ ਜੀ ਹਾਈ ਕੋਰਟ ਕੇਸ ਲਾ ਕੇ ਨਾ ਜੀ ਉਹਨਾਂ ਨੇ ਸਟੇ ਲੈ ਕੇ ਰੋਕ ਰੱਖਿਆ ਜੀ ਇਹ 2-3 ਸਾਲ 3 ਸਾਲ ਦੇ ਲਗਭਗ ਜੀ। ਅੱਛਾ, ਕੰਮ ਬੰਦ ਪਿਆ ਰਿਹਾ ਸੀ ਫਿਰ। ਤੇ ਉਹਨਾਂ ਤੋਂ ਬਾਅਦ ਜੀ ਉਹ ਤਾਂ ਖਾਰਜ ਕਰਦੇ, ਉਹ ਪੂਰਾ ਡਾਕੂਮੈਂਟਸ ਨਹੀਂ ਉੱਥੇ ਪੇਸ਼ ਕਰ ਸਕੇ ਜੀ। ਅੱਛਾ ਜੀ। ਵਿਚਾਰੇ ਅਨਪੜ੍ਹ ਜਿਹਾ ਬੰਦਾ ਸੀ ਜੀ, ਉਹ ਤੋਂ ਇੰਨਾ ਹੈ ਨਹੀਂ ਸੀ ਉਹਨੂੰ ਨੌਲੇਜ, ਨਾ ਪ੍ਰਸ਼ਾਸਨ ਉਹਨਾਂ ਨੂੰ ਦਿੰਦਾ ਸੀ ਕੋਈ ਡਾਕੂਮੈਂਟਸ ਜਿਹੜੇ ਵੀ ਜਿੱਦਾਂ ਜੀ ਪਟਵਾਰੀ ਤੋਂ ਵੈਲਿਊ ਪਵਾ ਕੇ ਜ਼ਮੀਨ ਦੀ ਜੀ ਹਨਾ, ਕੋਈ ਉਹਦੇ ਨਕਸ਼ੇ ਵਗੈਰਾ ਜੀ ਵੀ ਕਿੱਥੇ ਹੈਗੀ ਜੀ ਜ਼ਮੀਨ ਕੀ ਹੈ, ਉਹ ਗੱਲਾਂ ਥੋੜੀਆਂ ਜਿਹੀਆਂ ਉਹਨਾਂ ਤੋਂ ਪੂਰਤੀ ਨਹੀਂ ਕਰ ਸਕੇ। ਠੀਕ ਹੈ ਨਾ ਜੀ। ਖਾਰਜ ਕਰਦੇ ਜੀ ਉਹਨਾਂ ਨੇ ਸਟੇ ਸੀ ਉਹਨਾਂ ਦੀ। ਸਾਨੂੰ ਤਾਂ ਫਿਰ ਸਾਡਾ ਤਾਂ ਕੇਸ ਹੀ ਨਹੀਂ ਜੀ, ਜਦੋਂ ਸਾਨੂੰ ਤਾਂ ਪਹਿਲੇ ਉਹਦੇ ਚ ਖਾਰਜ ਕਰਤਾ। ਓਕੇ, ਇਹਦਾ ਮਤਲਬ ਇਹਦੀ ਪਹੁੰਚ ਜਿਹੜੀ ਹੈ ਬੰਦੇ ਦੀ ਬਹੁਤ ਦੂਰ ਤੱਕ ਹੈ ਤੇ ਘਪਲੇ ਦੇ ਵਿੱਚ ਬਹੁਤ ਸਾਰੇ ਲੋਕ ਇਨਵੋਲਵ ਨੇ ਵਿੱਚ। ਹਾਂਜੀ, ਉਹ ਤਾਂ ਦੇਖੋ ਲੱਗਦਾ ਹੀ ਹੈ ਨਾ ਦੇਖਣ ਨੂੰ ਵੀ। ਦੇਖੋ ਇਹ ਤਾਂ ਸਾਰਾ ਪ੍ਰਸ਼ਾਸਨ ਦੇ ਵਿੱਚ ਇਹਦੇ ਇਨਵੋਲਵ ਹੋ ਕੇ ਐਡਾ ਕੰਮ ਹੋ ਸਕਦਾ ਨਾ ਜੀ। ਪਰ ਹੁਣ ਸਰਕਾਰ ਬਦਲ ਗਈ ਹੈ, ਜਿਸ ਵੇਲੇ ਲਿਆ ਸੀ ਉਸ ਵੇਲੇ ਅਕਾਲੀਆਂ ਦੀ ਸਰਕਾਰ ਹੈ, ਹੁਣ ਕਾਂਗਰਸ ਸਰਕਾਰ ਇਹਦੀ ਇਨਕੁਆਇਰੀ ਨਹੀਂ ਕਰਾ ਸਕਦੀ। ਇਨਕੁਆਇਰੀ ਤਾਂ ਅਸੀਂ ਵੀ ਡੀਸੀ ਸਾਹਿਬ ਦੇ ਵੀ ਲਿਖ ਕੇ ਦਿੱਤਾ ਸੀ ਜੀ, ਡੀਡੀਪੀਓ ਸਾਹਿਬ ਦੇ ਵੀ। ਉਹ ਜਦੋਂ ਕੋਰਟ ਦਾ ਮੈਟਰ ਸੀ ਨਾ ਹਾਈ ਕੋਰਟ ਦਾ, ਉਸ ਤੋਂ ਫਿਰ ਕੋਈ ਵੀ ਅਫਸਰ ਜੀ ਚੁੱਪ ਕਰ ਜਾਂਦਾ ਸੀ ਵੀ ਹਾਈ ਕੋਰਟ ਕੇਸ ਚੱਲ ਰਿਹਾ ਜੀ ਹਨਾ। ਅੱਛਾ, ਤੇ ਹੁਣ ਆਪਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਘਪਲੇ ਆ ਇਹ ਸਾਹਮਣੇ ਲੈ ਕੇ ਆ ਰਹੇ ਆ, ਤੇ ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਪਈ ਇਹਨੂੰ ਬਹੁਤ ਵੱਡੇ ਲੈਵਲ ਤੇ ਆਪਾਂ ਲੈ ਕੇ ਜਾਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨਾਲ, ਪੇਂਡੂਆਂ ਨਾਲ, ਦੇਸੀ ਲੋਕਾਂ ਨਾਲ ਜਿਹੜਾ ਧੱਕਾ ਹੋ ਰਿਹਾ ਤੇ ਉਹ ਬੰਦ ਹੋਵੇ, ਤੇ ਜਿਹੜੀ ਕਾਨੂੰਨ ਦੀ ਕੋਰਟ ਹੈ ਉਹ ਇਹਨੂੰ ਦੁਬਾਰਾ ਇਹਦੀ ਸੁਣਵਾਈ ਕਰੇ, ਤੇ ਉਹਦੇ 'ਚ ਜੇ ਸਾਨੂੰ ਤੁਹਾਡੀ ਲੋੜ ਪਈ ਫਿਰ ਤੁਸੀਂ ਸਾਡੀ ਮਦਦ ਕਰਨਾ, ਦਬਣਾ ਨਹੀਂ। ਤੁਹਾਨੂੰ ਸਾਡੇ ਇਸ ਫੋਨ ਤੋਂ ਬਾਅਦ ਬਹੁਤ ਸਾਰੀਆਂ ਧਮਕੀਆਂ ਵੀ ਆਉਣਗੀਆਂ, ਡਰਾਉਣ ਦੀ ਕੋਸ਼ਿਸ਼ ਕਰਨਗੇ, ਪਰ ਤੁਸੀਂ ਨੀਡਰ ਰਹਿਣਾ। ਠੀਕ ਹੈ ਜੀ। ਠੀਕ ਹੈ ਜੀ, ਚੜ੍ਹਦੀ ਕਲਾ। ਥੈਂਕ ਯੂ ਸਰਪੰਚ ਸਾਹਿਬ ਸਾਡੇ ਨਾਲ ਗੱਲ ਕਰਨ ਵਾਸਤੇ, ਧੰਨਵਾਦ। ਚੜ੍ਹਦੀ ਕਲਾ। ਇਹ ਜੀ ਪਿੰਡ ਦੇ ਸਰਪੰਚ ਸੀਗੇ ਫੱਗੜ ਮਾਜਰਾ ਦੇ, ਜਿਨ੍ਹਾਂ ਦੀ ਜ਼ਮੀਨ ਸਰਬੱਤ ਦੇ ਭਲੇ ਟਰਸਟ ਵੱਲੋਂ ਬੜੇ ਧੋਖੇ ਦੇ ਨਾਲ ਹਥਿਆਈ ਗਈ ਹੈ। ਇਹ ਕਹਿੰਦੇ ਕਿ ਕੋਰਟ ਹੈ ਜਿਹੜੀ ਉਹ ਮੈਟਰ ਇਹ ਮੰਨਦੀ ਹੈ ਕਿ ਜੋ ਵੀ ਹੋ ਰਿਹਾ ਤਾਂ ਜੋ ਵੀ ਗੱਲਾਂ ਹੋ ਰਹੀਆਂ ਇਹ ਜਿਹੜੇ ਅਰਬਾਂਪਤੀ ਕਹਾਉਣ ਵਾਲੇ ਲੋਕ ਨੇ, ਜਿਹੜੇ ਵੈਸੇ ਕਹਿੰਦੇ ਆ ਭਾਵੇਂ ਉਹ 1 ਲੀਟਰ ਸ਼ਾਮ ਨੂੰ
दारू ਦਾ ਪੀ ਕੇ ਤੇ 2 ਕਿਲੋ ਮੁਰਗਾ ਖਾ ਕੇ ਢਕਾਰ ਮਾਰ ਕੇ ਸੌ ਜਾਂਦੇ ਆ, ਪਰ ਉਹ ਕਹਿੰਦੇ ਆ ਕਿ ਅਸੀਂ ਸਰਬੱਤ ਦਾ ਭਲਾ ਕਰਨਾ। ਯਾਰ ਇਹੋ ਜਿਹੇ ਬੰਦੇ ਸਰਬੱਤ ਦਾ ਭਲਾ ਤਾਂ ਵੈਸੇ ਵੀ ਇਹਨਾਂ ਨੂੰ ਨਾਮ ਨਹੀਂ ਰੱਖਣਾ ਚਾਹੀਦਾ ਕਿ ਸਰਬੱਤ ਦਾ ਭਲਾ ਕੀ ਕਰਨਗੇ ਯਾਰ। 1 ਲੀਟਰ दारू ਪੀ ਕੇ ਤੇ 2 ਕਿਲੋ ਮੁਰਗੇ ਦੀਆਂ ਲੱਤਾਂ ਚੱਬ ਕੇ ਜਿਹੜਾ ਬੰਦਾ ਹਰ ਰੋਜ਼ ਸ਼ਾਮ ਨੂੰ ਸੌਂਦਾ ਤੇ ਉਹ ਕਿਵੇਂ ਸਰਬੱਤ ਦਾ ਭਲਾ ਕਰ ਸਕਦਾ। ਸੋ ਇਹ ਜਿਹੜੇ ਠੱਗੀਆਂ ਨੇ ਇਹ ਛੋਟੇ ਛੋਟੇ ਲੈਵਲ ਤੋਂ ਸ਼ੁਰੂ ਹੋ ਕੇ ਬਹੁਤ ਬਹੁਤ ਵੱਡੇ ਵੱਡੇ ਲੈਵਲ ਤੱਕ ਇਹ ਠੱਗੀਆਂ ਜਾ ਰਹੀਆਂ ਨੇ। ਮੈਂ ਕੋਸ਼ਿਸ਼ ਕਰਦਾ ਕਿ ਮਿੱਤਰੋ ਇਹ ਸਾਰੀਆਂ ਠੱਗੀਆਂ 1 ਬਾਏ 1, ਕਿਉਂਕਿ ਹੁਣ ਉਧਰ ਬਘੇਲ ਸਿੰਘ ਉਹਨਾਂ ਨੇ ਛੋਟੀਆਂ ਛੋਟੀਆਂ NGO ਤੇ ਸਕੰਜੇ ਕੱਸੇ ਹੋਏ ਆ, ਤੇ ਮੈਂ ਤੁਹਾਨੂੰ ਇਹ ਦੱਸਦਾ ਕਿ NGO ਛੋਟੀਆਂ ਵੱਡੀਆਂ ਨਹੀਂ। ਇੱਕ ਮੈਂ ਪਿਛਲੇ 2 ਹਫ਼ਤੇ ਤੋਂ ਇਨਵੈਸਟੀਗੇਸ਼ਨ ਮੈਂ ਕਰ ਰਿਹਾ ਸੀ। ਇੱਕ NGO ਚੱਲਦੀ ਹੈ ਪਟਿਆਲੇ ਦੇ ਵਿੱਚ ਜਿਹੜੀ ਕਿ SP ਉਬਰਾਏ ਦੀ ਛਤਰ ਛਾਇਆ ਦੇ ਥੱਲੇ ਚੱਲਦੀ ਹੈ, ਤੇ ਖਾਸਮ ਖਾਸ ਕੁੜੀ ਜਿਹੜੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਐਜ਼ ਏ ਕਾਪੀ ਕਲਰਕ, ਮਤਲਬ ਕਿ ਦਰਜਾ 4 ਦੀ ਨੌਕਰੀ ਹੁੰਦੀ ਹੈ ਜੀ, ਇਹ ਬੜੀ ਛੋਟੀ ਜੀ ਨੌਕਰੀ ਹੁੰਦੀ ਹੈ। ਤੇ ਉਹ ਕੁੜੀ ਇੱਕ NGO ਕਹਿੰਦੀ ਹੈ ਮੈਂ ਚਲਾਉਣੀ ਹੈ। NGO ਦਾ ਨਾਮ ਰੱਖਿਆ ਉਹਨੇ ਰੇਨਬੋ। ਮੇਰੇ ਕੋਲੇ ਉਹਦੇ ਸਾਰੇ ਡਾਕੂਮੈਂਟ ਹੈ। ਜਦੋਂ ਮੈਂ ਸੈਂਟਰ ਗਵਰਨਮੈਂਟ ਤੋਂ ਈਮੇਲ ਕਰ ਕਰਕੇ ਫੋਨ ਕਰ ਕਰਕੇ ਉਹਦੇ ਜਿਹੜੇ ਪਤੇ ਲਏ ਸਾਰੇ, ਤਾਂ ਉਹਦੇ ਵਿੱਚੋਂ ਮੈਨੂੰ ਜਿਹੜੇ ਜਵਾਬ ਆਏ ਉਹ ਮੇਰੇ ਕੋਲ ਨੇ। ਮੈਂ ਤੁਹਾਡੇ ਨਸਰ ਵੀ ਕਰੂੰਗਾ ਜਦੋਂ ਵੀ ਇਹ ਚੀਜ਼ਾਂ ਸਾਹਮਣੇ ਆਈਆਂ। ਤੇ ਇਹ ਮੇਰਾ ਖਿਆਲ ਹੈ ਉਬਰਾਏ ਸਾਹਿਬ ਵੀ ਇੱਕੋ ਚੀਜ਼ ਨੂੰ ਹਾਈਲਾਈਟ ਕਰਦੇ ਆ। ਉਹ ਕਹਿੰਦੇ ਕਿ ਮੈਂ ਡਿਸੇਬਲ ਬੱਚੇ ਜਿਹੜੇ ਡੈਫ ਹੁੰਦੇ ਆ, ਜਿਹੜਿਆਂ ਨੂੰ ਸੁਣਦਾ ਨਹੀਂ, ਗੂੰਗੇ ਨੇ, ਬੋਲੇ ਨੇ, ਅੰਨੇ ਨੇ, ਮੈਂ ਬਹੁਤ ਸੇਵਾ ਕਰਦਾ। ਬਹੁਤ ਵਧੀਆ ਗੱਲ ਹੈ, ਸੇਵਾ ਕਰਨੀ ਵੀ ਚਾਹੀਦੀ ਹੈ, ਹਰੇਕ ਬੰਦੇ ਨੂੰ ਕਰਨੀ ਚਾਹੀਦੀ ਹੈ ਜਿੱਥੋਂ ਪੁੱਗਦੀ ਹੋਵੇ। ਤੇ ਪਰ ਇਹਨਾਂ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਜਿਹੜੀਆਂ ਚਲਦੀਆਂ, ਤੇ ਉਹਦੇ 'ਚ ਪਟਿਆਲੇ 'ਚ 3 ਸੰਸਥਾਵਾਂ ਚੱਲਦੀਆਂ। ਇੱਕ ਹੈਗਾ ਆਸ਼ਾ ਸਕੂਲ ਜਿਹਨੂੰ NGO ਚਲਾਉਂਦੀ ਹੈ ਆਰਮੀ ਵੂਮਨ ਵੈਲਫੇਅਰ ਐਸੋਸੀਏਸ਼ਨ, ਜਿਹੜਾ ਮੈਂ ਨੈਟ ਤੋਂ ਕੱਢਿਆ। ਤੇ ਦੂਜਾ ਇੱਕ ਨਵਜੀਵਨੀ ਹੈ ਸਕੂਲ ਆਫ ਸਪੈਸ਼ਲ ਐਜੂਕੇਸ਼ਨ, ਜਿਹੜੇ ਸਪੈਸ਼ਲ ਚਿਲਡਰਨ ਹੁੰਦੇ ਨੇ, ਡਿਸੇਬਲ ਜਾਂ ਉਹਨਾਂ ਨੂੰ ਕਹਿ ਲਓ ਲੈਸਏਬਲ ਚਿਲਡਰਨ, ਜਿਹੜੇ ਬਾਹਰਲੇ ਵੈਸਟਰਨ ਕੰਟਰੀਆਂ 'ਚ ਉਹਨਾਂ ਨੂੰ ਮਾੜੇ ਨਾਮ ਨਾਲ ਨਹੀਂ ਬੁਲਾਇਆ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਲੈਸਏਬਲ, ਕਿ ਉਹ ਸਾਡੇ ਤੋਂ ਜਿਵੇਂ ਆਪਾਂ ਕੰਮਕਾਰ ਕਰਦੇ ਹਾਂ ਸਾਡੇ ਵਾਂਗੂ ਕੰਮਕਾਰ ਨਹੀਂ ਕਰ ਸਕਦੇ, ਉਹਨਾਂ ਦੇ ਪੂਰੇ ਅੰਗ ਕੰਮ ਨਹੀਂ ਕਰਦੇ, ਉਹ ਹੈ। ਤੀਜੀ ਹੈਗੀ ਹੈ ਪਟਿਆਲਾ ਸਕੂਲ ਆਫ ਡੈਫ ਐਂਡ ਡੰਮ ਐਂਡ ਬਲਾਈਂਡ, ਤੇ ਇਹ ਵੀ ਪਟਿਆਲਾ ਦੇ ਵਿੱਚ ਹੈ, ਸੈਫਦੀਪੁਰ ਪਿੰਡ ਦੇ ਵਿੱਚ। ਇਹ 3 ਨੇ। ਤਿੰਨਾਂ ਦੇ ਵਿੱਚ ਇਹ ਜਿਹੜੇ ਲੈਸੇਬਲ ਪੀਪਲ ਨੇ, ਜਿਹੜੇ ਸਪੈਸ਼ਲ ਨੀਡਸ ਵਾਲੇ ਬੱਚੇ ਨੇ, ਉਹ ਉੱਥੇ ਰਹਿੰਦੇ ਆ। ਤੇ ਇਹ ਤੁਸੀਂ ਜਾ ਕੇ ਦੇਖੋਗੇ ਇਸ ਕੁੜੀ ਦੇ 3-4 ਪੇਜ ਨੇ। ਨੈਂਸੀ ਘੁੰਮਣ ਇਹਨਾਂ ਦਾ ਨਾਂ ਹੈ, ਤੇ ਇਹ ਮਿਸਿਸ ਵਰਲਡ ਪੰਜਾਬਣ ਦੇ ਸ਼ੋਅ ਵੀ ਕਰਾਉਂਦੀ ਹੈ, ਤੇ NGO ਦੇ ਨਾਮ ਦੇ ਉੱਤੇ ਇਹ ਸਾਰਾ ਕੁਝ ਹੁੰਦਾ। ਪਰ ਮੈਂ ਚੈੱਕ ਕੀਤਾ ਕਿ ਜਿਹੜੀ ਰੇਨਬੋ NGO ਹੈ ਇਹ NGO ਨਹੀਂ ਹੈਗੀ। NGO ਵਾਸਤੇ ਤਾਂ ਸੈਂਟਰ ਗਵਰਨਮੈਂਟ ਤੋਂ ਅਪਲਾਈ ਕਰਨਾ ਪੈਂਦਾ, ਤੇ ਇਹ ਤਾਂ ਪੰਜਾਬ ਤਾਂ ਇਹਦੀ ਅਥਾਰਟੀ ਨਹੀਂ ਦਿੰਦਾ ਇਸ NGO ਦੀ। ਸੋ ਇਹ ਕੁੜੀ ਦੀਆਂ ਮੈਂ ਜਿਹੜੀਆਂ ਵੀਡੀਓ ਜਿਹੜੀ ਇਹਨੇ ਬੋਲਿਆ ਹੋਇਆ ਕਿ ਮੈਂ NGO ਚਲਾਉਣੀ ਆ, ਮੇਰੀ NGO ਬਹੁਤ ਘਾਟੇ 'ਚ ਜਾ ਰਹੀ ਹੈ ਕਿਉਂਕਿ COVID-19 ਕਰਕੇ ਉਹਦੇ ਫੰਕਸ਼ਨ ਨਹੀਂ ਹੋਣ ਦਿੱਤੇ ਜਾ ਰਹੇ। ਤੇ ਇਹਨਾਂ ਦਾ ਜਿਹੜਾ ਫੰਕਸ਼ਨ ਹੁੰਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ, ਉਹਦੇ ਵਿੱਚ ਉਬਰਾਏ ਸਾਹਿਬ ਜਿਹੜੇ ਹੈ ਉਹ ਬਹੁਤ ਜ਼ਿਆਦਾ ਸਮੂਲੀਅਤ ਕਰਦੇ ਆ, ਹਰ ਵੇਲੇ ਇਹਨਾਂ ਦੇ ਨਾਲ ਰਹਿੰਦੇ ਆ। ਤੇ ਇਹ ਕਹਿੰਦੀ ਹੈ ਕਿ ਸਾਡੇ ਸਰਪ੍ਰਸਤ ਉਹ ਨੇ ਤੇ ਪ੍ਰੈਜ਼ੀਡੈਂਟ ਜਿਹੜੀ ਹੈ ਰੇਨਬੋ ਦੀ ਮੈਂ। ਤੇ ਉਬਰਾਏ ਸਾਹਿਬ ਇਸ ਕੁੜੀ ਨੂੰ ਬਹੁਤ ਸਾਰੀਆਂ ਹੋਰ ਕੁੜੀਆਂ ਦੇ ਨਾਲ 2 ਵਾਰੀ ਦੁਬਈ ਲੈ ਕੇ ਗਏ, ਉੱਥੇ ਮਿਸਿਸ ਪੰਜਾਬਣ ਇਹਨਾਂ ਨੇ ਸ਼ੋਅ ਵੀ ਕਰਾਇਆ। ਮੈਂ ਇਹ ਪੁੱਛਣਾ ਚਾਹੁੰਦਾ, ਮੇਰਾ ਸਵਾਲ ਨੈਂਸੀ ਘੁੰਮਣ ਜਾਂ SP ਉਬਰਾਏ ਸਾਹਿਬ ਜਿਨ੍ਹਾਂ ਦੀ ਛਤਰ ਛਾਇਆ ਦੇ ਥੱਲੇ ਇਹ ਸਾਰਾ ਕੁਝ ਚੱਲਦਾ, ਕਿ ਜਦੋਂ ਤੁਸੀਂ ਸ਼ੋਅ ਕਰਾਉਂਦੇ ਹੋ ਇੰਡੀਆ ਤੋਂ ਬਾਹਰਲੇ ਕੰਟਰੀ ਦੇ ਵਿੱਚ, ਉਹਦੇ ਵਾਸਤੇ ਜਦੋਂ ਜਿਹੜੀ ਬਾਹਰਲੀ ਕਰੰਸੀ ਹੈ ਉਹ ਇੰਡੀਆ ਦੇ ਵਿੱਚ ਆਉਣ ਵਾਸਤੇ ਇੱਕ ਕੋਡ ਚਾਹੀਦਾ ਹੁੰਦਾ ਆ NGO ਦਾ, ਉਹਨੂੰ ਕਹਿੰਦੇ ਆ FRFCRA। ਤੇ ਇਹ ਕੋਡ ਉਹਨੂੰ ਮਿਲਦਾ ਹੈ ਜਿਹੜੀ ਰਜਿਸਟਰਡ NGO ਹੁੰਦੀ ਹੈ। ਇਹ ਸੈਂਟਰ ਗਵਰਨਮੈਂਟ ਦਿੰਦੀ ਹੈ। ਸੈਂਟਰ ਗਵਰਨਮੈਂਟ ਇੰਨੀ ਕੁ ਸਖਤ ਹੈ ਕਿ ਬਹੁਤ ਹਾਰਡ ਕੰਮ ਹੈ NGO ਰਜਿਸਟਰ ਕਰਾਉਣਾ ਅੱਜ ਕੱਲ੍ਹ ਇੰਡੀਆ ਦੇ ਵਿੱਚ, ਕਿਉਂਕਿ ਜਦੋਂ ਦੇ ਹਵਾਲਾ ਦੇ ਥਰੂ ਪੈਸੇ ਆਉਣ ਦੇ 2-3 ਕੇਸ ਫੜੇ ਗਏ, ਉਦੋਂ ਤੋਂ ਸਟੇਟ ਤੋਂ ਅਧਿਕਾਰ ਲੈ ਕੇ ਤਾਂ ਸੈਂਟਰ ਗਵਰਨਮੈਂਟ ਨੇ ਇਹ ਅਧਿਕਾਰ ਆਪਣੇ ਕੋਲ ਲੈ ਲਿਆ। ਤਾਂ ਇਹ ਖਾਲਾ ਜੀ ਦਾ ਬਾੜਾ ਨਹੀਂ NGO ਰਜਿਸਟਰ ਕਰਾਉਣਾ। ਤੇ ਜਿਹੜੀ ਰੇਨਬੋ ਹੈ ਇਹ NGO ਨਾ ਤਾਂ ਰਜਿਸਟਰਡ ਹੈ, ਰਜਿਸਟਰਡ ਹੋਣ ਵਾਸਤੇ 7 ਬੰਦੇ ਘੱਟੋ ਘੱਟ ਹੋਣੇ ਬਹੁਤ ਜ਼ਰੂਰੀ ਨੇ। 7 ਤੋਂ ਵੱਧ ਹੋ ਸਕਦੇ ਆ, 7 ਤੋਂ ਘੱਟ ਨਹੀਂ ਹੋ ਸਕਦੇ। ਸਾਰੇ ਬੰਦਿਆਂ ਦੇ ਜਿਹੜੇ ਕਰੈਕਟਰ ਹੈ ਉਹ ਪੁਲਿਸ ਦੁਆਰਾ, ਇੰਟੈਲੀਜੈਂਸ ਏਜੰਸੀਜ਼ ਦੁਆਰਾ ਚੈੱਕ ਕੀਤੇ ਜਾਂਦੇ ਆ
ਤੇ ਸਾਰੇ ਬੰਦੇ ਆਪਸ 'ਚ ਰਿਲੇਟਡ ਨਹੀਂ ਹੋਣੇ ਚਾਹੀਦੇ, ਕਿਸੇ 'ਚ ਕੋਈ ਵੀ ਰਿਲੇਟਡ ਨਹੀਂ ਹੋਣਾ ਚਾਹੀਦਾ। ਤੇ ਇਹ NGO ਦੇ ਅਸੂਲ ਨੇ। ਪਰ ਇਹ ਥਾਂ ਥਾਂ ਤੇ ਫੇਸਬੁੱਕ ਦੇ ਉੱਤੇ 4 ਪੇਜ ਜਿਹਦੇ ਚੱਲਦੇ ਆ। ਇੱਕ ਚੱਲਦਾ ਕੋਹੀਨੂਰ ਮਿਸ ਕੋਹੀਨੂਰ ਵਰਲਡ ਪੰਜਾਬਣ, ਤੇ ਦੂਜਾ ਚੱਲਦਾ ਨੈਂਸੀ ਘੁੰਮਣ, ਤੀਜਾ ਚੱਲਦਾ ਰੇਨਬੋ, ਚੌਥਾ ਇੱਕ ਹੋਰ ਚੱਲਦਾ। ਮਤਲਬ ਇੰਨੇ ਪੇਜ ਚਲਾ ਕੇ ਲੋਕਾਂ ਨੂੰ ਇਹ ਸ਼ਰੇਆਮ ਹੋਕਾ ਦੇਣਾ ਕਿ ਸਾਡਾ ਇੱਥੇ ਫੰਕਸ਼ਨ ਆ ਰਿਹਾ ਤੇ ਅਸੀਂ ਜਿਹੜੇ ਬੱਚੇ ਹੈ ਸਪੈਸ਼ਲ ਨੀਡਸ ਉਹਨਾਂ ਲਈ ਕੰਮ ਕਰਦੇ ਆ। ਤੇ ਜਦੋਂ ਕੋਈ ਵੀ ਇੰਸਟੀਟਿਊਸ਼ਨ ਸਪੈਸ਼ਲ ਬੱਚਿਆਂ ਲਈ ਕੰਮ ਕਰਦਾ ਤਾਂ ਗੌਰਮੈਂਟ ਦਾ ਲਾਅ ਬਹੁਤ ਸਟ੍ਰਿਕਟ ਹੈ। ਪਹਿਲਾਂ ਤਾਂ ਜਿਹੜਾ ਬੰਦਾ NGO ਚਲਾਉਂਦਾ ਉਹਦਾ ਕਰੈਕਟਰ ਇੰਨਾ ਸਾਫ਼ ਹੋਣਾ ਚਾਹੀਦਾ ਕਿ ਉਹਦੇ ਕੋਲ ECRB ਸਰਟੀਫਿਕੇਟ ਹੋਣਾ ਚਾਹੀਦਾ, ਇਨਹੈਂਸਡ ਕ੍ਰਾਈਮ ਰਿਕਾਰਡ ਬਿਊਰੋ ਤੋਂ ਉਹਦਾ ਕਲੀਨ ਚਿੱਟ ਦਾ ਇੱਕ ਸਰਟੀਫਿਕੇਟ ਹੁੰਦਾ। ਤੇ ਉਹਦੀ ਮਨਿਆਦ ਮੇਰੇ ਖਿਆਲ ਇੰਡੀਆ ਦੇ ਵਿੱਚ ਸ਼ਾਇਦ 3 ਸਾਲ ਜਾਂ 5 ਸਾਲ ਹੁੰਦੀ ਹੈ, ਕਿ 5 ਸਾਲ ਵੈਲਿਡ ਹੁੰਦਾ। ਤੇ ਉਹ ਬੱਚਿਆਂ ਦੇ ਨਾਲ ਜਿਹੜੇ ਛੋਟੇ ਬੱਚੇ ਨੇ, ਸਪੈਸ਼ਲ ਨੀਡਸ ਬੱਚੇ ਨੇ, ਤੇ ਉਹਨਾਂ ਦੇ ਨਾਲ ਕੰਮ ਕਰਨ ਵਾਸਤੇ ਉਹ ਜ਼ਰੂਰੀ ਹੁੰਦਾ। ਤੇ ਮੈਂ ਸਾਡੀ ਜਿਹੜੀ ਬੀਬੀ ਨੈਂਸੀ ਘੁੰਮਣ ਜੀ ਨੂੰ ਬੇਨਤੀ ਕਰਦਾ ਕਿ ਉਹ ਲਾਈਵ ਹੋ ਕੇ ਗੱਲ ਤੇ ਆਪਣੀ ਚੈਰਿਟੀ ਦੀ ਗੱਲ ਕਰਦੇ ਹੈ, ਤੇ ਇਹ ਵੀ ਦੱਸਣ ਉਹ ਕਿ ਉਹਨਾਂ ਕੋਲ ਇਹ ਜਿਹੜਾ ਸਰਟੀਫਿਕੇਟ ਹੈ ਇਹ ਹੈਗਾ ਕਿ ਉਹ ਬੱਚਿਆਂ ਨੂੰ ਲੈ ਕੇ ਪੰਜਾਬ 'ਚ ਹੀ ਨਹੀਂ, ਡਿਸਟ੍ਰਿਕਟ 'ਚ ਹੀ ਨਹੀਂ, ਸਗੋਂ ਆਊਟ ਆਫ ਸਟੇਟ ਵੀ ਜਾਂਦੇ ਆ, ਬੱਚਿਆਂ ਨੂੰ ਪਰਫਾਰਮ ਕਰਾਉਂਦੇ ਆ। ਉਹ ਇਹ 'ਚ ਕੋਈ ਮਾੜੀ ਗੱਲ ਨਹੀਂ, ਪਰ ਇਹਦੀ ਰਿਸਪੌਂਸਿਬਿਲਟੀ ਇੰਨੀ ਜ਼ਿਆਦਾ ਹੁੰਦੀ ਹੈ ਜਦੋਂ ਸਪੈਸ਼ਲ ਨੀਡਸ ਬੱਚਿਆਂ ਨੂੰ ਲੈ ਕੇ ਜਾਣਾ ਪੈਂਦਾ। ਤਾਂ ਜਿਹੜੀ ਇੰਸਟੀਟਿਊਸ਼ਨ 'ਚ ਉਹ ਕੰਮ ਕਰਦੇ ਆ, ਕੀ ਉਹ ਇੰਸਟੀਟਿਊਸ਼ਨ ਕਿਸੇ ਆਮ ਬੰਦੇ ਨੂੰ ਉਸ ਇੰਸਟੀਟਿਊਸ਼ਨ ਦੇ ਹੋਸਟਲ ਦੇ ਵਿੱਚੋਂ ਬੱਚੇ ਲਿਜਾ ਕੇ ਬਾਹਰ ਪਰਫਾਰਮ ਕਰਨ ਦੀ ਇਜਾਜ਼ਤ ਦੇ ਸਕਦੀ ਹੈ? ਇਹ ਵਿਸ਼ਾ ਬਹੁਤ ਸੀਰੀਅਸ ਹੈ ਤੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ, ਕਿਉਂਕਿ ਜਿਹੜੇ ਸਪੈਸ਼ਲ ਨੀਡਸ ਬੱਚੇ ਹੁੰਦੇ ਨੇ ਨਾ ਤਾਂ ਸੁਣ ਸਕਦੇ ਆ, ਨਾ ਦੇਖ ਸਕਦੇ ਆ, ਨਾ ਬੋਲ ਸਕਦੇ ਆ, ਕਿਸੇ ਨੂੰ ਕੋਈ ਪ੍ਰੋਬਲਮ, ਕਿਸੇ ਨੂੰ ਕੋਈ ਪ੍ਰੋਬਲਮ। ਤੇ ਇੱਕ ਸਰਕਾਰੀ ਨੌਕਰੀ ਨਹੀਂ, ਪੰਜਾਬੀ ਯੂਨੀਵਰਸਿਟੀ ਦੀ ਕਾਪੀ ਕਲਰਕ ਕੁੜੀ ਜਿਹੜੀ ਕਹਿੰਦੀ ਹੈ ਮੈਂ NGO ਚਲਾਉਣੀ ਆ, ਉਹਦੀ ਕੋਈ ਇੰਸਟੀਟਿਊਸ਼ਨ ਨਹੀਂ ਸਪੈਸ਼ਲ ਨੀਡਸ ਬੱਚਿਆਂ ਦੀ। ਉਹ ਬਾਹਰਲੀਆਂ ਆਰਗੇਨਾਈਜੇਸ਼ਨ ਤੋਂ, ਬਾਹਰਲੇ ਸਕੂਲ ਤੋਂ ਸਪੈਸ਼ਲ ਨੀਡਸ ਵਾਲੇ ਬੱਚੇ ਲਿਆ ਕੇ ਉਹਨਾਂ ਦੇ ਫੰਕਸ਼ਨ ਕਰਾ ਕੇ ਜਿਹੜਾ ਫੰਡ ਇਕੱਠਾ ਕਰਦੀ ਹੈ ਉਹ ਕਿਹੜੇ ਖਾਤੇ 'ਚ ਜਾਂਦਾ? ਮੈਨੂੰ ਦੱਸਣ ਦੀ ਕੋਸ਼ਿਸ਼ ਕਰਨਾ ਪਲੀਜ਼, ਜਿਹੜਾ ਵੀ ਤੁਹਾਡੇ ਚੋਂ ਦੱਸ ਸਕਦਾ ਹੋਵੇ ਇਸ ਗਰੁੱਪ ਨਾਲ ਜਾਂ ਇਸ ਲੇਡੀ ਨਾਲ ਜਾਂ SP ਉਬਰਾਏ ਸਾਹਿਬ ਨਾਲ ਕਨੈਕਟਡ ਹੋਵੇ ਕਿ ਉਹ ਫੰਡ ਸਰਬੱਤ ਦੇ ਭਲੇ ਦੇ ਵਿੱਚ ਜਾਂਦਾ ਤੇ ਜਿਹੜਾ ਫੋਰਨ ਫੰਡ ਹੈ, ਤੁਸੀਂ ਫੋਰਨ ਕਰੰਸੀ ਜਿਹੜੀ ਹੈ ਉਹ ਸਬਮਿਟ ਕਰਦੇ ਹੋ ਉੱਥੋਂ ਇਕੱਠੀ ਹੋਈ, ਤਾਂ ਉਹ ਤੁਸੀਂ ਕੈਸ਼ ਦੇ ਵਿੱਚ ਫੜਦੇ ਹੋ, ਆਪਣੇ ਪਰਸਨਲ ਅਕਾਊਂਟ ਦੇ ਵਿੱਚ ਲੈਂਦੇ ਹੋ। ਜੇ ਪਰਸਨਲ ਅਕਾਊਂਟ 'ਚ ਲੈਂਦੇ ਹੋ ਤੁਸੀਂ, ਉਹ ਇਲੀਗਲ ਹੈ। ਜੇ ਤੁਸੀਂ ਕੈਸ਼ ਕਰੰਸੀ ਇਕੱਠੀ ਕਰਕੇ ਲੈਣੇ ਆਉਂਦੇ ਹੋ, ਉਹ ਵੀ ਗੈਰ ਕਾਨੂੰਨੀ ਹੈ। ਤੇ ਇਹ ਵੀ ਵਿਸ਼ਾ ਇਨਵੈਸਟੀਗੇਸ਼ਨ ਦਾ। ਤੇ ਮੈਂ ਕੱਲ ਪਰਸੋਂ ਦਾ ਉਹਨਾਂ ਨੂੰ ਫੋਲੋ ਕਰਕੇ ਉਹਨਾਂ ਦੀ ਵੀਡੀਓ ਦੇਖ ਰਿਹਾ ਸੀ, ਤੇ ਉਹ ਬਾਰ-ਬਾਰ ਇਹੀ ਕਹਿ ਰਹੇ ਆ ਕਿ COVID-19 ਨੇ ਸਾਨੂੰ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਪਾ ਦਿੱਤਾ। ਹੁਣ ਉਹਨੇ ਕੀ ਕੀਤਾ ਕਿ ਜਿਹੜੇ ਲੈਸੇਬਲ ਪੀਪਲ ਸੀਗੇ, ਸਪੈਸ਼ਲ ਨੀਡਸ ਵਾਲੇ ਬੱਚੇ ਸੀਗੇ ਜਿਹੜੇ, ਉਹਨਾਂ ਦੀਆਂ ਵੀਡੀਓ ਬਣਾ ਕੇ ਆਪਣੇ ਪੇਜਾਂ ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਮੈਂ ਅੱਜ ਇਹ ਤੁਹਾਨੂੰ ਅਵੇਅਰ ਕਰਨ ਵਾਸਤੇ ਆਇਆ। ਇਸ ਲੜਕੀ ਜਿਹੜੀ ਨੈਂਸੀ ਘੁੰਮਣ ਹੈ, ਇਹ ਪੰਜਾਬੀ ਯੂਨੀਵਰਸਿਟੀ ਦੀ ਪਰਮਾਨੈਂਟ EMPLOYE ਹੈ। ਇਹ ਕਹਿੰਦੀ ਹੈ ਕਿ ਮੈਂ NGO ਚਲਾਉਂਦੀ ਹਾਂ। ਇੱਕ ਨਹੀਂ ਚਲਾਉਂਦੀ, ਇਹ 3-3 4-4 ਦੇ ਨਾਂ ਲੈ ਜਾਂਦੀ ਹੈ। ਉਹਦੀ ਵੀਡੀਓ ਜਿਹੜੀ ਹੈ ਮੈਂ ਕਮੈਂਟਾਂ ਦੇ ਵਿੱਚ ਪਾ ਵੀ ਦਊਂਗਾ, ਤੁਸੀਂ ਦੇਖ ਲੈਣਾ ਕਿ ਉਹ ਕੀ ਕਹਿੰਦੀ ਹੈ। ਕਿ ਗੱਲ ਦੇ ਵਿੱਚ ਉਹ SP ਉਬਰਾਏ ਸਾਹਿਬ ਦਾ ਨਾਮ ਲੈਂਦੀ ਹੈ, ਤੇ ਮੈਂ SP ਉਬਰਾਏ ਸਾਹਿਬ ਨੂੰ ਬੇਨਤੀ ਕਰੂੰਗਾ, ਇਸ ਲੇਡੀ ਨਾਲ ਉਬਰਾਏ ਸਾਹਿਬ ਤੁਹਾਡੇ ਜਿਹੜੇ ਸਬੰਧ ਨੇ ਉਹ ਪਬਲਿਕ ਨੂੰ ਦੱਸੋ ਕਿ ਜਿਹੜੀ ਇਹ ਹਰ NGO ਦੇ ਫੰਕਸ਼ਨ ਦੇ ਵਿੱਚ ਤੁਹਾਨੂੰ ਬੁਲਾਉਂਦੀ ਹੈ। ਹਰ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਫੰਕਸ਼ਨ ਹੁੰਦਾ ਉਹਦੇ ਵਿੱਚ ਤੁਸੀਂ ਗੈਸਟ ਹੁੰਦੇ ਹੋ, ਤੇ ਹਰ ਵੈਸੇ ਫੰਕਸ਼ਨ ਦੇ ਵਿੱਚ ਵੀ ਤੁਸੀਂ ਸਮੂਲੀਅਤ ਦਿੰਦੇ ਹੋ, ਭਾਵੇਂ ਉਹ ਪਟਿਆਲੇ ਦੇ ਕਿਸੇ ਹੋਟਲ ਦੇ ਵਿੱਚ ਹੋਵੇ ਤੇ ਭਾਵੇਂ ਕਿਤੇ ਹੋਰ ਹੋਵੇ। ਇਹਦੇ ਨਾਲ ਤੁਹਾਡੇ ਜਿਹੜੇ ਨੇ ਉਹ NGO ਦੇ ਰਿਸ਼ਤੇ ਨੇ, ਇਹਦੇ ਨਾਲ ਕਿਹੜੇ ਰਿਸ਼ਤੇ ਨੇ ਉਹ ਪਲੀਜ਼ ਕਿਰਪਾ ਕਰਕੇ ਤੁਸੀਂ ਹਾਈਲਾਈਟ ਜ਼ਰੂਰ ਕਰਨੇ। ਤੇ ਦੂਜੀ ਖਦਸ਼ਾ ਇਹ ਹੈ ਕਿ ਇਹ ਲੇਡੀ ਦਾ ਜਿੰਨਾ ਰਹਿਣ ਸਹਿਣ ਤੇ ਜਿੰਨਾ ਇਹਦਾ ਲਗਜ਼ਰੀ ਲਾਈਫ ਸਟਾਈਲ, ਗੱਡੀਆਂ, ਇਹਦੇ ਕੱਪੜੇ ਪਾਉਣ ਦਾ ਤਰੀਕਾ, ਇਹਦਾ ਹੋਰ ਸਾਰਾ ਬੋਲਣ ਤੋਂ ਜਦੋਂ ਮੈਂ ਵੀਡੀਓ ਪਾਉਂਗਾ ਤੁਹਾਨੂੰ ਪਤਾ ਲੱਗ ਜਾਣਾ।
ਤੇ ਇਹਦਾ ਤਰੀਕਾ ਇਹ ਦੱਸਦਾ ਹੈ ਕਿ ਇਹਨੂੰ ਮਹੀਨੇ ਦੀ ਇਨਕਮ ਲੱਖਾਂ ਰੁਪਏ ਚਾਹੀਦੀ ਹੈ, ਪਰ ਜਿਹੜਾ ਕਾਪੀ ਕਲਰਕ ਹੁੰਦਾ ਹੈ ਜੀ ਉਹਦੀ ਤਾਂ 30,000 35,000 ਪਰ ਮੰਥ ਤੋਂ ਤਨਖਾਹ ਜ਼ਿਆਦਾ ਨਹੀਂ ਹੁੰਦੀ। ਘਰ ਦੇ ਬਿੱਲ ਭਰਨੇ, ਰਾਸ਼ਨ ਪਾਣੀ ਲੈ ਕੇ ਆਉਣਾ ਬਹੁਤ ਔਖਾ ਆ। ਫਿਰ ਮਿਸਿਸ ਪੰਜਾਬਣ, ਵਰਲਡ ਪੰਜਾਬਣ ਦੁਬਈ ਦੇ ਵਿੱਚ 2 ਵਾਰ, ਜੇ ਓਬਰਾਏ ਸਾਹਿਬ ਨਹੀਂ ਲੈ ਕੇ ਗਏ ਤਾਂ ਉਹ ਸਪਸ਼ਟੀਕਰਨ ਦੇਣ, ਜੇ ਲੈ ਕੇ ਗਏ ਤਾਂ ਕੌਣ ਲੈ ਕੇ ਗਿਆ, ਪਰਮਿਟ ਕੌਣ ਕਰਾਇਆ, ਤੇ ਜਿਹੜੇ ਉੱਥੋਂ ਪੈਸੇ ਇਕੱਠੇ ਹੋਏ ਮੈਂਬਰਸ਼ਿਪ ਦੇ, ਜਿਨ੍ਹਾਂ ਲੇਡੀਜ਼ ਨੇ ਇਹਨਾਂ ਨੂੰ ਪੈਸੇ ਦਿੱਤੇ ਉਹ ਕਿਹੜੇ ਖਾਤੇ ਦੇ ਵਿੱਚ ਪਾਏ, ਕੰਪੀਟੀਸ਼ਨ ਦੇ ਵਿੱਚ ਖਰਚਾ ਹੋਇਆ ਹੋਊਗਾ, ਪ੍ਰੋਫਿਟ ਹੋਇਆ ਹੋਊਗਾ, ਉਹਦੀ ਟਰਾਂਸਪੇਰੈਂਸੀ ਕਿੱਥੇ ਹੈ। ਜੇ ਤੁਸੀਂ NGO ਚਲਾਉਂਦੇ ਹੋ ਤਾਂ ਇਹ ਲੋਕਾਂ ਦੇ ਪੈਸੇ ਨਾਲ ਚੱਲਦੀ ਹੈ ਤੇ ਲੋਕਾਂ ਨੂੰ ਇਹਦਾ ਹੱਕ ਵੀ ਹੈਗਾ ਕਿ ਉਹ ਇਹਦੇ ਉੱਤੇ ਤੁਹਾਡੇ ਤੋਂ ਸਵਾਲ ਪੁੱਛ ਸਕਣ, ਤੇ ਉਹ ਕਿੱਥੇ ਚੱਲਦੇ ਆ। ਤੇ ਫਿਰ ਪਿੱਛੇ ਜੇ ਜਦੋਂ 6-7 ਮਹੀਨੇ ਪਹਿਲਾਂ ਵਰਲਡ ਮਿਸ ਪੰਜਾਬਣ ਕੋਜ਼ੀ ਨੂਰ ਇਹਨਾਂ ਦਾ ਇੱਕ ਪੇਜ ਚੱਲਦਾ ਤੇ ਉਹ ਸੰਸਥਾ ਬਣਾ ਕੇ ਇਹਨਾਂ ਨੇ ਐਡਵਰਟਾਈਜ਼ ਕੀਤਾ। ਐਡਵਰਟਾਈਜ਼ ਕਰਕੇ ਇਹਨਾਂ ਨੇ ਚੈਨਲ ਪੰਜਾਬ ਦੇ ਥਰੂ, ਜਿਨ੍ਹਾਂ ਦਾ ਮਾਲਕ ਜਿਹੜਾ ਉਹ ਮੇਰਾ ਫਰੈਂਡ ਹੀ ਹੈ ਤੇ ਇਸ ਕਰਕੇ ਮੈਂ ਕੋਈ ਟਰਬਲ ਨਹੀਂ ਇਹਨਾਂ ਨੂੰ ਪਾਈ ਹੈਗੀ, ਤੇ ਜਸਵੀਰ ਸਿੰਘ ਡੇਰੇਵਾਲ, ਤੇ ਉਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਇੱਥੇ ਫੰਕਸ਼ਨ ਕਰਾਇਆ UK ਦੇ ਵਿੱਚ ਮਿਸਿਸ ਵਰਲਡ ਪੰਜਾਬਣ ਦੇ ਬੈਨਰ ਦੇ ਥੱਲੇ, ਤੇ ਉਹਦੇ ਨਾਲ ਕਾਫੀ ਸਾਰੇ ਲੋਕ ਲਏ, ਕਾਫੀ ਸਪਾਂਸਰ ਲਏ, ਕਾਫੀ ਇਹਨਾਂ ਨੂੰ ਪੈਸਾ ਆਇਆ ਹੋਣਾ। ਤੇ ਮੇਰਾ ਸਵਾਲ ਇੱਥੇ ਇਹ ਹੈ ਕਿ ਕੀ ਨੈਂਸੀ ਘੁੰਮਣ ਜੀ, ਤੁਹਾਨੂੰ ਇਹ ਪਤਾ ਹੈ ਕਿ ਜਦੋਂ UK 'ਚ ਆ ਕੇ ਕੋਈ ਕੰਮ ਕਰਨਾ ਹੋਵੇ, ਕੋਈ ਫੰਕਸ਼ਨ ਕਰਨਾ ਹੋਵੇ, ਕੋਈ ਸ਼ੋਅ ਕਰਨਾ ਹੋਵੇ, ਜਾਂ ਫਿਰ ਕੋਈ ਮਿਊਜ਼ਿਕ ਬਣਾਉਣਾ ਹੋਵੇ, ਵੀਡੀਓ ਬਣਾਉਣਾ ਹੋਵੇ, ਫਿਲਮ ਬਣਾਉਣੀ ਹੋਵੇ, ਉਹਦੇ ਵਾਸਤੇ ਵਿਜ਼ਟਰ ਵੀਜ਼ਾ ਨਹੀਂ ਚਾਹੀਦਾ। ਵਿਜ਼ਟਰ ਵੀਜ਼ੇ ਵਾਲਾ ਬੰਦਾ ਘੁੰਮ ਫਿਰ ਸਕਦਾ ਹੈ ਤੇ ਕੋਈ ਵਪਾਰ ਜਾਂ ਕੋਈ ਕੰਮ ਨਹੀਂ ਕਰ ਸਕਦਾ। ਜੇ ਤੁਸੀਂ ਕੰਮ ਕਰਕੇ ਗਏ ਹੋ ਤਾਂ ਗੈਰ ਕਾਨੂੰਨੀ ਕੰਮ ਕਰਕੇ ਗਏ ਹੋ, ਤੇ ਤੁਸੀਂ ਉਹਦੇ ਵਿੱਚ ਚੀਫ ਸੀਗੇ, ਤੁਸੀਂ ਉਹਦੇ ਵਿੱਚ ਜੱਜ ਸੀਗੇ, ਤੁਸੀਂ ਉਹਦੇ ਵਿੱਚ ਪੈਸਾ ਕਲੈਕਸ਼ਨ ਕਰਨ ਦੇ ਵਿੱਚ ਮੂਹਰੇ ਸੀਗੇ। ਤੇ ਮੈਂ ਜਦੋਂ ਜਸਵੀਰ ਸਿੰਘ ਨੂੰ, ਡੇਰੇਵਾਲ ਨੂੰ, ਜਿਹੜੇ ਚੈਨਲ ਪੰਜਾਬ ਦੇ ਮਾਲਕ ਨੇ, ਉਹਨਾਂ ਨੂੰ ਲਾਇਆ, ਉਹ ਕਹਿੰਦਾ ਕਿ ਮੇਰੇ ਨਾਲ ਕੋਈ ਸਬੰਧ ਨਹੀਂ, ਮੇਰੀ ਤਾਂ ਤਾਣੀ ਉਹਨਾਂ ਨਾਲ ਵਿਗੜ ਗਈ ਹੈ, ਮੇਰੇ ਨਾਲ ਤਾਂ ਉਹਨਾਂ ਨੇ ਧੋਖਾ ਕੀਤਾ, ਤੇ ਤੁਸੀਂ ਆਪ ਹੀ ਉਹਨਾਂ ਨੂੰ ਪੁੱਛ ਲਓ। ਤੇ ਮੈਂ ਨੈਂਸੀ ਘੁੰਮਣ ਜੀ ਤੁਹਾਨੂੰ ਇਹ ਵੀਡੀਓ ਦੇ ਰਾਹੀਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ UK ਆ ਕੇ ਮੈਂਬਰਾਂ ਨੂੰ ਇਕੱਠੇ ਕੀਤਾ, ਉਹਨਾਂ ਤੋਂ ਐਂਟਰੀ ਫੀਸ ਲਈ, ਇਹ ਸ਼ੋਅ ਕਰਵਾਇਆ, ਇਹਦੇ ਵਿੱਚੋਂ ਰੇਨਬੋ ਦੇ ਨਾਂ ਤੇ ਪੈਸੇ ਕਲੈਕਟ ਹੋਏ, ਉਹ ਕਿਹੜੇ ਖਾਤੇ ਦੇ ਵਿੱਚ ਪਾ ਕੇ ਲੈ ਕੇ ਗਏ, ਤੇ ਤੁਸੀਂ ਇਹ ਸ਼ੋਅ ਕਰਾਇਆ ਕਿ ਤੁਹਾਡੇ ਕੋਲ UK ਦਾ ਵਿਜ਼ਟਰ ਵੀਜ਼ਾ ਸੀ ਜਾਂ ਫਿਰ ਤੁਹਾਡੇ ਕੋਲੇ ਪਰਮਿਟ ਸੀ। ਜੇ ਤੁਹਾਡੇ ਕੋਲੇ ਵਰਕ ਪਰਮਿਟ ਸੀ ਤਾਂ ਉਹ ਕਿਸ ਨੇ ਦਵਾਇਆ, ਕਿਸ ਬੇਸ ਤੇ ਤੁਸੀਂ ਲੈ ਕੇ ਆਏ ਸੀ। ਮੈਂ ਦੁਬਾਰਾ ਫਿਰ ਰਿਪੀਟ ਕਰ ਦਵਾਂ ਗੱਲ ਇਹ ਕਿ UK ਦੇ ਵਿੱਚ ਜੇ ਆ ਕੇ ਕੰਮ ਕਰਨਾ ਹੋਵੇ, ਭਾਵੇਂ ਰਾਗੀ ਨੇ ਜਾਂ ਢਾਡੀ ਨੇ, ਕਿਸੇ ਨੇ ਆਪਣੇ ਗੁਰਦੁਆਰੇ 'ਚ ਪ੍ਰੋਗਰਾਮ ਕਰਨ, ਉਹ ਵਿਜ਼ਟਰ ਵੀਜ਼ੇ ਤੇ ਆ ਕੇ ਨਹੀਂ ਕਰ ਸਕਦੇ। ਜਿਸ ਸਿੰਗਰ ਨੇ ਆ ਕੇ ਸ਼ੋਅ ਕਰਨੇ ਹੋਣ, ਉਹ ਵਿਜ਼ਟਰ ਵੀਜ਼ੇ ਤੇ ਆ ਕੇ ਸਟੇਜ ਤੇ ਨਹੀਂ ਚੜ ਸਕਦਾ। ਜਿਸ ਵੀ ਬੰਦੇ ਨੇ ਕੋਈ ਵੀ ਕੰਮ, ਕੋਈ ਫੰਕਸ਼ਨ ਕਰਨਾ ਹੋਵੇ, ਕੁਝ ਵੀ ਕਰਨਾ ਹੋਵੇ, ਉਹਨੂੰ ਵਰਕ ਪਰਮਿਟ ਲੈ ਕੇ ਆਉਣਾ ਪੈਂਦਾ, ਤੇ ਵਰਕ ਪਰਮਿਟ ਇੰਨਾ ਈਜ਼ੀ ਨਹੀਂ ਕਿ ਤੁਹਾਨੂੰ ਕੋਈ ਵੀ ਬੰਦਾ ਲੈ ਕੇ ਆ ਜਾਵੇ। ਮੇਰੇ ਵਰਗਾ ਬੰਦਾ ਤੁਹਾਨੂੰ UK ਆਉਣ ਵਾਸਤੇ ਸਪਾਂਸਰ ਕਰ ਸਕਦਾ ਹੈ ਕਿ ਇਹ ਬੰਦਾ ਮੇਰੇ ਕੋਲੇ ਆ ਰਿਹਾ, ਘੁੰਮਣ ਫਿਰਨ ਵਾਸਤੇ ਆ ਰਿਹਾ, ਪਰ ਮੈਂ ਉਹਨੂੰ ਇਹ ਇਜਾਜ਼ਤ ਨਹੀਂ ਦੇ ਸਕਦਾ ਜਿਹੜਾ ਬੰਦਾ ਮੇਰੀ ਸਪਾਂਸਰਸ਼ਿਪ ਤੇ UK ਦੇ ਵਿੱਚ ਆਇਆ ਕਿ ਉਹ ਕੰਮ ਕਰੇ, ਕਿਉਂਕਿ ਕੰਮ ਕਰਨ ਦੇ ਵਿੱਚ ਮੈਂ ਵੀ ਦੋਸ਼ੀ ਹਾਂ ਤੇ ਉਹ ਬੰਦਾ ਵੀ ਦੋਸ਼ੀ ਹੈ। ਇਸ ਕਰਕੇ ਜਿਹੜੇ ਨੈਂਸੀ ਘੁੰਮਣ ਜੀ, ਤੁਸੀਂ ਇੱਥੇ ਆ ਕੇ ਕੰਪੀਟੀਸ਼ਨ ਕਰਾ ਕੇ ਪੈਸੇ ਇਕੱਠੇ ਕਰਕੇ ਗਏ, ਤੇ ਤੁਹਾਡੀ NGO ਦੇ ਡਿਟੇਲ ਜਿਹੜੇ ਹੈ ਉਹ ਉੱਥੇ ਪਾ ਦਿਓ, ਤੁਹਾਡੀ ਰਜਿਸਟ੍ਰੇਸ਼ਨ ਤੇ ਤੁਹਾਡੇ 7 ਜਾਂ ਉਹ ਤੋਂ ਵੱਧ ਮੈਂਬਰ ਕਿਹੜੇ ਨੇ, ਜਾਂ ਫਿਰ ਇਹ ਧੰਦਾ ਜਿਹੜਾ ਆ ਤੁਹਾਨੂੰ ਬੰਦ ਕਰਨਾ ਚਾਹੀਦਾ। ਧੰਦੇ ਦੇ ਨਾਮ ਤੇ ਕਿ ਇਹ ਜਿਹੜਾ NGO ਹੈ, ਇਹ ਅੱਜ ਕੱਲ ਬਹੁਤ ਵੱਡਾ ਧੰਦਾ ਬਣ ਚੁੱਕਿਆ, ਕਿਉਂਕਿ ਇਮੋਸ਼ਨਲੀ ਲੋਕ ਬੱਚਿਆਂ ਕਰਕੇ ਜਾਂ ਹੋਰ ਭਲਾਈ ਦੇ ਕਾਰਜਾਂ ਕਰਕੇ ਨਾਲ ਜੁੜ ਲੈਂਦੇ ਨੇ, ਇਮੋਸ਼ਨਲ ਹੋ ਕੇ ਤੁਹਾਨੂੰ ਤਿਲ ਫੁਲ ਭੇਟਾ ਕਰ ਦਿੰਦੇ ਨੇ, ਪਰ ਤੁਸੀਂ ਉਹਨੂੰ ਆਪਣੀ ਲਗਜ਼ਰੀ ਲਾਈਫ ਤੇ, ਆਪਣੀਆਂ ਗੱਡੀਆਂ, ਆਪਣੇ ਹੋਰ ਲਗਜ਼ਰੀ ਜਿਹੜੇ ਹੈ ਧੰਦੇ ਜਿਹੜੇ ਤੁਹਾਡੇ ਚੱਲਦੇ ਨੇ, ਉਹਦੇ ਨਾਲ ਲੋਕਾਂ ਨੂੰ ਜੋੜ ਕੇ ਤੁਸੀਂ ਉਹਨੂੰ ਮਿਸਲੀਡ ਕਰਦੇ ਹੋ। ਤੇ ਇਹ ਕੰਮ ਜਿਹੜਾ ਇਹ ਬਿਲਕੁਲ ਗਲਤ ਹੈ, ਤੇ ਇਹ ਤੁਹਾਨੂੰ ਜੇ ਤੁਸੀਂ ਕਰਦੇ ਹੋ ਬੰਦ ਕਰਨਾ ਚਾਹੀਦਾ। ਜਿਹੜੀ ਵੀ ਗੱਲ ਮੈਂ ਕਹਿ ਰਿਹਾ ਇੱਥੇ, ਜੇ ਮੈਂ ਗਲਤ ਹਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗ ਲੂੰਗਾ। ਤੁਹਾਡੇ ਪਰਸਨਲ ਕਰੈਕਟਰ ਬਾਰੇ ਮੈਨੂੰ ਕਾਫੀ ਕੁਝ ਪਤਾ ਹੈ, ਪਰ ਮੈਂ ਅੱਜ ਨਜ਼ਰ ਨਹੀਂ ਕਰਦਾ। ਤੇ ਮੈਂ ਗਵਰਨਮੈਂਟ ਦੇ ਖਾਤੇ ਦੇ ਵਿੱਚੋਂ ਜਿਹੜੇ 14-15 ਪੇਜ, ਤੁਸੀਂ ਕਿੰਨੀਆਂ FIR ਆਪਣੇ ਤਿੰਨੇ ਹਸਬੈਂਡ ਤੇ ਕਰਾਈਆਂ, ਕਿੰਨੇ ਪੈਸੇ ਲੈ ਕੇ ਉਹਨਾਂ ਨਾਲ ਫੈਸਲਾ ਕੀਤਾ, ਇਹ ਸਾਰੇ ਮੇਰੇ ਕੋਲੇ ਕੱਲੇ ਥਾਣੇ ਦੇ ਡਿਟੇਲ ਨੇ। ਮੈਂ ਪੁਲਿਸ ਸਟੇਸ਼ਨ ਚੋਂ, ਕੋਤਵਾਲੀ ਚੋਂ ਵੀ
ਕਾਗਜ਼ ਜਿਹੜੇ ਅੱਜ ਮੇਰੇ ਕੋਲੇ ਪਹੁੰਚੇ ਹੈ ਤੇ ਬਾਕੀ ਵੀ ਪੁਲਿਸ ਸਟੇਸ਼ਨਾਂ ਦੇ ਮੇਰੇ ਕੋਲ ਹੈਗੇ ਆ ਤੇ ਕਿਸ ਤਰ੍ਹਾਂ ਕਰਕੇ, ਕਿਉਂਕਿ ਤੁਹਾਡੇ ਵਰਗੇ ਜਿਹੜੇ ਕਰੈਕਟਰ ਦੇ ਬੰਦੇ ਆ ਉਹਨਾਂ ਨੂੰ ਤਾਂ NGO ਦਾ ਲਾਇਸੈਂਸ ਮਿਲ ਨਹੀਂ ਸਕਦਾ। ਸੋ NGO ਦਾ ਜਿਹੜਾ ਢੰਡੋਰਾ ਪਿੱਟਣਾ, ਤੁਸੀਂ ਇੰਪਲਾਈ ਹੈਗੇ ਹੋ, ਆਪਣੇ ਖਰਚੇ ਘਟਾਓ ਤੇ ਆਪਣੀ ਤਨਖਾਹ ਦੇ ਵਿੱਚ ਗੁਜ਼ਾਰਾ ਕਰੋ। ਜੇ ਤੁਸੀਂ ਬਿਜ਼ਨਸ ਕਰਨਾ ਤਾਂ ਖੁੱਲ੍ਹ ਕੇ ਕਰੋ, ਬਾਕੀ ਵੀ ਬਿਜ਼ਨਸ ਕਰਦੇ ਆ, ਕਿਸੇ ਦੇ ਸਟੋਰ ਨੇ, ਅੰਬਾਨੀ ਅਡਾਨੀ ਵੀ ਬਿਜ਼ਨਸ ਕਰਦੇ ਆ, ਉਹ ਕੋਈ ਚੈਰਿਟੀ ਚਲਾ ਕੇ ਪੈਸੇ ਨਹੀਂ ਇਕੱਠੇ ਕਰਦੇ। ਸੋ ਜਿਹੜਾ ਚੈਰਿਟੀ ਚਲਾ ਕੇ ਜਾਂ NGO ਚਲਾ ਕੇ ਜਾਂ NGO ਦਾ ਨਾਮ ਵਰਤ ਕੇ ਪੈਸਾ ਇਕੱਠਾ ਕਰਕੇ ਲੋਕਾਂ ਨੂੰ ਮਿਸਲੀਡ ਕਰਨਾ, ਤੇ ਉਹ ਸਾਰੇ NGO ਜਾਂ ਸਮਾਜ ਸੇਵੀਆਂ ਨੂੰ ਇਹ ਕੰਨ ਹੋ ਜਾਣੇ ਚਾਹੀਦੇ ਆ ਕਿ ਇਹ ਬਹੁਤ ਜ਼ਿਆਦਾ ਰੌਲਾ ਇਸ ਸਕੰਜੇ 'ਚ। ਹੁਣ ਤੁਸੀਂ ਆਪਣੇ ਆਪ ਨੂੰ ਪਹਿਲਾਂ ਕੋਸ਼ਿਸ਼ ਕਰੋ ਕਿ ਤੁਸੀਂ ਇਹਦੇ ਵਿੱਚ ਨਾ ਫਸੋ, ਕਿਉਂਕਿ ਇਹ ਜਾਲ ਬਹੁਤ ਡੂੰਘਾ ਹੁੰਦਾ ਜਾ ਰਿਹਾ। ਤੇ ਜਿਹੜੇ ਪਰਲ ਵਾਲੇ ਭੰਗੂ ਸਾਹਿਬ ਸੀਗੇ, ਉਹਨਾਂ ਦੇ ਫੈਮਿਲੀ ਨਾਲ ਵੀ ਮੇਰੀ ਗੱਲ ਹੋਈ, ਕਿਤੇ ਕੱਲ ਨੂੰ ਜਿਹੜੀ ਹੈ ਮੇਰੀ ਉਹਨਾਂ ਨਾਲ ਵੀ ਮੀਟਿੰਗ ਲੈ ਕੇ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ। ਤੇ ਜਿੰਨੇ ਵੀ ਪੁਰਾਣੇ ਪਰਦੇ ਨੇ ਉਹ ਹੌਲੀ ਹੌਲੀ ਮੈਂ ਸਾਰੇ ਚੱਕਣ ਦੀ ਕੋਸ਼ਿਸ਼ ਕਰੂੰਗਾ। ਮੇਰੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆ ਰਹੀਆਂ ਨੇ, ਬਹੁਤ ਸਾਰੀਆਂ ਧਮਕੀਆਂ ਆ ਰਹੀਆਂ ਨੇ, ਬਹੁਤ ਸਾਰੀਆਂ ਗਾਲਾਂ ਕੱਢੀਆਂ ਜਾ ਰਹੀਆਂ ਨੇ। ਕੱਲੇ ਬੰਦੇ ਦਾ ਜਿਹੜਾ ਫੋਨ ਹੈ ਉਹ ਨੋਟ ਕੀਤਾ ਹੋਇਆ ਤੇ ਉਹ ਟਾਈਪ ਵੀ ਕਰਦਾ ਹਾਂ ਮੈਂ। ਸਾਰੀਆਂ ਚੀਜ਼ਾਂ ਜਦੋਂ ਲੋੜ ਪਈ ਮੈਨੂੰ ਸਬੂਤ ਲਿਆ ਕੇ ਤੁਹਾਡੇ ਸਾਹਮਣੇ ਰੱਖ ਦੂੰਗਾ। ਪਰ ਜਿਹੜੀਆਂ ਗਿੱਦੜ ਚਿੱਠੀਆਂ, ਗਿੱਦੜ ਧਮਕੀਆਂ, ਜਾਂ ਤੁਸੀਂ ਇਸ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਹੋ ਤੇ ਇਹ ਬਿਲਕੁਲ ਬੰਦ ਨਹੀਂ ਹੋਣ ਲੱਗੀ, ਕਿਉਂਕਿ ਮੇਰਾ ਨਾਮ ਭਾਵੇਂ ਭਗਤ ਸਿੰਘ ਸੰਧੂ ਨਹੀਂ ਹੈਗਾ, ਪਰ ਮੇਰੇ ਨਾਂ ਦੇ ਪਿੱਛੇ ਸੰਧੂ ਜ਼ਰੂਰ ਲੱਗਦਾ ਹੈ। ਮਾੜੀ ਮੋਟੀ ਚੰਗਿਆੜੀ ਉਹਨਾਂ ਵਾਲੀ ਹੈਗੀ ਹੈ। ਨਾਲੇ ਬਹੁਤੇ ਕਾਰਜ ਜਿਹੜੇ ਜ਼ਿੰਦਗੀ ਦੇ ਸੀ ਉਹ ਅਸੀਂ ਪੂਰੇ ਕਰ ਲਏ ਹੈ। ਹੁਣ ਅਸੀਂ ਲੋਕ ਆਵਾਜ਼ ਬਣ ਕੇ ਤੁਹਾਡੇ ਹਿੱਕ ਦੇ ਉੱਤੇ ਨੱਚਾਂਗੇ, ਚਾਹੇ ਤੁਸੀਂ ਵੱਡੇ ਹੋ ਚਾਹੇ ਤੁਸੀਂ ਛੋਟੇ ਹੋ। ਤੇ ਜਾਨ ਸਾਡੀ ਜਾਂਦੀ ਹੈ ਜਾਵੇ, ਕਿਉਂਕਿ ਕਿਸੇ ਨੇ ਸਾਡੇ ਮਗਰੋਂ ਸਾਡੇ ਪਿੱਛੋਂ ਵੀ ਉੱਠ ਜਾਣਾ, ਬਦਲਾ ਲੈ ਲੈਣਾ। ਜਿਵੇਂ ਭਗਤ ਸਿੰਘ, ਉਹਨਾਂ ਨੂੰ ਫਾਂਸੀ ਲੱਗੀ ਸੀ ਤੇ ਆਜ਼ਾਦੀ ਤੋਂ ਉਦੋਂ ਬਾਅਦ ਹੀ ਮਿਲੀ ਹੈ ਨਾ, ਪਹਿਲਾਂ ਤਾਂ ਨਹੀਂ ਮਿਲੀ। ਪਰ ਉਹ ਪ੍ਰਸ਼ਾਂਤ ਭੂਸ਼ਣ ਵਾਂਗੂ ਦਬਕਾਏ ਹੋਏ, ਧਮਕਾਏ ਹੋਏ ਕਿ ਤੁਹਾਨੂੰ ਸਜ਼ਾ ਹੋ ਜੂਗੀ, ਤੇ ਉਹਦੇ ਕਰਕੇ ਮਾਫੀ ਤਾਂ ਨਹੀਂ ਨਾ ਉਹਨਾਂ ਨੇ ਮੰਗੀ। ਜੇ ਮਾਫੀ ਮੰਗ ਲੈਂਦੇ ਹੋ ਸਕਦਾ ਉਹਨਾਂ ਦੀ ਫਾਂਸੀ ਜਿਹੜੀ ਹੈ ਉਮਰ ਕੈਦ ਦੇ ਵਿੱਚ ਤਬਦੀਲ ਹੋ ਜਾਂਦੀ। ਪਰ ਫਿਰ ਉਹ ਕੀ ਕਰਦੇ ਨੇ? ਜਿਹੜਾ ਲੋਕਾਂ ਦਾ ਹਜ਼ੂਮ ਉਹਨਾਂ ਨੂੰ ਅੱਜ ਇੰਨਾ ਪਿਆਰ ਕਰਦਾ ਹੈ, ਹਰ ਇੱਕ ਬੰਦੇ ਦੇ ਵਿੱਚ, ਜ਼ਹਿਨ ਦੇ ਵਿੱਚ ਉਹ ਜਿਉਂਦੇ ਨੇ, ਦਿਲ ਦੇ ਵਿੱਚ ਉਹਨਾਂ ਲਈ ਪਿਆਰ ਹੈ, ਫਿਰ ਸ਼ਾਇਦ ਉਹ ਨਾ ਹੁੰਦਾ। ਸੋ ਇਸ ਕਰਕੇ ਅਸੀਂ ਉਸ ਮੁੱਦੇ ਤੇ ਅੜ ਕੇ ਖੜੇ ਆ। ਜਿੰਨੇ ਕੇਸ ਕਰਨੇ ਆ ਉਹਨੇ ਤੁਸੀਂ ਕੇਸ ਕਰ ਲਓ, ਜਿੰਨੀਆਂ ਸਜ਼ਾਵਾਂ ਦਿਵਾਉਣੀਆਂ, ਕਿਉਂਕਿ ਤੁਹਾਡੇ ਬਹੁਤ ਵੱਡੇ ਬੰਦਿਆਂ ਨਾਲ, ਆਈਜੀਆਂ ਨਾਲ, ਜੱਜਾਂ ਨਾਲ। ਇੱਕ ਬੰਦਾ ਫੋਨ ਕਰਦਾ, ਕਹਿੰਦਾ ਮੇਰੀ ਕੁੜੀ ਜੱਜ ਆ, ਕਹਿੰਦਾ ਮੈਂ ਤੈਨੂੰ ਠੋਕ ਦੂੰਗਾ। ਉਹ ਪੁੱਤਰਾ ਤੂੰ ਭੁਲੇਖੇ ਦੇ ਵਿੱਚ ਹੋਣਾ। ਤੇ ਇਹ ਜਿਹੜੀਆਂ ਧਮਕੀਆਂ ਹੈ ਨਾ ਕਿ ਮੇਰੀ ਕੁੜੀ ਜੱਜ ਆ, ਮੈਂ ਆਹ ਕਰਾ ਦੂੰ, ਮੈਂ ਉਹ ਕਰਾ ਦੂੰ, ਸਾਡੇ ਚਿੱਚੜ ਲੱਗੇ ਹੋਏ ਨੇ ਇਹਨਾਂ ਇਹੋ ਜਿਹੇ ਘਿਨਾਉਣੇ ਤੇ ਘਟੀਆ ਕਿਸਮ ਦੇ ਫੈਸਲੇ ਦੇਣ ਵਾਲੇ ਇਹੋ ਜਿਹੇ ਲੁੱਚੇ ਬੰਦਿਆਂ ਦੇ। ਤੇ ਅਸੀਂ ਇਹਨਾਂ ਚੀਜ਼ਾਂ ਤੋਂ ਨਹੀਂ ਡਰਨ ਵਾਲੇ। ਤੇ ਇਹ ਜਿਹੜੀਆਂ ਧਮਕੀਆਂ ਕਿਸੇ ਹੋਰ ਨੂੰ ਦੇਈ, ਤੇ ਤੇਰੀ ਮੈਂ ਵੀਡੀਓ ਜਿਹੜੀ ਹੈ ਉਹ ਜਿਹੜੇ ਮੁੰਡੇ ਨਾਲ ਤੂੰ ਵੀਡੀਓ ਤੇ ਗੱਲਬਾਤ ਕੀਤੀ, ਵੀਡੀਓ ਲਾਉਣ ਦੀ ਗੱਲ ਕੀਤੀ, ਉਹ ਲਾਉਣੀ ਨਹੀਂ, ਹੁਣ 3 ਹੋਰ ਚੜ੍ਹਨੀਆਂ। ਤੇ ਤੂੰ ਤਕੜਾ ਹੋ ਕੇ ਆਪਣੀ ਕੁੜੀ ਨੂੰ ਕਹੀਂ ਕਿ ਜਿਹੜੀ ਸਜ਼ਾ ਦਿਵਾਉਣੀ ਹੈ ਨਾ, ਛੋਟੇ ਮੋਟੇ ਬੰਦਿਆਂ ਨੂੰ ਨਾ ਫੜ, ਤੁਸੀਂ ਫੜੋ ਮੇਜਰ ਸਿੰਘ ਸੰਧੂ ਨੂੰ। ਤੇ ਮੈਂ ਪੰਜਾਬ ਵੀ ਆਉਣਾ, ਤੁਹਾਨੂੰ ਦੱਸ ਕੇ ਆਊਂਗਾ। ਜੇ ਤੁਸੀਂ ਐਡਰੈਸ ਭੇਜ ਦਿੱਤਾ, ਤੁਹਾਡੇ ਘਰ ਦੇ ਮੂਹਰੇ ਖੜ ਕੇ ਲਾਈਵ ਵੀ ਹੋਊਗਾ ਤੇ ਤੁਹਾਨੂੰ ਦੱਸ ਕੇ ਆਊਂਗਾ ਕਿ ਇੰਨੀ ਤਰੀਕ ਨੂੰ ਆ ਰਿਹਾ। ਕੋਈ ਬੋਡੀਗਾਰਡ ਨਹੀਂ ਹੋਊਗਾ। ਜਿਹੜੀ ਗੋਲੀ ਮਾਰਨੀ ਹੋਈ, ਜਿਹੜਾ ਬੰਬ ਚਲਾਉਣਾ ਹੋਇਆ, ਜਿਹੜਾ ਕੇਸ ਕਰਨਾ ਹੋਇਆ, ਤੁਸੀਂ ਉੱਥੇ ਪੰਜਾਬ ਆਏ ਤੇ ਹੀ ਕਰ ਲਿਓ, ਕਿਉਂਕਿ ਇੱਥੇ ਤਾਂ ਕੋਈ ਕੇਸ ਤੁਹਾਡਾ ਲਾਗੂ ਨਹੀਂ ਹੋਣਾ। ਮੈਂ ਹੁਣ ਜਿਹੜਾ ਕੱਲ ਮੈਂ ਫਰਾਂਸ ਸੀਗਾ, ਅੱਜ ਮੈਂ ਇੱਥੇ UK ਆ। ਤੇ ਤੁਸੀਂ ਜੋ ਕੁਝ ਕਰਨਾ ਹੋਇਆ ਨਾ, ਇਹ ਨਾ ਮਾੜੇ ਬੰਦਿਆਂ ਨੂੰ ਨਾ ਫੜੋ। ਇਹ ਤਾਂ ਵਿਚਾਰੇ ਸ਼ੇਅਰ ਕਰਕੇ ਆਪਣਾ ਮਾੜਾ ਮੋਟਾ ਬਿਜ਼ਨਸ ਚਲਾਉਂਦੇ ਆ, ਚੈਨਲਾਂ ਤੋਂ ਪੈਸਾ ਕਮਾਉਂਦੇ ਆ। ਆ ਬੈਠਾ ਹੈ ਤੁਹਾਡੇ ਸਾਹਮਣੇ ਜਿਹਦੀ ਜ਼ਬਾਨ ਨੂੰ ਲੋਕ ਕੱਟ ਕੇ ਆਪਣੇ ਚੈਨਲਾਂ ਦੇ ਵਿੱਚ ਪਾਉਂਦੇ ਆ। ਜਿਹੜਾ ਕੰਮ ਕਰਨਾ, ਜਿਹੜੇ ਕੇਸ ਕਰਨੇ, ਇੱਕ ਨਾ ਕਰੋ ਤੁਸੀਂ 15 ਕਰੋ। ਜੇ ਤੁਹਾਡੀ ਕੁੜੀ ਜੱਜ ਹੈ, ਉਹਨੇ ਫੈਸਲੇ ਓਬਵੀਅਸਲੀ ਮੇਰੇ ਖਿਲਾਫ ਦੇਣੇ ਆ, ਤੁਸੀਂ ਲਓ। ਜੇ ਮੈਂ ਲੋਕਾਂ ਲਈ ਕੇਸ ਲੜ ਸਕਦਾ ਆ, ਮੈਂ ਆਪਣੇ ਆਪ ਲਈ ਕਿਉਂ ਨਹੀਂ ਲੜ ਸਕਦਾ? ਹਾਂ, ਜੇ ਸਜ਼ਾ ਅਨੁਸਾਰ ਮੈਨੂੰ ਜੇਲ੍ਹ ਹੋਊਗੀ ਤਾਂ ਮੈਂ ਜੇਲ੍ਹ ਭੁਗਤਣ ਨੂੰ ਤਿਆਰ। ਜਿਵੇਂ ਹੁਣ ਪ੍ਰਸ਼ਾਂਤ ਭੂਸ਼ਣ ਜੀ ਨੇ ਕਿਹਾ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ, ਮੈਂ ਤਾਂ ਜੱਜ ਦੇ ਗਲਤ ਕਾਰਨਾਮੇ ਤੇ ਟਿੱਪਣੀ ਕੀਤੀ ਹੈ। ਜੇ ਇਹਨੂੰ ਤੁਸੀਂ ਕ੍ਰਾਈਮ ਸਮਝਦੇ ਹੋ ਤੇ ਮੈਂ ਇਹਦੀ ਮਾਫੀ ਨਹੀਂ ਮੰਗੂੰਗਾ। ਮੇਰੀ ਡਾਇਰੀ ਦੇ ਵਿੱਚ ਇਹ ਕ੍ਰਾਈਮ ਨਹੀਂ। ਪ੍ਰਸ਼ਾਂਤ ਭੂਸ਼ਣ ਜੀ ਬੜੇ ਬੇਬਾਕ ਤੇ ਬਹੁਤ ਸੁਧਰੇ ਹੋਏ ਵਕੀਲ ਨੇ ਸੁਪਰੀਮ ਕੋਰਟ ਦੇ। ਉਹ ਇੰਨੀ ਗੱਲ ਪਿੱਛੇ ਦਬਣਦੇ ਨਹੀਂ। ਤੇ ਜਿੰਨੇ ਵੀ ਬੁੱਧੀਜੀਵੀ ਨੇ, ਜਿੰਨੇ ਵੀ ਪੱਤਰਕਾਰ ਨੇ, ਅੱਜ ਸਭ ਤੋਂ ਵੱਡੀ ਜੇ ਮੂਵਮੈਂਟ ਚੱਲ ਰਹੀ ਹੈ
ਪ੍ਰਸ਼ਾਂਤ ਭੂਸ਼ਣ ਜਿਹੜੇ ਸੁਪਰੀਮ ਕੋਰਟ ਦਿੱਲੀ ਦੇ ਵਕੀਲ ਨੇ, ਉਹਨਾਂ ਦੇ ਹੱਕ ਦੇ ਵਿੱਚ ਚੱਲ ਰਹੀ ਹੈ ਤੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਕਦੇ ਬੰਦ ਨਹੀਂ ਹੋਣੀਆਂ ਚਾਹੀਦੀਆਂ। ਸਾਡਾ ਤਾਂ ਉਹਨਾਂ ਦੇ ਮੁਕਾਬਲੇ ਜਿਹੜੀ ਆਵਾਜ਼ ਹੈ ਉਹ ਬਿਲਕੁਲ ਛੋਟੀ ਹੈ, ਪਰ ਛੋਟੀਆਂ ਆਵਾਜ਼ਾਂ ਤੋਂ ਹੀ ਵੱਡੀਆਂ ਬਣਦੀਆਂ। ਜੇ ਮੇਜਰ ਸਿੰਘ ਚਲਿਆ ਜਾਵੇ ਜਾਂ ਕਿਸੇ ਕਾਰਨ ਕਰਕੇ, ਹੁਣ ਕਰੋਨਾ 'ਚ ਬਹੁਤ ਬੰਦੇ ਚਲੇ ਗਏ, ਐਕਸੀਡੈਂਟ ਦੇ ਵਿੱਚ ਬਹੁਤ ਬੰਦੇ ਚਲੇ ਜਾਂਦੇ ਹੈ, ਹੋਰ ਕਈ ਬਿਮਾਰੀਆਂ ਐਸੀਆਂ ਚਿੰਬੜਦੀਆਂ ਦੀਆਂ ਬੰਦਾ ਰਾਤੋਂ ਰਾਤ ਚਲੇ ਜਾਂਦਾ, ਪਰ ਇਹ ਆਵਾਜ਼ਾਂ ਇੰਪੋਰਟੈਂਟ ਨੇ। ਮੇਜਰ ਸੰਧੂ, ਪ੍ਰਸ਼ਾਂਤ ਭੂਸ਼ਣ ਜਾਂ ਹੋਰ ਬੰਦੇ ਜਿਹੜੇ ਇਸ ਜ਼ੁਲਮ ਦੇ ਖਿਲਾਫ ਬੋਲਦੇ ਆ, ਉਹ ਇੰਪੋਰਟੈਂਟ ਨਹੀਂ, ਉਹ ਆਵਾਜ਼ਾਂ ਇੰਪੋਰਟੈਂਟ ਨੇ। ਲੋਕ ਆਵਾਜ਼ਾਂ ਇੰਨੀਆਂ ਜ਼ਿਆਦਾ ਬਣਾ ਦਿਓ ਕਿ ਇਹ ਪੋਲੀਟੀਕਲ ਲੀਡਰ ਤੁਹਾਡੇ ਪੈਰਾਂ ਦੇ ਵਿੱਚ ਆ ਜਾਣ। ਵੋਟਾਂ ਪੈਣ ਵਾਲੀਆਂ 1 ਸਾਲ ਤੱਕ, ਇਹ ਜਿਹੜੀਆਂ ਵੋਟਾਂ 1 ਸਾਲ ਤੋਂ ਬਾਅਦ, ਸਵਾ ਸਾਲ ਜਾਂ 1.5 ਸਾਲ ਤੱਕ ਇਹ ਅਨਾਉਂਸ ਹੋ ਜਾਣੀ ਹੈ। ਪੰਜਾਬ ਦੇ ਵਿੱਚ ਵੀ ਇਹ ਵੋਟਾਂ ਪੈਣ ਵਾਲੀਆਂ, ਤੇ ਜੇ ਲੋਕ ਆਵਾਜ਼ ਪੰਜਾਬ ਦੇ ਵਿੱਚ ਉੱਠ ਗਈ, ਇਹ ਵੱਡੇ ਵੱਡੇ ਤਖਤੇ ਹਿਲਾ ਕੇ ਰੱਖ ਦੂ। ਕਿਸੇ 1 ਜਾਂ 2 ਪਰਿਵਾਰਾਂ ਦਾ ਜਾਂ ਰਾਜਿਆਂ ਦਾ, ਰਾਣੀਆਂ ਦਾ ਕੋਈ ਵਸ ਨਹੀਂ ਚੱਲਣਾ ਕਿ ਤੁਹਾਡੇ ਨਾਲ ਕੋਈ ਵੀ ਧੱਕਾ ਕਰ ਜੇ। ਇਹ ਧੱਕਾ ਕਰਨ ਵਾਲੇ ਲੋਕ ਜਿਹੜੇ ਆ ਪੋਲੀਟੀਕਲ ਲੋਕਾਂ ਨੇ, ਧਨਾੜ ਲੋਕਾਂ ਨੇ ਪੈਦਾ ਕੀਤੇ ਹੋਏ ਨੇ, ਇਹ ਚੱਕ ਕੇ ਉੱਥੇ ਵਾੜਨੇ ਆ ਜਿੱਥੇ ਇਹਨਾਂ ਦੀ ਥਾਂ ਬਣਦੀ ਹੈ। ਪੰਜਾਬ ਦੇ ਵਿੱਚ ਕੋਈ ਗਰੀਬੀ ਨਹੀਂ, ਪੰਜਾਬ ਦੇ ਸਾਰੇ ਲੋਕਾਂ ਦਾ ਪੈਸਾ ਇਕੱਠਾ ਹੋ ਕੇ 2 ਜਾਂ 3% ਲੋਕਾਂ ਦੀ ਜੇਬ 'ਚ ਚਲਿਆ ਗਿਆ। ਉਹ ਲੋਕ ਕੋਸ਼ਿਸ਼ ਕਰਦੇ ਆ ਕਿ ਜਦੋਂ ਮੇਰੇ ਵਰਗਾ ਕੋਈ ਹੋਰ ਬੰਦਾ ਉੱਠ ਕੇ ਜਿਹੜੀ ਗਲਤ ਕੰਮ ਹੋਇਆ ਜਾਂ ਧੱਕਾ ਹੋਇਆ ਉਹਦੇ ਖਿਲਾਫ ਆਵਾਜ਼ ਉਠਾਊਗਾ, ਤੇ ਇਹ ਕਿਸੇ ਨਾ ਕਿਸੇ ਪੈਸੇ ਦੇ ਨਾਲ 4 ਵਕੀਲ ਖੜੇ ਕਰਕੇ 4 ਜੱਜਾਂ ਤੋਂ ਆਪਣੇ ਜਾਣ ਪਛਾਣਾਂ ਤੋਂ ਫੈਸਲਾ ਦਵਾ ਕੇ ਤੁਹਾਡੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰ ਦੇਣਗੇ। ਜੇ ਸਾਰੇ ਹੀ ਉੱਠ ਕੇ ਆਪਣੇ ਹੱਕਾਂ ਲਈ ਸੁਚੇਤ ਹੋ ਕੇ ਬੋਲਣ ਲੱਗ ਜਾਣ, ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋ ਜਾਣ, ਜਿਹੜੇ ਆਰਡੀਨੈਂਸ ਜਾਰੀ ਹੋਏ ਹੈ ਕਿਸਾਨਾਂ ਦੇ ਖਿਲਾਫ, ਉਹਨਾਂ ਦੀ ਆਵਾਜ਼ ਬੁਲੰਦ ਕਰਕੇ ਖੜੇ ਹੋ ਜਾਣ, ਤਾਂ ਕਿਸੇ ਦੀ ਜ਼ਰੂਰਤ ਨਹੀਂ ਪੈ ਸਕਦੀ ਕੋਈ ਪੋਲੀਟੀਕਲ ਲੀਡਰ ਜਾਂ ਕੋਈ ਸਰਕਾਰ ਤੁਹਾਨੂੰ ਦਬਾ ਸਕੇ। ਕਿਉਂਕਿ ਸਰਕਾਰ ਨੇ ਰਾਜ ਤੇ ਪੈਸਾ ਇਕੱਠਾ ਲੋਕਾਂ ਤੋਂ ਕਰਨਾ ਹੁੰਦਾ, ਭਾਵੇਂ ਰੁਪਈਆ ਇਕੱਠਾ ਕਰੇ। ਹਰ ਚੀਜ਼ ਤੇ ਟੈਕਸ ਦੇ ਰੂਪ ਦੇ ਵਿੱਚ ਪੈਸਾ ਇਕੱਠਾ ਕਰਕੇ ਆਪ ਐਸ਼ੀ ਕਰਦੇ ਹੈ। ਜਦੋਂ ਲੋਕ ਸੁਚੇਤ ਹੋ ਜਾਣ, ਲੋਕਾਂ ਦੀ ਆਵਾਜ਼ ਇੰਨੀ ਬੁਲੰਦ ਹੋ ਜੇ, ਤਾਂ ਸਰਕਾਰ ਨੂੰ ਵਕਤ ਪੈ ਜਾਂਦਾ, ਭਾਵੇਂ ਉਹ ਸੈਂਟਰ ਦੀ ਸਰਕਾਰ ਹੋਵੇ ਤੇ ਭਾਵੇਂ ਸਟੇਟ ਦੀ ਸਰਕਾਰ ਹੋਵੇ। ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਕਿ ਮੀਡੀਆ ਨੇ ਕਦੇ ਵੀ ਇਹ ਸਵਾਲ ਨਹੀਂ ਚੁੱਕਣਾ, ਪੰਜਾਬ ਦਾ ਮੀਡੀਆ ਧਨਾਡਾਂ ਦਾ ਮੀਡੀਆ ਹੈ। ਧਨਾੜ ਲੋਕ ਆਪਣੀਆਂ ਵੀਡੀਓ ਪਾਉਣ ਵਾਸਤੇ, ਆਪਣੀ ਵਾਹ-ਵਾਹ ਕਰਾਉਣ ਵਾਸਤੇ ਉੱਥੇ ਆਪਣੇ ਪੈਸੇ ਦਿੰਦੇ ਆ, ਤੇ ਜਦੋਂ ਪੈਸੇ ਚੈਨਲ ਨੂੰ ਜਾਂਦੇ ਆ ਉਹਦੇ ਵਿੱਚੋਂ ਚੈਨਲ ਦੇ ਖਰਚੇ ਚਲਾਉਂਦੇ ਆ। ਸੋ ਇਸ ਕਰਕੇ ਜਦੋਂ ਕਿਸੇ ਧਨਾੜ ਦੇ ਖਿਲਾਫ ਆਵਾਜ਼ ਉੱਠੂਗੀ, ਉਹਨੂੰ ਸਪਰੈਡ ਨਹੀਂ ਕੀਤਾ ਜਾਊਗਾ। ਲੋਕ ਆਵਾਜ਼ ਨੂੰ ਸਪਰੈਡ ਕਰਨ ਵਾਲੇ ਤੁਹਾਡੇ ਵਰਗੇ ਲੋਕ ਹੋਣਗੇ ਜਿਹੜੇ ਹੁਣ ਦੇਖ ਰਹੇ ਨੇ। ਜਦੋਂ ਉਹਨਾਂ ਨੇ ਇੱਕ ਸ਼ੇਅਰ ਮਾਰਨਾ ਨਾ, ਤਾਂ ਇਹ ਚੈਨਲਾਂ ਦੀ ਮਜਬੂਰੀ ਬਣ ਜਾਂਦੀ ਹੈ। ਜਦੋਂ ਉਹ ਆਵਾਜ਼ ਇੰਨੀ ਬੁਲੰਦ ਹੋ ਜੇ, ਫਿਰ ਚੈਨਲ ਨੂੰ ਵਿਊ ਵੀ ਚਾਹੀਦੇ ਹੁੰਦੇ ਆ, ਫਿਰ ਉਹ ਕੱਟ ਕੇ ਵੀਡੀਓ ਪਾਉਂਦੇ ਆ, ਅਦਰਵਾਈਜ਼ ਉਹ ਨਹੀਂ ਪਾਉਂਦੇ। ਤੇ ਦੂਜੀ ਗੱਲ, ਮੈਨੂੰ ਕੋਈ ਭੁੱਖ ਨਹੀਂ, ਮੈਂ ਜਿਹੜੀ ਗੱਲ ਕਹਿਣੀ ਹੈ, ਮੈਨੂੰ 100 ਬੰਦਾ ਦੇਖਦਾ, ਮੈਨੂੰ 50 ਦੇਖਦੇ ਆ, ਮੈਨੂੰ 40 ਦੇਖਦੇ ਆ, ਮੈਂ ਇਹ ਗੱਲ ਤੁਹਾਡੇ ਤੱਕ ਪਹੁੰਚਾਉਂਦੇ ਰਹਿਣਾ ਆ। ਇਹ ਮੇਰੀ ਜ਼ਿੰਮੇਵਾਰੀ ਹੈ ਤੇ ਮੈਂ ਇਹਨੂੰ ਬੜੀ ਸਿਰਪੱਕ ਜ਼ਿੰਮੇਵਾਰੀ ਮੇਰੀ ਸਮਝਦਾ ਆ, ਤੇ ਤੁਹਾਡੀ ਜ਼ਿੰਮੇਵਾਰੀ ਹੈ ਇਸ ਚੀਜ਼ ਨੂੰ ਅੱਗੇ ਸਪਰੈਡ ਕਰਨਾ, ਲੋਕਾਂ ਨੂੰ ਜਾਗਰੂਕ ਕਰਨਾ। ਜਦੋਂ ਲੋਕ ਜਾਗਰੂਕ ਹੋ ਗਏ ਤਾਂ ਮੇਜਰ ਸਿੰਘ ਸੰਧੂ ਜਿਵੇਂ ਅੱਜ ਬੋਲਦਾ, ਕੱਲੇ ਨੇ ਆਪਣੇ ਹੱਕਾਂ ਲਈ ਬੋਲਣਾ ਸ਼ੁਰੂ ਕਰ ਦੇਣਾ, ਤੇ ਇਹ ਗੌਰਮੈਂਟ ਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਆ। ਗੌਰਮੈਂਟ ਕਿਸੇ ਵੀ ਪਾਰਟੀ ਦੀ ਹੋਵੇ, ਉਦੋਂ ਤੱਕ ਹੀ ਉਹ ਖਾਂਦੀ ਪੀਂਦੀ ਹੈ, ਉਦੋਂ ਤੱਕ ਹੀ ਉਹ ਲੋਕਾਂ ਦਾ ਖੂਨ ਨਿਚੋੜਦੀ ਹੈ, ਜਦੋਂ ਤੱਕ ਲੋਕ ਅਵੇਅਰ ਨਹੀਂ ਹੁੰਦੇ। ਸੋ ਲੋਕਾਂ ਦੀ ਸਟੇਟ ਹੈ, ਲੋਕ ਚੁਣਦੇ ਆ ਨੁਮਾਇੰਦਿਆਂ ਨੂੰ ਇਸ ਸਟੇਟ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ। ਜੇ ਲੋਕਾਂ ਦਾ ਖੂਨ ਚੂਸਿਆ ਜਾਂਦਾ ਹੈ ਸਟੇਟ ਦੇ ਅਹੁਦੇਦਾਰਾਂ ਵੱਲੋਂ, ਤਾਂ ਲੋਕਾਂ ਨੂੰ ਆਪਣੀ ਆਵਾਜ਼ ਬੁਲੰਦ ਕਰਕੇ ਤਖਤਾ ਪਲਟ ਦੇਣਾ ਚਾਹੀਦਾ ਹੈ। ਤੇ ਲੋਕਾਂ ਦੇ ਵਿੱਚੋਂ ਭਾਵੇਂ ਖਿਚੜੀ ਸਰਕਾਰ ਬਣ ਜੇ, ਚੁਣ ਕੇ ਜਿਹੜੇ ਬੰਦੇ ਆਉਂਦੇ, ਜਦੋਂ ਕਿਸੇ ਦੀ ਮੈਜੋਰਿਟੀ ਨਹੀਂ ਹੁੰਦੀ ਨਾ ਵਿਧਾਨ ਸਭਾ ਦੇ ਵਿੱਚ, ਉਦੋਂ ਫਿਰ ਇਹਨਾਂ ਨੂੰ ਸਾਰੇ ਫੈਸਲੇ ਲੈਣੇ ਜਾਂ ਆਪਣੇ ਹਿਸਾਬ ਨਾਲ ਕੰਮ ਕਰਨੇ ਸੌਖੇ ਨਹੀਂ ਹੁੰਦੇ। ਕਿਉਂਕਿ ਹਰੇਕ ਬੰਦਾ, ਕੋਈ ਕਿਸੇ ਪਿੰਡ ਦਾ, ਕੋਈ ਕਿਸੇ ਪਿੰਡ ਦਾ, ਕੋਈ ਕਿਸੇ ਦੀ ਲੋਕ ਆਵਾਜ਼ ਬਣਦਾ, ਕੋਈ ਕਿਸੇ ਦੀ। ਉਸ ਵੇਲੇ ਫੈਸਲੇ ਜਿਹੜੇ ਹੈ ਉਹ ਕੁਆਲਿਟੀ ਦੇ ਹੋਣ ਲੱਗ ਜਾਂਦੇ ਆ। ਇੱਦਾਂ ਨਹੀਂ ਕਿ ਅੰਦਰ ਦਫ਼ਤਰ 'ਚ ਵੜ ਕੇ ਸਾਰੇ ਸਾਈਨ ਕਰ ਦਿੰਦੇ ਆ, ਸਾਰੇ ਕੈਬਨਿਟ ਮੰਤਰੀ ਇੱਕ ਪਾਰਟੀ ਦੇ, ਕਿਸੇ ਨੂੰ ਪੁੱਛਣਾ ਹੀ ਨਹੀਂ। ਵਿਰੋਧੀ ਧਿਰ ਕੀ ਰੌਲਾ ਪਾਉਂਦੀ ਹੈ, ਉਹਦੀ ਕੋਈ ਕੇਅਰ ਨਹੀਂ ਕਰਨੀ। ਸੋ ਇਸ ਕਰਕੇ
मैं ਜਿਹੜੀਆਂ ਅੱਜ ਗੱਲਾਂ ਪੁੱਛੀਆਂ ਤੇ ਮੈਂ ਕੁਛ ਇੱਕ ਵੀਡੀਓ ਕੁਛ ਇੱਕ ਜਿਹੜੀਆਂ ਸਕਰੀਨਸ਼ਾਟ ਹੈ ਮੈਂ ਉਸ ਸਾਡੀ ਲੇਡੀ ਦੇ ਮੈਂ ਪਾਉਣ ਲੱਗਿਆ ਇੱਥੇ ਹੀ ਕਮੈਂਟਾਂ ਦੇ ਵਿੱਚ ਜਦੋਂ ਮੈਂ ਬੰਦ ਕਰੂੰਗਾ ਤੇ ਉਹ ਥੋੜੀ ਤੁਸੀਂ ਦੇਖ ਲੈਣਾ, ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ NGO ਆਮ ਪੈਸੇ ਕਲੈਕਟ ਕਰਨੇ, NGO ਦੇ ਖਾਤੇ ਦੇ ਵਿੱਚ NGO ਦੇ ਕੀ ਅਸੂਲ ਨੇ ਤੇ ਇਹ ਲੋਕ ਕਿਵੇਂ ਪੈਸਾ ਇਕੱਠਾ ਕਰਕੇ ਆਪਣੀ ਲਗਜ਼ਰੀ ਲਾਈਫ ਜਿਉਂਦੇ ਹੈ। ਕੁੜੀਆਂ ਕਰਕੇ ਕੋਈ ਇਹਨਾਂ ਨੂੰ ਕੁਝ ਕਹਿੰਦਾ ਨਹੀਂ ਹੈਗਾ, ਸਾਰੇ ਚੁੱਪ ਕਰ ਜਾਂਦੇ ਹੈ, ਜਿਹੜਾ ਨਾ ਚੁੱਪ ਕਰੇ ਉਹਨੂੰ ਜਾ ਕੇ ਵਡਿਆ ਲੈਂਦੀਆਂ। ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਹਥਿਆਰ ਕਈ ਵਾਰੀ ਯੂਜ਼ ਕੀਤੇ ਜਾਂਦੇ ਆ ਬੰਦੇ ਨੂੰ ਆਪਣੇ ਮਗਰ ਲਾਉਣ ਵਾਸਤੇ। ਸੋ ਜੇ ਤੁਸੀਂ ਇੱਕ ਥਾਂ ਤੇ ਪੱਕੇ ਕਰਮਚਾਰੀ ਹੋ ਪੰਜਾਬੀ ਯੂਨੀਵਰਸਿਟੀ ਦੇ, ਕੀ ਪੰਜਾਬੀ ਯੂਨੀਵਰਸਿਟੀ ਨੂੰ ਪਤਾ ਕਿ ਤੁਸੀਂ ਆ ਸਾਈਡ ਤੇ ਐਡਾ ਵੱਡਾ ਬਿਜ਼ਨਸ ਕਰਦੇ ਹੋ? ਤੇ ਕੀ ਪੰਜਾਬੀ ਯੂਨੀਵਰਸਿਟੀ ਨੂੰ ਪਤਾ ਕਿ ਤੁਸੀਂ NGO ਚਲਾਉਂਦੇ ਹੋ? ਕੀ ਪੰਜਾਬੀ ਯੂਨੀਵਰਸਿਟੀ ਨੂੰ ਪਤਾ ਕਿ ਤੁਸੀਂ ਮਿਸਿਸ ਵਰਲਡ ਕੰਪੀਟੀਸ਼ਨ ਕਰਾਉਣ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਬਲੈਤ ਵੀ ਜਾਂਦੇ ਹੋ ਤੇ ਦੁਬਈ ਦੇ ਵੀ ਕਈ ਗੇੜੇ ਮਾਰ ਕੇ ਆਉਂਦੇ ਹੋ? ਉੱਥੇ ਕਿੱਥੇ ਰਹਿੰਦੇ ਹੋ, ਕੀ ਐਸ਼ਪ੍ਰਸਤੀ ਕਰਦੇ ਹੋ, ਕਿੰਨਾ ਤੁਹਾਡਾ ਖਰਚਾ ਹੁੰਦਾ ਕਿ ਯੂਨੀਵਰਸਿਟੀ ਨੂੰ ਦੱਸ ਕੇ ਜਾਂਦੇ ਹੋ? ਹੁਣ ਇਹ ਲੇਡੀ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਕੈਨੇਡਾ ਤੋਂ ਇੱਕ ਬੰਦੇ ਦਾ ਟੈਲੀਫੋਨ ਆਇਆ ਸੀ ਅਜੇ ਪਰਸੋਂ ਹੀ। ਉਹ ਕਹਿੰਦੇ ਸੀ ਕਿ ਹੁਣ ਸਾਡੇ ਲੋਕਡਾਊਨ ਨਾ ਹੁੰਦਾ ਤੇ ਹੁਣ ਤੱਕ ਕੈਨੇਡਾ ਤੋਂ ਵੀ ਪੈਸੇ ਬਹੁਤ ਇਕੱਠੇ ਕਰਕੇ ਲੈ ਜਾਣੇ ਸੀ, ਸਿਰਫ ਤੇ ਸਿਰਫ ਮਿਸਿਸ ਪੰਜਾਬਣ ਵਰਲਡ ਪੰਜਾਬਣ ਦਾ ਸ਼ੋਅ ਕਰਾ ਕੇ, ਤੇ ਇਹਨਾਂ ਨੇ ਐਡਵਰਟਾਈਜ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਤਾਂ ਮੈਂ ਬੇਨਤੀ ਕਰਦਾ ਜਿਹੜੀਆਂ ਵੀ ਵੱਡੇ ਵੱਡੇ ਘਰਾਂ ਦੀਆਂ ਜਨਾਨੀਆਂ ਇਸ ਤਰ੍ਹਾਂ ਦੇ ਲੋਕਾਂ ਨਾਲ ਲੱਗੀਆਂ ਹੋਈਆਂ, ਪਲੀਜ਼ ਉਹਨਾਂ ਦੇ ਹਸਬੈਂਡ ਨੂੰ ਬੇਨਤੀ ਹੈ ਕਿ ਆਪਣੀਆਂ ਜਨਾਨੀਆਂ ਨੂੰ ਇਹ ਪੁੱਛ ਲਿਆ ਕਰੋ ਕਿਹੜੇ ਫੰਕਸ਼ਨ ਤੇ ਜਾਂਦੇ ਹੋ, ਕਿੱਥੇ ਜਾਂਦੇ ਹੋ, ਕਿਉਂਕਿ ਜਦੋਂ ਪਰਦੇ ਫਾਸ ਹੋਣੇ ਹੈ ਕਿਤੇ ਤੁਹਾਨੂੰ ਵੀ ਕੋਈ ਸ਼ਰਮਿੰਦਗੀ ਨਾ ਸਹਿਣੀ ਪੈ ਜਾਵੇ ਜਨਾਨੀਆਂ ਕਰਕੇ, ਕਿਉਂਕਿ ਜਨਾਨੀਆਂ ਦੀ ਐਂਟਰਟੇਨਮੈਂਟ ਹੁੰਦੀ ਹੈ, ਉਹ ਵਿਚਾਰੀਆਂ ਜ਼ਿਆਦਾ ਪੁੱਛਦੀਆਂ ਨਹੀਂ। ਸੂਟ ਪਾਉਣ ਦਾ, ਸਾੜੀਆਂ ਪਾਉਣ ਦਾ ਮੌਕਾ ਮਿਲ ਜਾਂਦਾ ਹੈ, ਥੋੜ੍ਹਾ ਸਟੇਜਾਂ 'ਤੇ ਨੱਚਣ ਦਾ ਮੌਕਾ ਮਿਲ ਜਾਂਦਾ ਹੈ, ਪਰ ਜਿਸ ਬੰਦੇ ਨਾਲ ਗੱਲਬਾਤ ਉਹਨਾਂ ਦੀ ਹੁੰਦੀ ਹੈ, ਜਿਹੜਾ ਬੰਦਾ ਉਹਨਾਂ ਨੂੰ ਲੈ ਕੇ ਜਾਂਦਾ ਉਹ ਕੀ ਕਰਾਉਂਦਾ ਹੈ, ਉਹ ਕਈ ਵਾਰੀ ਹਸਬੈਂਡ ਨੂੰ ਨਹੀਂ ਪਤਾ ਹੁੰਦਾ। ਮੈਂ ਸਾਰੇ ਘਰ ਵਾਲਿਆਂ ਨੂੰ ਜਾਂ ਰਿਸਪੌਂਸੀਬਲ ਟੱਬਰਾਂ ਦੇ ਬੰਦਿਆਂ ਨੂੰ, ਜੇ ਉਹਨਾਂ ਦੀਆਂ ਕੁੜੀਆਂ ਜਾਂ ਉਹਨਾਂ ਦੀਆਂ ਘਰ ਵਾਲੀਆਂ ਇਸ ਤਰ੍ਹਾਂ ਦੀਆਂ ਜਨਾਨੀਆਂ ਨਾਲ ਬਾਹਰ ਜਾਂਦੀਆਂ, ਮੈਂ ਇੱਕ ਵਾਰ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਪਰਖ ਲੈਣਾ, ਪਰਖ ਕੇ ਜਿੱਥੇ ਵੀ ਤੁਹਾਡਾ ਜੀ ਜਾਂਦਾ ਤੇ ਉਹਨੂੰ ਬੇਸ਼ੱਕ ਭੇਜੋ, ਪਰ ਪਰਖ ਲਵੋ ਕਿਤੇ ਤੁਸੀਂ ਕਿਸੇ ਗਲਤ ਸਕੰਜੇ ਤਾਂ ਨਹੀਂ ਫਸਣ ਜਾ ਰਹੇ। ਕਿਉਂਕਿ ਜਿਹੜੀਆਂ ਵੀਡੀਓ ਰਿਲੀਜ਼ ਹੁੰਦੀਆਂ ਉਹਦੇ ਵਿੱਚ ਬਹੁਤ ਸਾਰੀਆਂ ਜਨਾਨੀਆਂ ਨਜ਼ਰ ਆਉਂਦੀਆਂ ਦਿਖਦੀਆਂ ਤੇ ਉੱਥੇ ਬੈਨਰ ਵੀ ਲਾਏ ਹੁੰਦੇ ਆ ਕਿ ਇਹ ਰੇਨਬੋ NGO ਦਾ ਫੰਕਸ਼ਨ ਹੈ ਤੇ ਇਹਨੂੰ ਉਬਰਾਏ ਸਾਹਿਬ ਸਪੋਰਟ ਕਰ ਰਹੇ ਨੇ। ਇਹਨੂੰ ਮੇਰਾ ਖਿਆਲ ਹੈ ਕਿ SP ਉਬਰਾਏ ਸਾਹਿਬ ਤਾਂ ਬਹੁਤ ਹੁਸ਼ਿਆਰ ਬੰਦੇ ਨੇ ਕਿ ਉਹਨਾਂ ਨੂੰ ਇਹ ਪਤਾ ਨਹੀਂ ਕਿ ਜਿਹੜੀ NGO ਹੁੰਦੀ ਹੈ ਉਹਦੇ ਵਿੱਚ 7 ਮੈਂਬਰ ਹੁੰਦੇ ਨੇ ਤੇ ਉਹਨਾਂ 'ਚ ਆਪਸ ਦੇ ਵਿੱਚ ਇੱਕ ਦੂਜੇ ਦਾ ਕਿਸੇ ਨਾਲ ਵੀ ਰਿਸ਼ਤੇਦਾਰੀ ਨਹੀਂ ਹੋਣੀ ਚਾਹੀਦੀ, ਕੋਈ ਕੰਸੈਂਟ ਨਹੀਂ ਹੋਣੀ ਚਾਹੀਦੀ ਕਿਸੇ ਵੀ ਤਰੀਕੇ ਦੀ, ਤੇ ਆਪਸ ਦੇ ਵਿੱਚ ਅਲੱਗ-ਅਲੱਗ ਹੋਣੇ ਚਾਹੀਦੇ, ਦੂਰੋਂ ਨੇੜੇ ਹੋਣੇ ਚਾਹੀਦੇ ਹੈ। ਤੇ ਉਹਦਾ ਜਿਹੜਾ ਖਾਤਾ ਉਹ ਸੈਂਟਰ ਗੌਰਮੈਂਟ ਤੋਂ ਲੈਣਾ ਪੈਂਦਾ, ਉਹਦਾ ਜਿਹੜਾ ਕੋਡ ਹੈ, ਫਿਰ ਉਹਦਾ ਖਾਤਾ ਖੁੱਲ੍ਹਦਾ, ਫਿਰ ਫੋਰਨ ਦੀ ਕਰੰਸੀ ਉਹਦੇ ਵਿੱਚ ਪਾਉਣ ਦੀ ਇਜਾਜ਼ਤ ਪੈਂਦੀ ਹੈ। ਤੇ ਬਹੁਤ ਜ਼ਿਆਦਾ ਝਗੜੇ ਤੇ ਝਮੇਲੇ ਨੇ। ਕਿਰਪਾ ਕਰਕੇ ਤੁਸੀਂ ਇਹ ਚੀਜ਼ਾਂ ਘੋਖ ਲਵੋ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਲੇਡੀਜ਼ ਵੀ ਪ੍ਰੋਬਲਮ 'ਚ ਪੈ ਜਾਂਦੀ ਆ। ਅਗਲੇ ਐਪੀਸੋਡ ਦੇ ਵਿੱਚ ਕਿਹੜੀਆਂ ਲੇਡੀਜ਼ ਤੋਂ ਇੰਗਲੈਂਡ ਆਉਣੇ ਵਾਲੇ, ਜਿਹੜੇ ਇੰਗਲੈਂਡ ਆਉਣ ਦੇ ਝਾਕੇ ਦੇ ਵਿੱਚ ਮੈਂ ਤੁਹਾਨੂੰ ਇੰਗਲੈਂਡ ਲੈ ਕੇ ਚੱਲੀਆਂ ਤੇ ਕਿੰਨੇ ਲੱਖ ਰੁਪਈਆ ਲਿਆ, ਉਹਨਾਂ ਦਾ ਮੋੜਿਆ ਜਾਂ ਨਹੀਂ ਮੋੜਿਆ, ਉਹਨਾਂ ਲੇਡੀਜ਼ ਦੇ ਵੀ ਮੇਰੇ ਨਾਲ ਕੰਟੈਕਟ ਨੇ, ਪਰ ਹਜੇ ਤੱਕ ਉਹ ਕਨਵਿੰਸ ਨਹੀਂ ਹੋਈਆਂ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਉਣਾ ਜਾਂ ਨਹੀਂ ਆਉਣਾ। ਪਰ ਮੈਂ ਫੇਰ ਵੀ ਬੇਨਤੀ ਕਰਦਾ ਕਿ ਤੁਸੀਂ ਇਹ ਪ੍ਰੋਬਲਮ 'ਚ ਪਓ ਹੀ ਨਾ। ਤੁਸੀਂ ਪਹਿਲਾਂ ਇਹ ਦੇਖ ਲਓ ਕਿ ਇਹ ਲੇਡੀ ਦਾ ਆਪ ਕੀ ਆਧਾਰ ਹੈ, ਕੀ ਇਹ ਇੰਗਲੈਂਡ 'ਚ ਪੱਕੀ ਹੈ, ਕੀ ਇਹ ਤੁਹਾਡੀਆਂ ਲੇਡੀਜ਼ ਨੂੰ ਜਾਂ ਕੁੜੀਆਂ ਨੂੰ ਇਹ ਪਰਮਿਟ ਬਣਾ ਕੇ ਬਲੈਤ ਲੈ ਕੇ ਜਾ ਸਕਦੀ ਹੈ। ਝੂਠੇ ਲਾਰਿਆਂ ਦੇ ਵਿੱਚ ਤੁਸੀਂ ਨਾ ਫਸੋ, ਤੇ ਝੂਠੇ ਲਾਰਿਆਂ ਦੇ ਵਿੱਚ ਜਿਹੜੇ ਬੰਦੇ ਇੱਕ ਵਾਰੀ ਫਸ ਗਏ ਤੇ ਉਹ ਆਪਣਾ ਪੈਸਾ ਉਜਾੜ ਲੈਂਦੇ ਆ, ਨਾ ਘਰਦੇ ਰਹਿੰਦੇ ਆ ਨਾ ਘਾਟਦੇ ਰਹਿੰਦੇ ਆ। ਪਹਿਲਾਂ ਜਿਹੜਾ ਬੰਦਾ ਤੁਹਾਨੂੰ ਇਹ ਕਹਿ ਰਿਹਾ ਨਾ ਕਿ ਮੈਂ ਇੰਨੇ ਲੱਖ ਰੁਪਈਆ ਦਿਓ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ, ਤੇ ਉਹ ਕੀ ਕਰਾਉਣਗੇ ਤੁਹਾਡੇ ਤੋਂ? ਤੁਸੀਂ ਕਿੱਥੇ ਚੱਲੇ ਹੋ? ਉਹਨਾਂ ਦੀ ਕੀ ਅਥਾਰਟੀ ਹੈ? ਉਹ ਕਿੱਥੋਂ ਸਪਾਂਸਰਸ਼ਿਪਾਂ ਲਿਆਉਣਗੇ? ਉਹ ਚਲੋ ਜੇ ਸਪਾਂਸਰਸ਼ਿਪਾਂ ਲਿਆਉਣਗੇ ਤਾਂ ਉੱਥੇ ਜਾ ਕੇ ਤੁਸੀਂ ਕੀ ਕਰੋਗੇ? ਜੇ ਉੱਥੇ ਫਿਰ ਕੱਲੀਆਂ ਕੁੜੀਆਂ ਨੂੰ ਛੱਡ ਦਿੱਤਾ ਗਿਆ, ਗਿੱਧਾ ਪਾਉਣ ਦੇ ਬਹਾਨੇ ਤੁਹਾਨੂੰ ਸਪਾਂਸਰ ਕਰਕੇ ਕਿਸੇ ਤੋਂ ਲੈ ਵੀ ਗਏ, ਤਾਂ ਫਿਰ ਤੁਹਾਡੀਆਂ ਕੁੜੀਆਂ ਅੱਗੇ ਕੀ ਕਰਨਗੀਆਂ? ਅੱਗੇ ਕਿੱਥੇ ਜਾਣਗੀਆਂ? ਉਹ ਤੁਹਾਨੂੰ ਨਹੀਂ ਪਤਾ। ਜਿਹੜੇ ਅਸੀਂ ਰਹਿ ਰਹੇ ਹਾਂ ਸਿਰਫ ਤੇ ਸਿਰਫ ਇਸ ਕਰਕੇ ਮੈਂ ਇਹਨਾਂ ਦੇ ਫੰਕਸ਼ਨ 'ਚ ਵਿਘਨ ਨਹੀਂ ਪਾਇਆ ਕਿ ਇਹਨਾਂ ਦੇ ਨਾਲ ਜਸਬੀਰ ਸਿੰਘ ਡੇਰੇਵਾਲ ਜੁੜੇ ਹੋਏ ਸੀ, ਜਿਹੜੇ ਮੇਰੇ ਬਹੁਤ ਪੁਰਾਣੇ ਮਿੱਤਰ ਨੇ। ਮੈਂ ਕਿਹਾ ਵੀ ਜੇ ਇਹਨਾਂ ਦਾ ਕੋਈ ਫੰਕਸ਼ਨ ਬੰਕ ਕਰਾਇਆ ਜਾਂ ਫਿਰ ਉੱਥੇ ਲੌਕਾ ਕਰਾਇਆ ਜਾਂ ਉਹਨੂੰ ਪੌਜ਼ ਕਰਾਇਆ ਜਾ ਕੇ,
ਤੇ ਜਾਂ ਇਮੀਗ੍ਰੇਸ਼ਨ ਨੂੰ ਕੋਈ ਸ਼ਿਕਾਇਤ ਕੀਤੀ ਤਾਂ ਉਹਨੂੰ ਬਹੁਤ ਘਾਟਾ ਪੈ ਜਾਣਾ। ਸੋ ਇਸ ਕਰਕੇ ਅਸੀਂ ਨਹੀਂ ਕੀਤਾ, ਪਰ ਮੈਨੂੰ ਕੱਲੀ ਐਕਟੀਵਿਟੀ ਦਾ ਪਤਾ ਸੀ, ਮੈਨੂੰ ਹਾਲ ਦਾ ਵੀ ਪਤਾ ਸੀ ਤੇ ਮੈਨੂੰ ਇਹ ਵੀ ਪਤਾ ਸੀ ਕਿ ਫੰਕਸ਼ਨ ਕਿੰਨੀ ਤਰੀਕ ਨੂੰ ਹੈ, ਕਿੰਨੇ ਵਜੇ ਹੋਣਾ। ਪਰ ਮੈਂ ਫਿਰ ਵੀ ਆਪਣੇ ਦੋਸਤ ਦੀ ਨੁਕਸਾਨ ਨਾ ਹੋਵੇ ਕੋਈ, ਤਾਂ ਉਹਦੇ ਕਰਕੇ ਮੈਂ ਕੁਝ ਨਹੀਂ ਕੀਤਾ। ਪਰ ਮੈਂ ਨੈਂਸੀ ਘੁੰਮਣ ਜੀ ਤੁਹਾਨੂੰ ਐਡਵਾਈਸ ਕਰਦਾ ਕਿ ਨੈਕਸਟ ਟਾਈਮ ਜਦੋਂ ਤੁਸੀਂ ਆਉਣਾ ਤਾਂ ਪ੍ਰੋਪਰ ਵਰਕ ਪਰਮਿਟ ਲੈ ਕੇ ਆਓ, ਕਿਉਂਕਿ ਜਿਹੜੇ ਇਹ ਤੁਹਾਡੇ ਫੰਕਸ਼ਨ ਨੇ, ਸ਼ੋਅ ਆਰਗੇਨਾਈਜ਼ ਨੇ, ਇਹ ਵਿਜ਼ਟਰ ਬੰਦਾ ਬਿਲਕੁਲ ਨਹੀਂ ਕਰਾ ਸਕਦਾ, ਟੋਟਲੀ ਇਲੀਗਲ ਨੇ ਤੇ ਤੁਸੀਂ ਅੰਦਰ ਹੋ ਸਕਦੇ ਹੋ। ਤੇ ਇੱਕ ਵਾਰੀ ਤੁਹਾਨੂੰ ਅਸੀਂ ਕੁਝ ਨਹੀਂ ਕਿਹਾ ਹੈਗਾ, ਪਰ ਦੂਜੀ ਵਾਰੀ ਜੇ ਤੁਸੀਂ ਐਸਾ ਕੰਮ ਕਰਨਾ ਤਾਂ ਕਿਰਪਾ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਹਨੂੰ ਪ੍ਰੋਪਰ ਚੈਨਲ ਦੇ ਥਰੂ ਆਓ ਤਾਂ ਸ਼ੋਅ ਕਰਾਓ। ਇੱਕ ਨਹੀਂ ਕਰਾਓ, 10 ਕਰਾਓ। ਮੈਂ ਕਹਿੰਦਾ ਮਿਸ ਵਰਲਡ ਪੰਜਾਬਣਾ ਤੁਸੀਂ ਇਕੱਲੇ ਦੇਸ਼ ਚੋਂ ਕੱਢੋ, ਪਰ ਵਿਜ਼ਟਰ ਆ ਕੇ ਲੋਕਾਂ ਨੂੰ ਲਾਰੇ ਲਾ ਕੇ, ਲੋਕਾਂ ਦੀਆਂ ਧੀਆਂ ਭੈਣਾਂ ਬਾਹਰ ਲੈ ਕੇ ਜਾਣ ਵਾਸਤੇ ਫੰਡ ਇਕੱਠਾ ਕਰਕੇ ਨਾ ਇੱਥੇ ਆਓ। ਕਿਤੇ ਨਾ ਕਿਤੇ ਜਿਹੜੇ ਤੁਹਾਡੇ ਭਾਂਡੇ ਹੈ ਇਹ ਖੜਕ ਜਾਣੇ ਹੈ, ਤੁਹਾਡੇ ਤੋਂ ਇਹ ਇਕੱਠੇ ਨਹੀਂ ਕੀਤੇ ਜਾਣੇ। ਸੋ ਇਸ ਕਰਕੇ ਮੈਂ ਬੇਨਤੀਆਂ ਹੀ ਕਰਦਾ ਤੇ ਮੈਂ ਜਿਹੜੇ ਪੁੱਛੇ ਹੋਏ ਸਵਾਲ ਹੈ SP ਓਬਰਾਏ ਸਾਹਿਬ ਨੂੰ ਵੀ ਦੁਬਾਰਾ ਕੋਸ਼ਿਸ਼ ਕਰਦਾ ਕਿ ਉਹ ਆ ਕੇ ਵੀਡੀਓ ਤੇ ਇਹ ਦੱਸਣ। ਤੇ ਬਾਕੀ ਜਿਹੜੇ ਸਰਪੰਚ ਸਾਹਿਬ ਸੀ ਫੱਗਣ ਮਾਜਰੇ ਦੇ, ਉਹਨਾਂ ਦੀਆਂ ਗੱਲਾਂ ਤੁਸੀਂ ਸੁਣ ਲੀਆਂ ਤੇ ਇਹ ਕੇਸ ਜਿਹੜਾ ਆ ਇੱਥੇ ਬੰਦ ਨਹੀਂ ਹੋਣ ਵਾਲਾ, ਪਰ ਲੋਕਾਂ ਦੀ ਆਵਾਜ਼ ਦੀ ਸਪੋਰਟ, ਪਿੰਡ ਦੇ ਲੋਕਾਂ ਦੀ, ਇਲਾਕੇ ਦੇ ਲੋਕਾਂ ਦੀ, ਤਾਂ ਕਿ ਐਸੇ ਜਿਹੜੇ ਮਗਰਮੱਛ ਨੇ ਦੁਬਾਰਾ ਝੂਠੇ ਲਾਰਿਆਂ ਦੇ ਵਿੱਚ ਝੂਠੀਆਂ ਸੁਪਨੇ ਦਿਖਾ ਕੇ ਤੁਹਾਡੀ ਕੋਈ ਵੀ ਚੀਜ਼ ਹਥਿਆਉਣ ਨਾ। ਇਹ ਸਾਰਾ ਗਰੀਬ ਲੋਕਾਂ ਦੇ ਘਾਣ ਹੁੰਦੇ ਹੋਏ ਸਾਰੇ ਬੰਦ ਹੋਣ। ਤਾਂ ਪਲੀਜ਼ ਕਿਰਪਾ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਇਹਨਾਂ ਗੱਲਾਂ ਨੂੰ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਤੁਸੀਂ ਸ਼ੇਅਰ ਕਰ ਲੈਣਾ। ਤੇ ਅੱਗੇ ਤੋਂ ਫਿਰ ਅਗਲੇ ਹਫਤੇ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਨਸ਼ਰ ਹੋਵਾਂਗੇ। ਉਹਦੇ ਵਿੱਚ ਜਿਹੜੀਆਂ ਗੱਲਾਂ ਰਹਿ ਗਈਆਂ ਉਹ ਮੈਂ ਕਰੂੰਗਾ। ਪੇਜ ਮੇਰੇ ਕੋਲੇ ਬਹੁਤ ਨੇ, ਕਿਉਂਕਿ ਜਿਹੜਾ ਤੁਹਾਡਾ ਲਾਈਵ ਹੈ ਇਹ ਲੰਮਾ ਹੋ ਜਾਣਾ, ਕਿਉਂਕਿ ਇੰਡੀਆ ਤੋਂ ਸਾਰੇ ਕਾਗਜ਼ ਜਿਹੜੇ ਆ ਇਹ ਮੰਗਾਏ ਹੋਏ ਆ। ਕੁਝ ਦਿੱਲੀ ਤੋਂ ਆਏ ਨੇ ਜੀ, NGO ਆਫਿਸਿਸ ਤੋਂ, ਤੇ ਕੁਝ ਪੰਜਾਬ ਪੁਲਿਸ ਦੇ, ਪੰਜਾਬ ਦੇ ਪੁਲਿਸ ਵਾਲੇ ਦੇ ਥਾਣੇ ਦੇ ਵਿੱਚੋਂ ਕਢਾਉਣੇ ਪਏ ਹੈ, ਤੇ ਕੁਝ RTI ਦੇ ਕਾਗਜ਼ ਨੇ ਜਿਹੜੇ ਮੇਰੇ ਕੋਲ ਨੇ। ਤੇ ਜਦੋਂ ਫਿਰ ਹੋਰ ਖੁੱਲ੍ਹਾ ਸਮਾਂ ਹੋਇਆ ਫਿਰ ਤੁਹਾਡੀ ਨਜ਼ਰ ਹੋਵਾਂਗੇ। ਤੇ ਪਰ ਉਦੋਂ ਤੱਕ ਤੁਸੀਂ ਆਪਣਾ ਖਿਆਲ ਰੱਖਣਾ। ਅਗਲੇ ਹਫਤੇ ਫਿਰ ਮਿਲਾਂਗੇ ਇੱਕ ਹੋਰ, ਇਹ ਤੀਜਾ ਐਪੀਸੋਡ ਸੀ, ਚੌਥਾ ਐਪੀਸੋਡ ਲੈ ਕੇ ਆਵਾਂਗੇ। ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੰਤਤಃ ਇੱਕੋ ਹੀ ਗੱਲ ਕਹਿਣਾ ਚਾਹਾਂਗੇ ਕਿ ਜੇਕਰ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਅਸੀਂ ਕੁਝ ਵੀ ਸੋਸ਼ਲ ਮੀਡੀਆ ਉੱਤੇ ਨਸ਼ਰ ਕਰੀਏ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਨੂੰ ਇੱਕ ਸਹੀ ਰਾਹ ਵਿਖਾਈਏ, ਹੱਕ ਸੱਚ ਦੀ ਆਵਾਜ਼ ਬੁਲੰਦ ਕਰੀਏ। ਕਿਉਂਕਿ ਸਿਆਸੀ ਧਿਰਾਂ ਜਾਂ ਅਮੀਰਜ਼ਾਦਿਆਂ ਦਾ ਹੱਥ ਠੋਕਾ ਬਣ ਕੇ ਚੱਲਣ ਵਾਲੇ ਜੋ ਵੀ TV ਚੈਨਲ ਜਾਂ ਵੱਡੇ ਮੀਡੀਆ ਅਦਾਰੇ ਹੈ ਨੇ, ਉਹ ਦੁਨੀਆ ਜਾਣਦੀ ਹੈ ਕਿਹੜੇ ਨੇ, ਤੇ ਉਹਨਾਂ ਦਾ ਸਿਰਫ ਇੱਕੋ ਹੀ ਮੰਤਵ ਹੁੰਦਾ ਹੈ ਪੈਸਾ ਇਕੱਠਾ ਕਰਨਾ। ਤੇ ਬਹੁਤ ਘੱਟ ਅਜਿਹੇ ਮੀਡੀਆ ਅਦਾਰੇ ਨੇ ਜੋ ਸਿਰਫ ਤੇ ਸਿਰਫ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਨੇ। ਤੇ ਗੁਰਬਾਣੀ ਅਖੰਡ ਬਾਣੀ ਦਾ ਵੀ ਸਿਰਫ ਇੱਕ ਹੀ ਮਕਸਦ ਹੈ, ਚਾਹੇ ਹਿੰਦੂ ਹੋਣ, ਮੁਸਲਮਾਨ ਹੋਣ, ਸਿੱਖ ਹੋਣ ਜਾਂ ਈਸਾਈ ਹੋਣ, ਬੋਧੀ ਹੋਣ ਜਾਂ ਜੈਨੀ ਹੋਣ, ਕਿਸੇ ਧਰਮ ਕਿਸੇ ਵਰਗ ਦੇ ਨਾਲ ਅਗਰ ਧੱਕਾ ਹੁੰਦਾ ਹੈ ਤਾਂ ਅਸੀਂ ਬਿਨਾਂ ਕਿਸੇ ਫਰਕ ਤੋਂ, ਬਿਨਾਂ ਕਿਸੇ ਭੇਦਭਾਵ ਤੋਂ ਹੱਕ ਸੱਚ ਦੀ ਆਵਾਜ਼ ਪੂਰੀ ਸੱਚਾਈ ਦੇ ਨਾਲ ਬੁਲੰਦ ਕਰਦੇ ਹਾਂ। ਤੇ ਜੇਕਰ ਕਿਸੇ ਉੱਤੇ ਗੱਦਾਰੀ ਕਰਨ ਤੇ ਇਲਜ਼ਾਮ ਲੱਗਦੇ ਨੇ, ਧੋਖਾਧੜੀ ਕਰਨ ਤੇ ਇਲਜ਼ਾਮ ਲੱਗਦੇ ਨੇ, ਤਾਂ ਉਸ ਇਨਸਾਨ ਨੂੰ ਵੀ ਸੰਗਤ ਦੀ ਕਚਹਿਰੀ ਵਿੱਚ ਖੜਾ ਕਰਨਾ ਅਸੀਂ ਆਪਣਾ ਫਰਜ਼ ਸਮਝਦੇ ਹਾਂ। ਸੰਗਤ ਜੀ, ਹੁਣ ਤੁਸੀਂ ਤੈਅ ਕਰੋ ਕਿ ਜੋ ਇਲਜ਼ਾਮ SP ਓਬਰਾਏ ਉੱਤੇ ਜਾਂ ਨੈਂਸੀ ਘੁੰਮਣ ਉੱਤੇ ਲਗਾਏ ਗਏ ਨੇ, ਉਹਨਾਂ ਦੀ ਸਫਾਈ ਦੇਣਾ ਆਖਿਰ ਕਿਸ ਦੀ ਜ਼ਿੰਮੇਵਾਰੀ ਹੈ? ਕਿਉਂਕਿ ਜੋ ਇਨਸਾਨ ਸੱਚਾ ਹੁੰਦਾ ਹੈ ਉਸ ਨੂੰ ਕਦੇ ਕਿਸੇ ਚੀਜ਼ ਦਾ ਡਰ, ਭੈ ਜਾਂ ਖੌਫ ਨਹੀਂ ਹੁੰਦਾ। ਉਹ ਹਰ ਸਵਾਲ ਦਾ ਜਵਾਬ ਹਿੱਕ ਠੋਕ ਕੇ ਦੇਣਾ ਬਾਖੂਬ ਜਾਣਦਾ ਹੈ। ਤੇ ਜੇਕਰ ਐਡਵੋਕੇਟ ਮੇਜਰ ਸਿੰਘ ਸੰਧੂ ਗਲਤ ਨੇ ਤਾਂ SP ਓਬਰਾਏ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ। ਫਿਰ ਚਾਹੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਸਹੀ, SP ਓਬਰਾਏ ਜੀ ਦਾ ਫਰਜ਼ ਬਣਦਾ ਹੈ ਕਿ ਸੰਗਤ ਦੀ ਕਚਹਿਰੀ ਵਿੱਚ ਇੱਕ ਵਾਰ ਆਪਣਾ ਜਵਾਬ ਜ਼ਰੂਰ ਰੱਖਣ ਕਿ ਜੋ ਇਲਜ਼ਾਮ ਉਹਨਾਂ ਤੇ ਲਗਾਏ ਗਏ ਨੇ ਉਹ ਕਿਸ ਬਿਨਾਂ ਤੇ ਲਗਾਏ ਗਏ ਨੇ, ਕਿਉਂ ਲਗਾਏ ਗਏ ਨੇ ਤੇ ਕਿਉਂ ਇਹ ਸਵਾਲ ਉੱਠ ਰਹੇ ਨੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।